स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी, संपादक पंजाब टैलीविजन, और सरदार जगतार सिंह जी, सीनियर जर्नलिस्ट। जी आया जी। थैंक यू, शुक्रिया जी। पंजाब ਦੀ ਰਾਜਨੀਤੀ ਤੱਤੀਆਂ ਹਵਾਵਾਂ ਦੇ ਗੇੜ 'ਚ ਹੈ। ਸੁਖਪਾਲ ਸਿੰਘ ਖਹਿਰਾ ਡਰ ਵਿਅਕਤ ਕਰ ਰਿਹਾ ਕਿ ਮੇਰੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ। ਆਖਰ ਗ੍ਰਿਫਤਾਰੀ ਕਿਸ ਆਧਾਰ ਤੇ ਹੋ ਸਕਦੀ ਹੈ, ਲੋਕ ਇਹ ਸਵਾਲ ਪੁੱਛ ਰਹੇ ਆ। ਇਸੇ ਸਮੇਂ ਦੇ ਵਿੱਚ ਮੰਤਰੀ ਨਾਲ ਸੰਬੰਧਿਤ ਵੀਡੀਓ ਤੇ ਉਸ ਵੀਡੀਓ ਦੇ ਵਿੱਚ ਦੂਜਾ ਕਿਰਦਾਰ ਉਹ ਟੈਲੀਵਿਜ਼ਨ ਚੈਨਲ ਤੇ ਪੇਸ਼ ਹੋ ਜਾਂਦਾ। ਆਖਰ ਇਸ ਸਾਰੇ ਮਾਮਲੇ 'ਚ ਸਰਕਾਰ ਦਾ ਪੱਖ ਕੀ ਹੈ? ਇਹ ਕੋਈ ਸ਼ਿਕਾਇਤ ਇਹਦੇ ਤੇ ਵਿਧੀਵਤ ਹੋਈ ਹੈ ਕਿ ਨਹੀਂ? ਇਸ ਸਵਾਲ ਨੂੰ ਵੀ ਐਡਰੈਸ ਕਰਦੇ ਹਾਂ। ਤੀਜਾ ਮਾਮਲਾ, ਸੁਖਪਾਲ ਸਿੰਘ ਖਹਿਰਾ ਵੱਲੋਂ ਹੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਆਡੀਓ ਲਿੰਕ ਪੇਸਟ ਕੀਤਾ ਜਾਂਦਾ ਹੈ, ਪਬਲਿਸ਼ ਕੀਤਾ ਜਾਂਦਾ ਹੈ। ਉਹਦੇ ਵਿੱਚ ਪੰਜਾਬ ਦੇ ਇੱਕ ਤਰ੍ਹਾਂ ਨਾਲ ਕਰਤਾ ਧਰਤਾ ਇੰਚਾਰਜ ਜਾਂ ਜਥੇਬੰਦਕ ਕੰਮਕਾਜ ਦੇਖਣ ਵਾਲੇ ਸੰਦੀਪ ਪਾਠਕ, ਮੈਂਬਰ ਪਾਰਲੀਮੈਂਟ ਪੰਜਾਬ ਤੋਂ, ਉਹ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਨੇ, ਵਰਕਰ ਨੇ, ਮੰਤਰੀ ਨੇ, ਉਹ ਕਿਹਨਾਂ ਨੂੰ ਐਡਰੈਸ ਕਰ ਰਹੇ ਆ, ਲੇਕਿਨ ਉਹਨਾਂ ਨੂੰ ਐਡਰੈਸ ਕਰ ਰਹੇ ਨੇ ਇੱਕ ਅਲੱਗ ਟੋਨ ਨਾਲ। ਇਹਦੇ ਅਰਥ ਕੀ ਆ ਇਹ ਲੈਂਦੇ ਆ? ਕੀ ਕੋਈ ਥ੍ਰੈਟ ਵਰਗੀ ਗੱਲ ਆ? ਕੀ ਕੋਈ ਲੀਡਰ ਆਪਣੀ ਪਾਰਟੀ ਦੇ ਵਰਕਰਾਂ ਜਾਂ ਆਪਣੇ ਨੇਤਾਵਾਂ ਨਾਲ ਇੰਜ ਗੱਲ ਕਰ ਸਕਦਾ ਹੁੰਦਾ ਕਿ ਨਹੀਂ? ਇਹਦੇ ਵਿੱਚ ਗਲਤ ਕੀ ਆ ਜਾਂ ਠੀਕ ਕੀ ਆ? ਜਾਂ ਜੇ ਗਲਤ ਹੈ ਤਾਂ ਗਲਤ ਨੂੰ ਕਿਵੇਂ ਪਰਿਭਾਸ਼ਿਤ ਕਰੀਏ ਪੰਜਾਬ ਦੀ ਅਣਖ ਦੇ ਨਜ਼ਰੀਏ ਤੋਂ? ਕੀ ਇਹ ਵੀ ਸਵਾਲ ਨੇ। ਇਹ ਕਾਫੀ ਵੱਡਾ ਮਾਮਲਾ ਹੈ ਤੇ ਕੀ ਅਜੇ ਕੁਝ ਹੋਰ ਵੀ ਸੱਪ ਕੱਢਣ ਵਾਲਾ ਬਾਕੀ ਪਿਆ? ਅਗਲੀ ਗੱਲ, ਪੰਜਾਬ ਦੇ ਅਫਸਰਾਂ ਨੂੰ ਸਰਦਾਰ ਹਮੀਰ ਸਿੰਘ ਅਕਸਰ ਸਟੀਲ ਫਰੇਮ ਨਾਲ ਤਸ਼ਬੀਹ ਦਿੰਦੇ ਹੁੰਦੇ ਆ, ਆਈਐਸ ਲੌਬੀ, ਆਈਪੀਐਸ ਲੌਬੀ। ਪਰ ਜੇਕਰ ਇਹ ਸਟੀਲ ਫਰੇਮ ਬਿਨਾਂ ਬੈਕਬੋਨ ਤੋਂ ਹੋਵੇ, ਰੀੜ ਤੋਂ ਹੀ ਬਿਨਾਂ, ਫਿਰ ਇਹਦਾ ਕਿਵੇਂ ਜ਼ਿਕਰ ਕਰਾਂਗੇ? ਮੈਂ ਨਹੀਂ ਕਹਿੰਦਾ, ਬਿਲਕੁਲ ਨਹੀਂ ਕਹਿੰਦਾ। ਇੱਕ ਪੱਤਰ ਸੀ, ਉਹ ਵੀ ਅਫਸੋਸ ਵਾਲਾ, ਉਹਦੇ ਸੰਬੰਧੀ ਗੱਲ ਚੱਲੀ ਕਿ ਆਈਐਸ ਅਫਸਰਾਂ ਦੀ ਐਸੋਸੀਏਸ਼ਨ ਨੇ ਬਾਦਲ ਸਾਹਿਬ ਦੀ ਮੌਤ ਤੋਂ ਬਾਅਦ ਅਫਸੋਸ ਵਿਅਕਤ ਕਰਨਾ ਸੀ। ਉਹ ਚਿੱਠੀ ਕਿੰਨੇ ਦਿਨ ਸੋਚੀ ਜਾਂਦੀ, ਲਿਖੀਏ ਨਹੀਂ ਲਿਖੀਏ, ਵਿਧੀਵਤ ਕਰਨਾ ਚਾਹੀਦਾ, ਅਖਬਾਰ 'ਚ ਜਾਣਾ ਚਾਹੀਦਾ ਕਿ ਨਹੀਂ। ਫਿਰ ਲਿਖੀ ਗਈ ਚਿੱਠੀ, ਲੰਬੀ ਚੌੜੀ ਲਿਖੀ ਗਈ, ਤੇ ਫਿਰ ਉਹ ਮੁੱਖ ਮੰਤਰੀ ਦੇ ਸਹਿਮਤੀ ਲਈ ਲਿਜਾਈ ਗਈ। ਆਖਰ ਕੀ ਇਹਦੀ ਲੋੜ ਸੀ? ਤੇ ਉਸ ਤੋਂ ਬਾਅਦ ਉਹਨੂੰ ਅਖਬਾਰ 'ਚ ਕਿਤੇ ਨਹੀਂ ਦਿੱਤਾ ਗਿਆ। ਪਰਿਵਾਰ ਨੂੰ ਭਾਵੇਂ ਭੇਜ ਦਿੱਤੀ ਹੋਵੇ, ਭੇਜ ਦਿੱਤੀ ਗਈ, ਮੰਨ ਲੈਂਦੇ ਆ, ਪਰ ਆਖਰ ਅਫਸਰ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਕਿ ਉਹ ਸਰਕਾਰ ਹੁੰਦੇ ਆ, ਪੂਰੀ ਸੋਹਰੀ ਸਰਕਾਰ ਹੁੰਦੇ, ਸਦਾ ਦੀ ਸਰਕਾਰ ਹੁੰਦੇ ਆ, ਇੰਨੇ ਡਰ ਯਾਰ, ਇੰਨੇ ਖੌਫ। ਤੋ ਇਹਦੇ ਉੱਤੇ ਗੱਲ ਤੋਰਦੇ ਆ। ਜਲੰਧਰ ਦੀ ਇਲੈਕਸ਼ਨ ਦਾ ਜ਼ਿਕਰ ਨਾ ਕੀਤਾ ਤੇ ਗੱਲ ਨਹੀਂ ਬਣੂਗੀ। ਬੀਬੀ ਜਗੀਰ ਕੌਰ ਨੇ ਸਮਰਥਨ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ। ਇੰਦਰ ਇਕਬਾਲ ਸਿੰਘ ਅਟਵਾਲ ਦੇ ਪਿਤਾ ਵਿਧੀਵਤ ਰੂਪ 'ਚ ਬੀਜੇਪੀ 'ਚ ਆ ਚੁੱਕੇ ਨੇ, ਹੁਣ ਉਹ ਕੰਪੇਨ 'ਚ ਵੀ ਆਉਣਗੇ। ਕੇਜਰੀਵਾਲ ਸਾਹਿਬ ਲੁਧਿਆਣੇ ਪਹੁੰਚ ਗਏ ਆ, ਉਹਨਾਂ ਨੇ ਉਦਘਾਟਨ ਕਰਤਾ ਹੈ ਆਮ ਆਦਮੀ ਕਲੀਨਿਕਾਂ ਦਾ, ਹੁਣ ਉਹ ਜਲੰਧਰ 'ਚ ਵੀ ਆਉਣਗੇ, ਰੋਡ ਸ਼ੋਅ ਵੀ ਕਰਨਗੇ। ਅਹਿਮ ਖਬਰ ਕੀ ਜਲੰਧਰ ਦੇ ਵਿੱਚ ਸੰਗਰੂਰ ਵਾਲੀ ਜਿਹੜੀ ਇੱਕ ਤੋਰ ਸੀ, ਸੰਗਰੂਰ ਦੇ ਵਿੱਚ ਇੱਕ ਭਾਵਨਾਤਮਕ ਵੇਗ ਸੀ। ਬਲਕੌਰ ਸਿੰਘ ਸਿੱਧੂ, ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ, ਇੱਕ ਮਾਰਚ ਲੈ ਕੇ ਜਲੰਧਰ ਜਿਮਨੀ ਚੋਣ ਦੇ ਏਰੀਏ ਦੇ ਵਿੱਚ ਦਾਖਲ ਹੋ ਚੁੱਕੇ ਆ। ਕਿ ਇਹਦਾ ਅਸਰ ਸੱਤਾਧਾਰੀਆਂ ਤੇ ਹੋਊਗਾ, ਨਹੀਂ ਹੋਊਗਾ, ਕਿਵੇਂ ਹੋਊਗਾ? ਸਾਰੀਆਂ ਗੱਲਾਂ ਚਲਾਉਂਦੇ ਅੱਗੇ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਇੱਕ ਵਾਰੀ ਇਸ ਨੈਰੇਟਿਵ ਨੂੰ ਜਿਹੜਾ ਬੁਣਿਆ ਜਾ ਰਿਹਾ, ਖਹਿਰਾ ਬਨਾਮ ਗਵਰਨਮੈਂਟ, ਇਹ ਗ੍ਰਿਫਤਾਰੀ ਦੀ ਗੱਲ, ਇਹ ਵੀਡੀਓ, ਇਹ ਆਡੀਓ, ਇਹ ਸਾਰਾ ਕੁਝ, ਤੁਸੀਂ ਇਹਨੂੰ ਕਿਵੇਂ ਦੇਖਿਆ? ਅਸਲ ਦੇ ਵਿੱਚ ਖਹਿਰਾ ਦੀ ਗੱਲ ਉਦੋਂ ਤੋਂ ਫੇਰ ਜ਼ਿਆਦਾ ਥੋੜੀ ਜਿਹੀ ਚੱਲ ਰਹੀ ਹੈ ਜਦੋਂ ਖਹਿਰਾ ਕਹਿ ਰਿਹਾ ਕਿ ਮੇਰੇ ਉਹਦੇ ਖਿਲਾਫ ਪਰਚਾ ਦਰਜ ਕਰ ਲਿਆ ਐਸਡੀਐਮ ਦੇ ਮਾਮਲੇ ਦੇ ਵਿੱਚ। ਜਦੋਂ ਫਸਲਾਂ ਮਰਨ ਦੀ ਗੱਲ ਸੀਗੀ, ਉਹ ਕਹਿੰਦਾ ਸੀ ਮੇਰੇ ਤੇ ਗਲਤ ਕੀਤਾ ਗਿਆ। ਮੈਂ ਤਾਂ ਉਹੀ ਗੱਲ ਕਹਿ ਰਿਹਾ ਸੀ ਜਿਹੜੀ ਚੀਫ ਮਿਨਿਸਟਰ ਕਹਿ ਰਿਹਾ ਸੀ ਕਿ ਲੋਕਾਂ ਨੂੰ ਮੁਆਵਜ਼ਾ ਮਿਲ ਜਾਣਾ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ। ਇਨ ਦੀ ਮੇਨ ਟਾਈਮ ਖਹਿਰਾ ਇੱਕ ਕੈਸਟ ਜਿਹੜੀਆਂ ਕਲਿੱਪ ਜਿਹੜੀਆਂ ਨੇ ਉਹ ਦੇ ਆਉਂਦੇ ਨੇ ਗਵਰਨਰ ਨੂੰ, ਤੇ ਗਵਰਨਰ ਨੂੰ ਕਲਿੱਪਾਂ ਦੇ ਕੇ ਆਉਂਦੇ ਨੇ ਕਿ ਉਹਨਾਂ ਨੇ ਡੀਜੀਪੀ ਚੰਡੀਗੜ੍ਹ ਨੂੰ ਭੇਜੀਆਂ ਕਿ ਇਹਦੀ ਫੋਰੈਂਸਿਕ ਜਾਂਚ ਕਰਾ ਲਓ, ਦੇਖੋ ਇਹਦੇ ਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ, ਗੱਲ ਠੀਕ ਹੈ ਜਾਂ ਨਹੀਂ। ਤੇ ਫਿਰ ਖਹਿਰਾ ਇੱਕ ਹੋਰ ਗੱਲ ਕਹਿ ਰਹੇ ਨੇ, ਮੇਰੇ ਕੋਲ ਇੱਕ ਦੋ ਕਲਿੱਪਾਂ ਹੋਰ ਵੀ ਨੇ ਛੋਟੀਆਂ ਛੋਟੀਆਂ ਜਿਹੜੀਆਂ ਇਹਨੂੰ ਵੀ ਮੈਂ ਨਸਰ ਕਰ ਸਕਦਾ ਜੀ। ਤੇ ਆਪਾਂ ਇਹ ਵੀ ਗੱਲ ਕੀਤੀ ਵੀ ਜੇ ਕੰਪੀਟੈਂਟ ਅਥਾਰਟੀ ਨੂੰ ਦੇ ਦਿਓ, ਆਪੇ ਨਿਕਲੇ ਆਉਣਗੀਆਂ ਜਿਹੜੀਆਂ ਮਾਮਲੇ ਨੇ। ਪਰ ਉਹ ਕਲਿੱਪਾਂ ਦੇ ਵਿੱਚੋਂ ਜਿਹੜੀ ਪਹਿਲੇ ਹੀ ਅਸਲ ਦੇ ਵਿੱਚ ਸੀ, ਅੱਜ ਖਹਿਰੇ ਨੂੰ ਚਲਦੇ ਚਲਦੇ ਇੱਕ ਗੱਲ ਦਾ ਹੋਰ ਅਹਿਸਾਸ ਹੋਇਆ, ਜਿਹੜਾ ਉਹ ਫੇਸਬੁੱਕ ਲਾਈਵ ਹੋਏ ਤੇ ਟੀਵੀ ਤੇ ਵੀ ਆਏ। ਉਹ ਕਹਿੰਦੇ ਨੇ ਮੈਨੂੰ ਮੇਰੇ ਕਿਸੇ ਮਤਲਬ ਭਰੋਸੇਯੋਗ ਪੁਲਿਸ ਅਫਸਰ ਨੇ ਦੱਸਿਆ ਕਿ ਤੁਹਾਨੂੰ ਜਾਂ FIR ਹੋਰ ਦਰਜ ਹੋ ਗਈ ਹੋਏਗੀ ਜਾਂ ਹੋ ਜਾਏਗੀ
ਗ੍ਰਿਫਤਾਰ ਕੀਤੇ ਜਾਣ ਦਾ ਆਰਡਰ ਹੋ ਚੁੱਕਿਆ, ਜਿਹੜੇ ਖਹਿਰਾ ਸਾਹਿਬ ਕਹਿੰਦੇ ਨੇ ਵੀ ਇਸ ਸਾਰੇ ਮਾਮਲੇ ਦੇ ਵਿੱਚ। ਹੁਣ ਅਜੇ ਤੱਕ ਤਾਂ ਨਹੀਂ ਪਤਾ ਕੁਛ, ਥੋੜਾ ਸਮਾਂ ਪਹਿਲਾਂ ਤੱਕ ਤਾਂ ਇਹ ਜੇ ਗ੍ਰਿਫਤਾਰੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਹੋਈ, ਕੀ ਗੱਲ ਸੀ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਉਹ ਮਿਨਿਸਟਰ ਵਾਲੀ ਜਿਹੜੀ ਗਵਰਨਰ ਨੂੰ ਗਈ ਹੋਈ ਸੀ ਵੀਡੀਓ, ਉਧਰੋਂ ਤਾਂ ਨਹੀਂ ਕੁਝ ਹੋਇਆ, ਇੱਕ ਨਵੇਂ ਪਾਸਿਓਂ ਇੱਕ ਮੁੱਦਾ ਬਣ ਗਿਆ ਆ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਜਿਹੜਾ ਲੜਕਾ ਹੈ ਜਿਹੜਾ ਵਿੱਚ ਦਿਖਾਈ ਦਿੰਦਾ ਉਸ ਵੀਡੀਓ ਦੇ ਮਿਨਿਸਟਰ ਦੇ ਨਾਲ ਲਗਾਤਾਰ, ਉਹ ਮੀਡੀਆ ਦੇ ਸਾਹਮਣੇ ਆ ਜਾਂਦਾ ਤੇ ਇੱਕ ਸ਼ਿਕਾਇਤ ਵੀ ਦਿੰਦਾ ਲਗਾਤਾਰ, ਤੇ ਉਹ ਇਹ ਵੀ ਕਹਿ ਰਿਹਾ ਹੈ, ਆਪਦੀ ਮਿੱਥਿਆ ਦੱਸਦਾ ਹੈ ਮਤਲਬ ਉਸ ਪੱਧਰ ਦੇ ਉੱਤੇ ਕਿ ਮੈਂ 2013 ਤੋਂ ਲੈ ਕੇ ਸਾਡਾ ਇੱਕ ਸੰਬੰਧ ਚੱਲ ਰਿਹਾ ਸੀ, ਮੈਂ ਨਾਬਾਲਗ ਸੀ, ਫੇਸਬੁੱਕ ਤੇ ਮਿਲੇ, ਫੇਸਬੁੱਕ ਤੋਂ ਬੁਲਾਇਆ ਗਿਆ, ਉਹ ਸਾਰੀ ਕਹਾਣੀ ਜਿਹੜੀ ਕਰ ਰਿਹਾ ਉਸ ਲੈਵਲ ਦੇ ਉੱਤੇ। ਤੇ ਨਾਲ ਤੱਕ ਉਹ ਲਾਸਟ ਤੱਕ ਇਹ ਵੀ ਦੱਸਦਾ ਕਿ ਚੋਣਾਂ ਤੱਕ ਹੀ ਮੇਰੀ ਗੱਲ ਸੁਣੀ ਜਾਂਦੀ ਰਹੀ, ਮਿਲਦੇ ਵੀ ਰਹੇ, ਮੈਂ ਵਧਾਈ ਦੇਣਾ ਚਾਹੁੰਦਾ ਸੀ, ਤੇ ਮੁੜ ਕੇ ਮੰਤਰੀ ਦਾ ਮੁੰਡਾ ਹੀ ਚੱਕਦਾ ਫੋਨ, ਮੰਤਰੀ ਸਾਹਿਬ ਨਹੀਂ ਮਿਲੇ ਕਿਤੇ। ਪਰ ਨਾਲ ਦੀ ਨਾਲ ਤੋਂ ਇਹ ਵੀ ਪੁੱਛਿਆ ਗਿਆ ਫਿਰ ਇਹ ਕਿਵੇਂ ਬਣਾਈ ਸੀ ਵੀਡੀਓ, ਉਹ ਕਹਿੰਦਾ ਮੈਂ ਇਸ ਕਰਕੇ ਬਣਾ ਕੇ ਰੱਖੀ ਸੀ ਵੀ ਕਦੇ ਮੇਰੇ ਪਰਿਵਾਰ ਦੇ ਖਿਲਾਫ, ਕਿਉਂਕਿ ਉਹਨਾਂ ਨੂੰ ਉਹਨੇ ਦਾਅਵਾ ਕੀਤਾ ਕਿ ਹੁਣ ਥ੍ਰੈਟ ਆ ਰਹੇ ਨੇ ਪਰਿਵਾਰ ਨੂੰ ਵੀ ਤੇ ਮੈਨੂੰ ਵੀ, ਕਿ ਜੇ ਤੂੰ ਇਹ ਵੀਡੀਓ ਜਿਹੜੀ ਇਹ ਕੀਤੀ, ਜਿਹੜੀ ਕਿ ਅਸ਼ਲੀਲ ਵੀਡੀਓ ਦੇ ਰੂਪ ਚ ਕਹੀ ਜਾ ਸਕਦੀ ਹੈ, ਜੋ ਵੀ ਉਹ ਦਿਖਾਈ ਦੇ ਰਹੇ ਨੇ, ਕਿ ਇਹਦੇ ਨਾਲ ਮਤਲਬ ਮੈਂ ਕਦੇ ਨਾ ਕਦੇ ਆਪਣਾ ਬਚਾਅ ਕਰ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਨੂੰ ਲੱਗਦਾ ਕਿ ਸਰਕਾਰ ਨੂੰ ਮੇਰਾ ਬਚਾਅ ਕਰਨਾ ਚਾਹੀਦਾ। ਅਸਲ ਦੇ ਵਿੱਚ ਕਟਾਰੂ ਚੱਕ ਨਾਲ ਟਰਾਈ ਕੀਤੀ ਜਿਹੜੇ ਮਿਨਿਸਟਰ ਨੇ, ਟੀਵੀ ਵਾਲਿਆਂ ਨੇ ਵੀ ਵੱਖ-ਵੱਖ, ਉਹਨਾਂ ਦਾ ਫੋਨ ਬੰਦ ਆ ਰਿਹਾ, ਜਿਹੜਾ ਫੋਨ ਪਹਿਲਾਂ ਚੱਲਦਾ ਸੀ ਐਜ ਏ ਮਿਨਿਸਟਰ ਲਗਾਤਾਰ ਉਹ ਫੋਨ ਬੰਦ ਆ ਰਿਹਾ, ਨਹੀਂ ਕੋਈ ਰਿਸਪੌਂਸ ਜਾਂ ਕੋਈ ਉਸ ਲੈਵਲ ਦੀ ਗੱਲ ਕੀਤੀ ਗਈ। ਹੁਣ ਸਵਾਲ ਇਹ ਬਣਦਾ ਕਿ ਕੀ ਇਹ ਕ੍ਰਾਈਮ ਹੈ ਕਿ ਨਹੀਂ, ਜਿਹੜਾ ਇਦੋਂ ਪਹਿਲਾਂ ਕਿਹਾ ਜਾ ਰਿਹਾ ਕ੍ਰਾਈਮ ਕਟਾਰੂ, ਉਹਨਾਂ ਨੇ ਆਪ ਵੀ ਵੱਖ-ਵੱਖ ਲੋਕਾਂ ਨੇ ਵੀ ਮੰਤਰੀ ਬਣ ਜੇ, ਐਮਐਲਏ ਬਣ ਜੇ, ਕੁਝ ਪ੍ਰਾਈਵੇਸੀਆਂ ਹੁੰਦੀਆਂ ਨੇ, ਕੁਝ ਨਿੱਜੀ ਰਿਲੇਸ਼ਨ ਵੀ ਬੰਦਿਆਂ ਦੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਘਸੀਟ ਕੇ ਨਹੀਂ ਲਿਆਉਣਾ ਚਾਹੀਦਾ ਜੀ ਇਸ ਮਾਮਲੇ ਦੇ ਵਿੱਚ। ਤੇ ਸੁਖਪਾਲ ਖਹਿਰਾ ਉਹਨਾਂ ਨੇ ਇੱਕ ਤਾਂ ਇਹ ਗੱਲ ਕੀਤੀ ਹੈ, ਤਸਦੀਕ ਕੀਤੀ ਕਿ ਜਿਹੜੀ ਵੀਡੀਓ ਮੈਂ ਗਵਰਨਰ ਨੂੰ ਦੇ ਕੇ ਆਇਆ ਉਹਦੇ ਚ ਇਹੀ ਮੁੰਡਾ ਹੈ ਜਿਹੜਾ ਟੀਵੀ ਤੇ ਗੱਲ ਕਰ ਰਿਹਾ। ਇੱਕ ਤਾਂ ਇਹ ਗੱਲ ਤਸਦੀਕ ਹੋ ਗਈ। ਮਤਲਬ ਇਹ ਕਾਫੀ ਅਹਿਮ ਸਵਾਲ ਸੀਗਾ ਕਿ ਇਹਨੂੰ ਤਸਦੀਕ ਕੌਣ ਕਰੇ ਕਿ ਜਿਹੜਾ ਲੜਕਾ ਟੀਵੀ ਤੇ ਆ ਰਿਹਾ ਉਹੀ ਵੀਡੀਓ ਚ ਆ, ਕਿਉਂਕਿ ਵੀਡੀਓ ਅਜੇ ਤੱਕ ਗਵਰਨਰ ਨੇ ਫੋਰੈਂਸਿਕ ਜਾਂਚ ਲਈ ਡੀਜੀਪੀ ਚੰਡੀਗੜ੍ਹ ਨੂੰ ਭੇਜੀ ਹੈ ਨਾ, ਨਹੀਂ ਸੀ ਹੋਈ। ਤੇ ਉਹ ਮੁੰਡੇ ਨੂੰ ਹੀ ਕਿਹਾ ਕਿ ਹਾਂ 101% ਇਹਨੇ ਨੇ ਇਹ ਵੀ ਕਿਹਾ, ਨਾਲ ਕੱਲਾ ਹਲਕੇ ਤਰੀਕੇ ਨਾਲ ਨਹੀਂ ਕਿਹਾ ਵੀ 101% ਇਹੀ ਮੁੰਡਾ ਜਿਹੜਾ ਇਹ ਗੱਲ ਕਰ ਰਿਹਾ। ਦੂਜੀ ਗੱਲ, ਜਦੋਂ ਇਹ ਸਵਾਲ ਹੁੰਦਾ ਵੀ ਤੁਸੀਂ ਲੋਕਾਂ ਦੇ ਨਿੱਜੀ ਮਾਮਲਿਆਂ 'ਚ ਦਖਲ ਜਾਏ, ਤਾਂ ਉਹਦਾ ਇਹ ਕਹਿਣਾ ਇਹ ਗੱਲ ਠੀਕ ਵੀ ਹੈ। ਇੱਕ ਮੋਰਲੀ ਤਾਂ ਇੱਕ ਗੱਲ ਇਹ ਠੀਕ ਹੈ ਕਿ ਜਨਤਕ ਫੀਲਡ ਵਿੱਚ ਧਾਰਮਿਕ ਸਟੈਚੂਰੀ ਸੰਸਥਾਵਾਂ ਦੇ ਵਿੱਚ ਅਹੁਦੇ ਮਾਨਣ ਵਾਲੇ ਲੋਕਾਂ ਤੋਂ ਲੋਕ ਤਵੱਕੋ ਹੋਰ ਰੱਖਦੇ ਨੇ, ਇਹੋ ਜਿਹੀ ਨਹੀਂ ਰੱਖਦੇ। ਪਰ ਦੂਜੀ ਗੱਲ ਨਾਲ ਇਹ ਹੈ ਕਿ ਜਿੰਨਾ ਚਿਰ ਕੋਈ ਸ਼ਿਕਾਇਤ ਨਹੀਂ ਹੁੰਦੀ, ਕੋਈ ਪੀੜਤ ਧਿਰ ਵਜੋਂ ਸਾਹਮਣੇ ਨਹੀਂ ਆਉਂਦਾ, ਠੀਕ ਹੈ, ਜੇ ਉਹਨਾਂ ਚਿਰ ਵੀ ਕੋਈ ਗੱਲ ਕਰਦਾ ਤਾਂ ਤੁਸੀਂ ਕਹਿ ਸਕਦੇ ਨਿੱਜੀ ਹੈ। ਹੁਣ ਤਾਂ ਧਿਰ ਇੱਕ ਸਾਹਮਣੇ ਆ ਗਈ ਨਾ, ਇਹ ਜੇ ਪੀੜਤ ਅਗਲਾ ਕਹਿ ਰਿਹਾ ਕਿ ਮੇਰੇ ਨਾਲ ਇਹ ਹੁੰਦਾ ਰਿਹਾ ਤੇ ਮੇਰੇ ਨਾਲ ਕਿਉਂ ਹੁੰਦਾ ਰਿਹਾ, ਫਿਰ ਤਾਂ ਉਹ ਕ੍ਰਾਈਮ ਵਾਲੇ ਪਾਸੇ ਚਲਾ ਜਾਂਦਾ, ਫਿਰ ਉਹ ਕ੍ਰਿਮੀਨਲ ਅਫੈਂਸ ਬਣ ਜਾਂਦਾ। ਉਦੋਂ ਬਾਅਦ ਜਾ ਕੇ ਪਹਿਲਾਂ ਚਾਹੇ ਇੱਕ ਮੋਰਲ ਰਹੇ, ਅਖਲਾਕੀ ਉਸ ਤੱਕ ਰਹੇ ਸੀਮਤ ਜਿੰਨਾ ਚਿਰ ਕੋਈ ਸ਼ਿਕਾਇਤ ਉਸ ਰੂਪ ਚ ਨਹੀਂ ਕਰਦਾ। ਪਰ ਨਾਲ ਦੀ ਨਾਲ ਇੱਕ ਗੱਲਾਂ ਇਹ ਵੀ ਹੁੰਦੀਆਂ ਨੇ ਕਿ ਜੇ ਇਹ ਕਿਹਾ ਜਾਂਦਾ ਕਿ ਉਹ ਮੁੰਡਾ ਜਦੋਂ ਦੀ ਗੱਲ ਕਰ ਰਿਹਾ ਉਦੋਂ ਨਾਬਾਲਗ ਸੀ, ਤਾਂ ਵੀ ਇਹ ਕ੍ਰਾਈਮ ਸੀ ਉਦੋਂ, ਚਾਹੇ ਉਹ ਨਹੀਂ ਵੀ ਜਨਤਕ ਫੀਲਡ ਦੇ ਵਿੱਚ ਆਇਆ। ਇਹੀ ਤਾਂ ਸਵਾਲ ਹੈ ਕਿ ਜਿਸ ਦਿਨ ਇਹ ਵੀਡੀਓ ਖਹਿਰਾ ਕੋਲ ਗਈ ਉਦੋਂ ਇਹਨਾਂ ਦੇ ਆਪਸੀ ਤਾਲੁਕਾਤ ਕੀ ਖਰਾਬ ਹੋਏ ਸੀ? ਉਦੋਂ ਹੀ ਹੋਇਆ ਕਿ ਇਹ ਲੜਕਾ, ਜਿਹੜਾ ਲੜਕਾ ਇਸ ਵੀਡੀਓ 'ਚ ਦਿਖਾਈ ਦੇ ਰਿਹਾ, ਇਹਨੂੰ ਵੀ ਕਿਸੇ ਨਿਯੁਕਤੀ 'ਚ ਰੱਖਿਆ ਗਿਆ ਸੀ? ਇਹ ਅਸੀਂ ਪ੍ਰਸ਼ਨ ਚਿੰਨ੍ਹ ਲਾ ਰਹੇ ਹਾਂ, ਸਾਨੂੰ ਬਿਲਕੁਲ ਨਹੀਂ ਪਤਾ ਕਿ ਜਦੋਂ ਆਪਸ ਵਿੱਚ ਕੋਈ ਮਨਮੁਟਾਵ ਹੁੰਦੇ ਆ ਕਿ ਖਹਿਰਾ ਕੋਲ ਇਹ ਵਿਅਕਤੀ ਜਾਂਦਾ ਹੈ, ਉਸੇ ਵੇਲੇ ਇਸ ਲੜਕੇ ਕੋਲੋਂ, ਇਸ ਵਿਅਕਤੀ ਕੋਲੋਂ ਜਿਹੜਾ ਹੁਣ ਬਾਲਗ ਹੋ ਚੁੱਕਿਆ, ਉਹਦੇ ਕੋਲੋਂ ਕੋਈ ਕੰਪਲੇਂਟ ਵੀ ਖਹਿਰਾ ਨੇ ਲਿਖਵਾ ਲਈ ਸੀ, ਜਾਂ ਉਹਨੇ ਕੋਈ ਕੰਪਲੇਂਟ ਖਹਿਰਾ ਨੂੰ ਦਿੱਤੀ ਹੋਵੇ ਲਿਖ ਕੇ ਡੀਜੀਪੀ ਦੇ ਨਾਂ, ਕਿਸੇ ਐਸਐਸਪੀ ਦੇ, ਕਿਸੇ ਐਸਐਚਓ ਦੇ? ਦੂਜਾ ਸਵਾਲ ਕਿ ਕੀ ਜਦੋਂ ਖਹਿਰਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਕੋਲ ਤਾਂ ਕੋਈ ਪਾਵਰ ਨਹੀਂ ਤੇ ਮੈਂ ਤਾਂ ਸਿਰਫ ਸਾਰੀ ਗੇਮ ਮੀਡੀਆ ਦੇ ਸਿਰ ਤੇ ਖੇਡਣੀ ਆ, ਤਾਂ ਕਿਉਂ ਨਾ ਇਹਨੂੰ ਸੱਤਾਧਾਰੀਆਂ ਕੋਲ ਭੇਜਤਾ ਜਾਵੇ ਜਿਨ੍ਹਾਂ ਨਾਲ ਆਪਸੀ ਲੜਾਈ ਇਹਨਾਂ ਦੀ ਲੱਗੀ ਰਹਿੰਦੀ। ਸਰਦਾਰ ਹਮੀਰ ਸਿੰਘ ਜੀ, ਮਨਜਿੰਦਰ ਸਿਰਸਾ ਕੋਲ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਉਦਣ ਰਾਤ ਨੂੰ ਮਨਜਿੰਦਰ ਸਿਰਸਾ ਦਾ ਟਵੀਟ ਆਉਂਦਾ ਸੀ ਕਿ ਕਟਾਰੂ ਚੱਕ ਨੇ ਅਸਤੀਫਾ ਦੇ ਦਿੱਤਾ ਹੈ ਤੇ ਸਵੇਰੇ 7:30 ਮੁੱਖ ਮੰਤਰੀ ਇਹਦਾ ਐਲਾਨ ਕਰਨਗੇ। 7:30 ਜਦੋਂ ਪਹਿਲੇ ਦਿਨ
ਦਫ਼ਤਰ 7:30 ਲੱਗਣੇ ਸੀ ਤੇ ਸੀਐਮ ਸਾਹਿਬ ਨੇ ਕਿਹਾ ਕਿ ਖੈਰੇ ਉਹਦੇ ਕੋਲ ਚਲੇ ਗਿਆ ਹੁਣ, ਸਿਰਸੇ ਨੂੰ ਫਿਰ ਦੇ ਆਇਆ ਹੋਣਾ ਕੋਈ ਮੰਤਰੀ, ਮੈਨੂੰ ਤਾਂ ਦਿੱਤਾ ਨਹੀਂ। ਇਹਦਾ ਮਤਲਬ ਹੈ ਕਿ ਇਹ ਗੇਮ ਤਾਂ ਇਸ ਲੈਵਲ ਤੇ ਵੀ ਖੇਡੀ ਗਈ ਕਿ ਉੱਥੇ ਬੰਦਾ ਪਹੁੰਚਾਓ, ਉੱਥੇ ਵੀਡੀਓ ਪਹੁੰਚਾਓ ਜਿੱਥੇ ਮੱਥਾ ਲਾਉਣਾ ਸੱਤਾ ਨੂੰ ਸੱਤਾ ਨਾਲ ਔਖਾ ਹੁੰਦਾ। ਇਹਨੂੰ ਗੱਲ ਨੂੰ ਤੋਰ ਦਿਓ। ਇੱਕ ਗੱਲ ਕਲੀਅਰ ਹੈ ਕਿ ਖਹਿਰਾ ਪੋਲੀਟੀਕਲੀ ਵੀ ਔਰ ਬਹੁਤ ਸਾਰੇ ਕਾਨੂੰਨ ਨਿਯਮਾਂ ਬਾਰੇ ਵੀ ਕਾਫੀ ਜ਼ਿਆਦਾ ਪੁਖਤਾ ਜਾਣਕਾਰੀ ਰੱਖਦਾ, ਉਹਦੇ ਚ ਕੋਈ ਦੋ ਰਾਵਾਂ ਨਹੀਂ। ਜੇ ਦੋ ਪੁਰਾਣਾ ਕੇਸ ਦੇਖੀਏ, ਜਦੋਂ ਬੀਬੀ ਜਗੀਰ ਕੌਰ ਇਹਨਾਂ ਦੇ ਪੋਲੀਟੀਕਲ ਰਾਈਵਲ ਸੀ, ਉਹਦੀ ਬੇਟੀ ਦਾ ਕੇਸ ਹੋਇਆ, ਤਾਂ ਜਿਸ ਢੰਗ ਨਾਲ ਉਹ ਮੁੰਡਾ ਜਿਹੜਾ ਸੀ ਕਿ ਉਹਦੇ ਇੰਟਰਵਿਊਆਂ ਤੋਂ ਲੈ ਕੇ ਜਿਵੇਂ ਮੁੱਦਾ ਕੰਟੀਨਿਊ ਉਠਾ ਕੇ ਰੱਖਿਆ ਇੰਨਾ ਲੰਮਾ ਸਮਾਂ, ਤਾਂ ਇਟ ਮੀਨ ਜੋ ਉਹ ਆਰਟ ਆਉਂਦਾ ਹੈ, ਉਹ ਕਲਾ ਹੁੰਦੀ ਹੈ ਵੀ ਕਿਵੇਂ ਵਰਤਣੀ ਹੈ ਕਿਸੇ ਚੀਜ਼ ਨੂੰ ਪੋਲੀਟੀਕਲ ਐਂਗਲ ਦੇ ਵਿੱਚੋਂ ਵੀ, ਵੱਖ-ਵੱਖ ਮਾਮਲਿਆਂ ਦੇ ਵਿੱਚੋਂ ਵੀ, ਔਰ ਕਿੱਥੇ ਜਾ ਕੇ ਮੈਂ ਕਾਨੂੰਨ ਦੀ ਜਦ ਚ ਨਹੀਂ ਆਉਂਦਾ, ਕਿੱਥੇ ਜਾ ਕੇ ਕਿਹੜੀਆਂ ਚੀਜ਼ਾਂ ਕਰਨੀਆਂ ਨੇ ਭੇਜੀਆਂ ਜਾਣ, ਤੇ ਇਹ ਸਾਰੇ ਮਾਮਲੇ ਹੈਗੇ ਨੇ। ਤੇ ਨਾਲ ਦੀ ਨਾਲ ਇੱਕ ਗੱਲ ਇਹ ਜ਼ਰੂਰ ਹੈ ਜਿਹੜੀ ਅੱਜ ਉਹਨੇ ਡਿਮਾਂਡ ਕੀਤਾ ਕਿ ਹੁਣ ਤਾਂ ਉਹ ਮੁੰਡਾ ਆ ਹੀ ਗਿਆ ਸਾਹਮਣੇ, ਹੁਣ ਚੀਫ ਮਿਨਿਸਟਰ ਜੇ ਚੁੱਪ ਰਹਿੰਦੇ ਨੇ ਤਾਂ ਕੀ ਕਿਹਾ ਜਾਏ ਕਿ ਇਹੋ ਜਿਹੀਆਂ ਸਾਰੀਆਂ ਗੱਲਾਂ ਕਰਾਉਣ ਦੇ ਲਈ ਉਹਨਾਂ ਦੀ ਸ਼ਮੂਲੀਅਤ ਹੈ ਜਾਂ ਉਹਨਾਂ ਨੂੰ ਕੋਈ ਹੋਰ ਤੇ ਰੋਕ ਰਹੀ ਹੈ। ਇਹ ਐਲੀਗੇਸ਼ਨ ਖਹਿਰੇ ਨੇ ਅੱਜ ਡਿਮਾਂਡ ਦੇ ਤੌਰ ਤੇ ਓਪਨਲੀ ਲਾਇਆ ਮੁੱਖ ਮੰਤਰੀ ਦੇ ਉੱਤੇ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਾਮਲੇ ਦੇ ਵਿੱਚ। ਔਰ ਇਹਦੇ ਚ ਉਹਨੂੰ ਇਹ ਲੱਗਦਾ ਕਿ ਮੈਨੂੰ ਰੋਕਣ ਦੇ ਲਈ ਉਹ ਤੁਸੀਂ ਮੇਰੇ ਤੇ ਇੱਕ ਨਵਾਂ ਕੋਈ ਕੇਸ ਦਰਜ ਕਰਨਾ ਚਾਹੁੰਦੇ ਹੋ ਜਾਂ ਨਹੀਂ। ਹੁਣ ਇਹ ਨਹੀਂ ਪਤਾ ਕਿ ਉਹਨਾਂ ਦੀ ਕੀ ਐਪਰੀਹੈਂਸ਼ਨ ਹੈ, ਕਿ ਉਹਨਾਂ ਨੂੰ ਅੰਦਰੋਂ ਹੀ ਲੱਗਦਾ ਕਿ ਮੇਰੇ ਖਿਲਾਫ ਹੁਣ ਕੁਝ ਕਰਨਗੇ, ਜ਼ਰੂਰ ਕਰਨਗੇ ਜਾਂ ਨਹੀਂ, ਜਾਂ ਕੋਈ ਪੁਖਤਾ ਜਾਣਕਾਰੀ ਹੈ, ਜਾਂ ਵਾਕਈ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਇਸ ਮਾਮਲੇ ਦੇ ਉੱਤੇ। ਮੈਨੂੰ ਇਹ ਨਹੀਂ ਲੱਗਦਾ ਕਿ ਇਹੋ ਜਿਹੇ ਮੁੱਦੇ ਨੂੰ ਆਧਾਰ ਬਣਾ ਕੇ ਤੇ ਕੋਈ ਹੋਰ ਖਹਿਰੇ ਨੂੰ ਵਿੱਚ ਸ਼ਾਮਲ ਕਰਨਾ ਸਰਕਾਰ ਸ਼ਾਇਦ ਇੰਨੀ ਕੁ ਰਾਏ ਤਾਂ ਕਿਸੇ ਤੋਂ ਲੈਂਦੀ ਹੋਏਗੀ ਕਿ ਮੁੱਦਾ ਕਿਹੜਾ ਹੁੰਦਾ ਜਿਹਦੇ ਚ ਫਸਾਉਣਾ ਹੁੰਦਾ ਜਾਂ ਨਹੀਂ ਫਸਾਉਣਾ ਹੁੰਦਾ, ਜਾਂ ਕਿਹੜੇ ਮੌਕੇ ਹੁੰਦੇ ਨੇ, ਉਹ ਤਾਂ ਇੱਕ ਅਲੱਗ ਗੱਲ ਹੋ ਸਕਦੀ ਹੈ। ਪਰ ਇਹ ਮੁੱਦਾ ਮਤਲਬ ਬਾਰ-ਬਾਰ ਇਸ ਸਰਕਾਰ ਕਰਕੇ ਜ਼ਿਆਦਾ ਗੰਭੀਰ ਹੈ, ਜਿਹੜੀ ਕੱਟੜ ਇਮਾਨਦਾਰੀ ਤੇ ਬਦਲਾਅ ਦੀ ਗੱਲ ਕਰਦੀ ਹੈ, ਉਹਦੇ ਕਰਕੇ ਹੋਰ ਜ਼ਿਆਦਾ ਸੀਰੀਅਸ ਹੋ ਜਾਂਦਾ ਕਿ ਤੁਸੀਂ ਐਕਸ਼ਨ ਉਸ ਪੱਧਰ ਦੇ ਉੱਤੇ ਕਿਉਂ ਨਹੀਂ ਲੈਂਦੇ। ਸਰਦਾਰ ਜਗਤਾਰ ਸਿੰਘ ਜੀ, ਐਡੀ ਬਚਕਾਨਾ ਗੇਮ ਨਹੀਂ ਖੇਡਣਗੇ ਜੇ ਕੇਜਰੀਵਾਲ ਨੂੰ ਸੱਚਮੁੱਚ ਤੁਸੀਂ ਮੈਚੁਰ ਲੀਡਰ ਮੰਨਦੇ ਹੋ ਕਿ ਕੋਈ ਵਿਅਕਤੀ ਇੱਕ ਮੁੱਦਾ ਉਠਾ ਰਿਹਾ ਔਰ ਉਹ ਮੁੱਦਾ ਜਾਂਚ ਦਾ ਵਿਸ਼ਾ ਹੋ ਸਕਦਾ ਹੈ, ਉਹਦੇ ਉੱਤੇ ਉਹਨੂੰ ਤੁਰੰਤ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸਾਈਮਲਟੇਨੀਅਸਲੀ ਸੁਖਪਾਲ ਸਿੰਘ ਖਹਿਰਾ ਦਾ ਕੋਈ ਐਕਟ ਕਾਨੂੰਨ ਦੀ ਜੱਦ ਵਿੱਚ ਉਹਨਾਂ ਨੂੰ FIR ਦਾ ਹਿੱਸਾ ਬਣਾਉਂਦਾ ਹੋਵੇ ਤਾਂ ਉਹ ਅਲੱਗ ਇਸ਼ੂ ਆ। ਜਿੱਥੇ ਗ੍ਰਿਫਤਾਰੀ ਦਰਕਾਰ ਹੋਵੇ, ਜਿੱਥੇ ਜ਼ਮਾਨਤ SHO ਨਾ ਲੈ ਸਕਦਾ ਹੋਵੇ, ਜੇ ਐਸਾ ਕੋਈ ਮੁੱਦਾ ਹੋਵੇ ਤੇ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ ਹੁੰਦਾ। ਪਰ ਕੀ ਕੋਈ ਪਾਰਟੀ ਇਲੈਕਸ਼ਨ ਦੇ ਬਿਲਕੁਲ ਬਰੂਹਾਂ ਤੇ ਜਾ ਕੇ, ਜਿੱਥੇ 5 ਦਿਨ ਰਹਿੰਦੇ ਹੋਣ ਤੇ 4 ਦਿਨ ਹੀ ਨੇ ਕੁੱਲ ਮਿਲਾ ਕੇ, 5ਵੇਂ ਦਿਨ ਨੂੰ ਤਾਂ ਇਲੈਕਸ਼ਨ, ਅੱਜ 5 ਤਰੀਕ ਹੈ 10, ਸੋ ਕੋਈ ਗਵਰਨਮੈਂਟ ਇਹ ਰਿਸਕ ਲੈ ਸਕਦੀ ਹੈ ਕਿ ਕੋਈ ਇਸ ਤਰ੍ਹਾਂ ਦੇ ਤੇਜ਼ ਤਰਾਰ ਵਿਅਕਤੀ ਨੂੰ ਜਿਹੜਾ ਸੁਰਖੀਆਂ 'ਚ ਵੀ ਬਹੁਤ ਜ਼ਿਆਦਾ ਹੋਵੇ ਤੇ ਇੱਥੇ ਵਿਲਨ ਬਣਨਾ ਚਾਹੂਗੀ ਗਵਰਨਮੈਂਟ। ਹਾਲਾਂਕਿ ਜਦੋਂ ਇੱਕ ਬੱਚਾ ਕਹਿੰਦਾ ਜਿਹੜਾ ਨਾਬਾਲਗ ਆਪਣੇ ਆਪ ਨੂੰ ਕਹਿ ਰਿਹਾ, ਅਜੇ ਇਹ ਵੀ ਜਾਂਚ ਦਾ ਵਿਸ਼ਾ ਕਿ ਕੀ ਉਦੋਂ ਨਾਬਾਲਗ ਸੀ ਕਿ ਨਹੀਂ, ਕਿਉਂਕਿ ਉਹ ਵੀ ਕਹਿੰਦਾ ਕਿ ਮੰਤਰੀ ਉਦੋਂ ਕਾਮਰੇਡਾਂ ਦੀ ਪਾਰਟੀ 'ਚ ਹੁੰਦਾ ਸੀ, ਪਿੰਡ ਦਾ ਸਰਪੰਚ ਹੁੰਦਾ ਸੀ, ਉਹ ਸਾਰੀਆਂ ਗੱਲਾਂ ਕਰਦਾ। ਗਲਤ ਹੋ ਰਿਹਾ ਉਹਦਾ। ਮੇਰੇ ਵਾਸਤੇ ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜਾ ਵਿਕਟਿਮ ਹੈ ਉਹਨੇ ਸ਼ਿਕਾਇਤ ਕੀਤੀ ਹੈ ਰਿਕਾਰਡ ਤੇ ਪਹਿਲੀ ਵਾਰੀ, ਔਰ ਸ਼ਿਕਾਇਤ ਵੀ ਉਹਨੇ ਕਿਹਾ ਕਿ ਮੈਂ ਜਦੋਂ ਨਾਬਾਲਗ ਸੀ ਉਦੋਂ ਮੇਰੇ ਨਾਲ ਹੁੰਦਾ ਰਿਹਾ। ਦਿਸ ਇਜ਼ ਮੋਰ ਸੀਰੀਅਸ। ਮੈਨੂੰ ਇਹ ਬਹੁਤੀ ਗੱਲ ਮੈਂ ਬੇਟੇ 'ਚ ਨਹੀਂ ਦਿੰਦਾ ਕਿ ਸ਼ਿਕਾਇਤ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੀਤੀ ਹੈ। ਇਹ ਠੀਕ ਹੈ ਕਿ ਖਹਿਰਾ ਸਾਹਿਬ ਫਿਕਸ ਤੇ ਗੱਲ ਕਰਦੇ, ਇਹਨਾਂ ਕੋਲ ਫਾਈਲਾਂ ਵੀ ਆ ਜਾਂਦੀਆਂ ਤੇ ਕਿਸੇ ਵੇਲੇ ਲੀਡਰ ਆਫ ਦੀ ਆਪੋਜੀਸ਼ਨ ਵੀ ਰਹੇ। ਕਾਂਗਰਸ ਦੇ ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਸੀ ਉਦੋਂ ਉਹਨਾਂ ਦੇ ਚੀਫ ਸਪੋਕਸਮੈਨ ਵੀ ਰਹੇ। ਚੰਗਾ ਤਜਰਬਾ ਇਹਨਾਂ ਦਾ ਹਰ ਗੱਲ ਤੇ। ਲੇਕਿਨ ਇਹਨਾਂ ਦੀ ਇਹ ਵੀ ਅਰਜ਼ ਸੀ ਕਿ ਸਵੇਰੇ ਰੋਜ਼ ਇੱਕ ਪ੍ਰੈਸ ਨੋਟ ਇਸ਼ੂ ਕਰ ਦਿੰਦੇ ਸੀ ਅਕਸਰ, ਇਹ ਪ੍ਰੈਸ ਕਾਨਫਰੰਸ ਕਰਕੇ ਆਪਣੇ ਫਾਈਲਾਂ ਨਾਲ ਲੈ ਕੇ ਉਹਦੇ ਫੈਕਟਸ ਐਂਡ ਫਿਗਰਸ ਨਾਲ ਗੱਲ ਕਰਦੇ ਹੁੰਦੇ ਸੀ। ਲੇਕਿਨ ਮੈਨੂੰ ਯਾਦ ਨਹੀਂ ਕਿ ਕੋਈ ਵੀ ਜਿਹੜਾ ਇਹਨਾਂ ਨੇ ਮੁੱਦਾ ਉਠਾਇਆ ਹੋਵੇ ਉਹ ਕਿਸੇ ਸਿਰੇ ਲੱਗਿਆ ਹੋਵੇ। ਇੱਕ ਬੇਨਤੀ ਲੈ ਲਓ, ਰਾਣਾ ਗੁਰਜੀਤ ਨੂੰ ਗੱਲ ਚੁੱਭ ਜਾਣੀ ਹੈ, ਉਹਨੂੰ ਛੱਡਣਾ ਪਿਆ ਸੀ ਮੇਰੇ ਖਿਆਲ, ਉਹ ਆਪਣਾ ਅਹੁਦਾ ਮੰਤਰੀ ਵਾਲਾ ਬੜਾ ਔਖਾ ਪਿਆ ਸੀ ਉਹਨੂੰ, ਯਾਦ ਜੇ ਨਾ? ਇੱਕ ਕਿਸੇ ਚੰਗੀ ਗੱਲ ਹੈ, ਤੁਸੀਂ ਯਾਦ ਕਰਾਤਾ ਮੈਨੂੰ। ਹਾਂ ਠੀਕ ਹੈ, ਹਾਂਜੀ। ਤੇ ਇਹਨਾਂ ਨੇ ਲਾਈਵ ਕਰਦੇ ਰਹੇ ਸੁਖਵੀਰ ਦਾ ਜਿਹੜਾ ਲੰਗਰੇ ਰਿਜ਼ੋਰਟ ਹੈ ਉਹਦੀ ਵੀ ਜੀ, ਤੇ ਜਦੋਂ ਅਸੈਂਬਲੀ 'ਚ ਆ ਗਏ ਇਸ਼ੂ ਤੇ ਕਦੇ ਟੇਕ ਅਪ ਨਹੀਂ ਕੀਤਾ ਜੀ। ਸੋ ਇੱਕ ਇਹ ਵੀ ਐਸਪੈਕਟ ਹੈ। ਠੀਕ ਹੈ, ਤੁਹਾਡਾ ਤੁਸੀਂ ਜਿਹੜਾ ਯਾਦ ਕਰਾਇਆ ਰਾਣਾ ਗੁਰਜੀਤ ਵਾਲਾ, ਉਹ ਸਭ ਤੋਂ ਪਹਿਲਾਂ ਵਿਕਟਿਮ ਸੀ, ਇੱਕੋ ਬਹੁਤ ਵੱਡਾ ਵਿਕਟਿਮ ਹੈ, ਇਹਨਾਂ ਦੀ ਅਚੀਵਮੈਂਟ ਹੈ, ਮੈਂ ਉਹਦੀ ਦਾਦ ਦਿੰਦਾ ਇਸ ਗੱਲ
ਜੀ ਹਾਂਜੀ, ਲੇਕਿਨ ਬਾਈ ਐਂਡ ਲਾਰਜ ਮੈਂ ਜਨਰਲ ਗੱਲ ਕਰ ਰਿਹਾ, ਮੈਂ ਜੀ ਇਹਨਾਂ ਦਾ ਪੂਰਾ ਲੇਖਾ ਜੋਖਾ ਨਹੀਂ ਰੱਖਿਆ, ਮੈਂ ਜਨਰਲ ਜਿੰਨਾ ਦੇਖਿਆ ਮੈਂ ਉਹਦੀ ਗੱਲ ਕਰ ਰਿਹਾ। ਸੋ ਇਸ਼ੂ ਇਹ ਹੈ ਕਿ ਇੱਕ ਵਿਕਟਿਮ ਜਿਹੜਾ ਜੋ ਨਾਬਾਲਗ ਸੀ ਉਦੋਂ, ਉਹ ਕਹਿੰਦਾ ਕਿ ਮੇਰੇ ਨਾਲ ਆ ਕੁਛ ਹੋਇਆ, ਤੇ ਉਹਨੇ ਰਿਟਨ ਸ਼ਿਕਾਇਤ ਕੀਤੀ ਆ। ਹੁਣ ਸਰਕਾਰ ਇਹਦੇ ਤੇ ਕੀ ਕਰ ਰਹੀ ਹੈ? ਹੁਣ ਗੱਲ ਹਰ ਲੈਵਲ ਤੇ ਅੱਗੇ ਜਾਏਗੀ, ਸਿਰਫ ਇੱਕ ਫੋਰਮ ਤੇ ਨਹੀਂ। ਜਿਹੜੀ ਗੱਲ ਇਹ ਹੈ ਕਿ ਇਹ ਉਹੀ ਬੱਚਾ ਹੈ, ਮੁੰਡਾ ਹੈ ਜਿਹੜਾ ਵੀਡੀਓ ਦੇ ਵਿੱਚ ਹੈ, ਇਹ ਤਾਂ ਜਦੋਂ ਪ੍ਰੋਬ ਹੋਏਗੀ ਉਹਦੇ ਦੀ ਗੱਲ ਸਾਹਮਣੇ ਆ ਜਾਏਗੀ। ਉਹਦੇ 'ਚ ਇਹ ਮੈਟਰ ਨਹੀਂ ਕਰਦਾ ਵੀ ਇਹ ਖਹਿਰਾ ਕਹਿ ਰਿਹਾ ਜਾਂ ਕੌਣ ਕਹਿ ਰਿਹਾ, ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲੇਕਿਨ ਮੇਰੇ ਵਾਸਤੇ ਇੰਪੋਰਟੈਂਟ ਇਹ ਹੈ ਕਿ ਸ਼ਿਕਾਇਤ ਹੋਈ ਹੈ ਤੇ ਸਰਕਾਰ ਇਹਨੂੰ ਹੁਣ ਇਸ਼ੂ ਨੂੰ ਕਿਵੇਂ ਲੈਂਦੀ ਹੈ। ਬਹੁਤ ਕ੍ਰਿਟੀਕਲ ਟਾਈਮ ਹੈ ਸਰਕਾਰ ਵਾਸਤੇ। ਬਿਲਕੁਲ ਠੀਕ ਹਾਂਜੀ, ਇਸ਼ੂ ਉਹ ਇੰਪੋਰਟੈਂਟ ਹੈ ਕਿ ਜਦੋਂ ਬਾਈ ਇਲੈਕਸ਼ਨ ਸਾਹਮਣੇ ਹੈ, ਸਰਕਾਰ ਇਸ ਤਰ੍ਹਾਂ ਚੁੱਪ ਰਹਿ ਸਕਦੀ ਹੈ? ਇਹ ਤਾਂ ਨਹੀਂ ਹੋ ਸਕਦਾ ਕਿ ਐਡਾ ਵੱਡਾ ਕੇਸ ਹੋਵੇ ਤੇ ਸਰਕਾਰ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਡੈਮੇਜ ਨਾ ਹੋਵੇ। ਇਸ਼ੂ ਬੇਸਿਕਲੀ ਇਹ ਹੈ, ਇਹਦੀ ਟਾਈਮਿੰਗ ਇੰਪੋਰਟੈਂਟ ਹੈ। ਜਿਸ ਟਾਈਮ ਤੇ ਇਹ ਵੀਡੀਓ ਆਈ ਹੈ ਤੇ ਸਰਕਾਰ ਦੀ ਚੁੱਪੀ, ਇਹ ਆਪਣੇ ਆਪ ਦੇ ਵਿੱਚ ਸੈਲਫ ਡਿਫੀਟਿੰਗ ਹੈ ਮੇਰੇ ਖਿਆਲ ਦੇ ਵਿੱਚ। ਜੀ, ਪਰ ਇੱਕ ਸਵਾਲ ਜਿਹੜਾ ਮੈਂ ਤੁਹਾਡੇ ਕੋਲ ਕੀਤਾ ਸੀ ਉਹਦੇ ਉੱਤੇ ਜ਼ਰੂਰ ਟਿੱਪਣੀ ਦੇ ਦਿਓ ਕਿ ਕੀ ਕੋਈ ਸਰਕਾਰ ਮੁੱਦਾ ਉਠਾਉਣ ਵਾਲੇ ਨੂੰ ਜੇਕਰ ਗ੍ਰਿਫਤਾਰ ਕਰੇ, ਹਾਲਾਂਕਿ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਇਸ ਸ਼ੱਕ ਸ਼ੁਬੇ ਨੂੰ ਕੋਈ ਤਵੱਜੋ ਨਹੀਂ ਦਿੰਦੇ ਕਿ ਉਹਨਾਂ ਨੂੰ ਕਿੰਨੇ ਫੋਨ ਕੀਤਾ ਕਿੰਨੇ ਨਹੀਂ, ਕੀ ਉਹ ਇੱਕ ਤਰ੍ਹਾਂ ਨਾਲ ਇਹ ਹਵਾ ਬਣਾ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਕਰ ਸਕਦੇ ਆ ਕਿਉਂਕਿ ਮੈਂ ਇਹਨਾਂ ਲਈ ਮੁਸ਼ਕਲ ਬਣ ਗਿਆ, ਉਹ ਆਪਣੇ ਅੰਦਰ ਦਾ ਡਰ ਬਾਹਰ ਕੱਢ ਰਹੇ ਆ, ਜਾਂ ਸੱਚਮੁੱਚ ਸਰਕਾਰ ਗ੍ਰਿਫਤਾਰ ਕਰ ਵੀ ਸਕਦੀ ਹੁੰਦੀ ਆ? ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇਹ ਬਹੁਤ ਔਖਾ ਹੋਊਗਾ ਕਹਿਣਾ। ਨਹੀਂ, ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਗ੍ਰਿਫਤਾਰ ਇਸ ਗੱਲ ਤੇ ਤਾਂ ਕੀਤਾ ਨਹੀਂ ਜਾ ਸਕਦਾ ਕਿ ਇਹਨਾਂ ਨੇ ਕੋਈ ਵੀਡੀਓ ਪਬਲਿਕ ਕੀਤੀ। ਪਬਲਿਕ ਕੀਤੀ ਨਹੀਂ, ਗਵਰਨਰ ਨੂੰ ਦਿੱਤੀ ਉਹ ਤਾਂ। ਜੇ ਗ੍ਰਿਫਤਾਰੀ ਹੋਣੀ ਹੈ, ਜੇ ਕੋਈ ਹੋਰ ਕੇਸ ਇਹਨਾਂ ਦੇ ਖਿਲਾਫ ਹੈ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਕੇਸ ਤਾਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਫਾਜ਼ਿਲਕਾ ਦੇ ਵਿੱਚ ਹੋਰ ਹੋਏ ਸੀ, ਜਿਹੜੇ ਸੁਪਰੀਮ ਕੋਰਟ ਚ ਅਲਟੀਮੇਟਲੀ ਇਹਨਾਂ ਨੂੰ ਰਿਲੀਫ ਮਿਲਿਆ ਸੀ ਜਾ ਕੇ। ਹਾਂਜੀ, ਉਹ ਵੱਖਰੇ ਇਸ਼ੂ ਹੈਗੇ ਆ। ਗ੍ਰਿਫਤਾਰੀ ਹੋਣੀ ਨਾ ਹੋਣੀ, ਇਸ ਕੇ ਘੱਟੋ ਘੱਟ ਜਿਹੜੀ ਸ਼ਿਕਾਇਤ ਕੀਤੀ ਹੈ ਮੇਰੇ ਖਿਆਲ ਚ ਇਹਦੇ ਵਿੱਚ ਤਾਂ ਹੋ ਨਹੀਂ ਸਕਦੀ। ਕੋਈ ਹੋਰ ਕੇਸ ਹੋਵੇ ਤੇ ਉਹਦਾ ਮੈਨੂੰ ਇਹਨਾਂ ਦੇ ਬਾਰੇ ਪਤਾ ਨਹੀਂ। ਸਰਦਾਰ ਹਮੀਰ ਸਿੰਘ ਜੀ, ਵੈਸੇ ਤਾਂ ਮੈਨੂੰ ਇਹ ਡਰ ਵੀ ਹੈ, ਬੜਾ ਅਜੀਬੋ ਗਰੀਬ ਲੱਗਿਆ। ਉਹ ਕਹਿੰਦੇ ਜੀ ਮੈਂ ਵੈਸੇ ਡਰਦਾ ਨਹੀਂ ਥੋੜੀ ਕੀਤਿਆਂ, ਮੈਂ ਨਹੀਂ ਡਰਦਾ, ਅੱਗੇ ਬਥੇਰੇ ਵੇਖੇ ਆ, ਪਰ ਪੰਜਾਬ ਦੇ ਲੋਕ ਇਸ ਮਾਮਲੇ 'ਚ ਮੇਰੇ ਨਾਲ ਹੋਣਗੇ। ਇੱਕ ਜਗ੍ਹਾ ਉਹ ਵੀ ਕਹਿੰਦੇ ਆ ਵੀ ਘੱਟੋ ਘੱਟ ਮੇਰੀ ਪਾਰਟੀ ਤੇ ਮੇਰੇ ਮਗਰ ਖਲੋਏਗੀ, ਮੈਂ ਉਮੀਦ ਤੇ ਕਰਦਾ ਹੀ ਆ। ਇਹ ਕਿਉਂ ਮਨ ਦੇ ਅੰਦਰ ਸ਼ੱਕ ਜਾਗ ਪਿਆ ਵੀ ਪਤਾ ਨਹੀਂ ਖਰੇ ਮਗਰ ਕਿਸੇ ਨੇ ਆਉਣਾ ਕਿ ਨਹੀਂ? ਹਾਲਾਂਕਿ ਅਜੇ ਤਾਂ ਦੂਰ ਤੱਕ ਕਿਤੇ ਪਰਚਾ ਵੀ ਮੈਨੂੰ ਨਹੀਂ ਦਿਸਦਾ। ਦੂਜੀ ਗੱਲ, ਇੱਕ ਹੋਰ ਸਵਾਲ ਕਿ ਸੰਦੀਪ ਪਾਠਕ ਵਾਲੀ ਉਹ ਆਡੀਓ ਵੀ ਸੁਖਪਾਲ ਸਿੰਘ ਖਹਿਰਾ ਆਪਣੇ ਟਵਿੱਟਰ ਹੈਂਡਲ ਤੇ ਇਸ਼ੂ ਕਰ ਦਿੰਦੇ ਆ, ਜਾਰੀ ਕਰ ਦਿੰਦੇ ਆ, ਰਿਲੀਜ਼ ਕਰ ਦਿੰਦੇ ਆ। ਉਹਨੂੰ ਕਿੱਦਾਂ ਲਈਏ? ਖਹਿਰਾ ਨੇ ਹਮਲਾ ਉੱਥੇ ਵੀ ਤਗੜਾ ਬੋਲਿਆ ਵਾ, ਆਮ ਆਦਮੀ ਪਾਰਟੀ ਸੱਤਾ 'ਚ ਆਈ ਤੇ। ਸੋ ਇਹ ਸਵਾਲ ਤਾਂ ਹੀ ਵੱਡੇ ਖੜੇ ਹੋਏ, ਮੈਨੂੰ ਲੱਗਦਾ ਕਿ ਡਰ ਜਿਹਾ ਅੰਦਰ ਆਉਣ ਲੱਗ ਪਿਆ ਇੰਨਾ ਕੁ ਕਰਕੇ। ਅਸਲ 'ਚ ਜਿਹੜੀ ਸੰਦੀਪ ਪਾਠਕ ਵਾਲੀ ਹੈ ਉਹ ਕੋਈ ਮੋਰੈਲਿਟੀ ਦਾ ਕੁਐਸਚਨ ਨਹੀਂ ਹੈ, ਉਹ ਪੋਲੀਟੀਕਲ ਕੁਐਸਚਨ ਹੈ ਬੇਸਿਕਲੀ, ਨਰੋਲ ਸਿਆਸੀ ਸਵਾਲ ਹੈ। ਜਿਹੜਾ ਇਲਜ਼ਾਮ ਪੰਜਾਬ 'ਚ ਭਗਵੰਤ ਮਾਨ ਸਰਕਾਰ ਤੇ ਸ਼ੁਰੂ ਤੋਂ ਲੱਗਦਾ ਹੈ ਕਿ ਦਿੱਲੀ ਚਲਾ ਰਹੀ ਹੈ ਪਾਰਟੀ ਨੂੰ ਤੇ ਸਰਕਾਰ ਨੂੰ, ਦਿੱਲੀ ਦੀ ਟੀਮ ਮਤਲਬ ਕੇਜਰੀਵਾਲ ਦੀ ਟੀਮ, ਪੰਜਾਬ ਦੇ ਲੋਕ ਬੰਦਿਆਂ ਕੋਲ ਨਹੀਂ ਹੈ ਫੈਸਲਾ ਕਰਨ ਦਾ ਅਧਿਕਾਰ, ਇਹ ਉਹਨੂੰ ਸਾਬਤ ਕਰਦੀ ਹੈ ਇੱਕ ਤਰ੍ਹਾਂ। ਹਾਲਾਂਕਿ ਚੋਣਾਂ ਦੇ ਵਿੱਚ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ, ਚਾਹੇ ਉਹ ਬੀਜੇਪੀ ਹੈ, ਬੀਜੇਪੀ ਦੇ ਇੱਥੇ 4 ਯੂਨੀਅਨ ਮਿਨਿਸਟਰ ਲਗਾਤਾਰ ਬਾਈ ਇਲੈਕਸ਼ਨ 'ਚ ਵੀ ਫਿਰ ਰਹੇ ਨੇ, ਔਰ ਇਸੇ ਤਰ੍ਹਾਂ ਕਾਂਗਰਸ ਦੇ ਵੀ ਲਗਾਤਾਰ ਆਉਂਦੇ ਰਹੇ ਨੇ ਹਮੇਸ਼ਾ ਹੀ। ਸੈਕਟਰੀ ਇੰਚਾਰਜ ਜਿਹੜਾ ਜਨਰਲ ਸੈਕਟਰੀ ਹੁੰਦਾ ਉਹ ਲਗਾਤਾਰ ਆਉਂਦਾ ਰਿਹਾ। ਪਰ ਆਬਜੈਕਸ਼ਨੇਬਲ ਗੱਲ ਕੀ ਹੈ? ਸਭ ਤੋਂ ਆਬਜੈਕਸ਼ਨੇਬਲ ਗੱਲ ਹੈ ਜਿਹੜੀ ਮੀਟਿੰਗ ਦੇ ਵਿੱਚ, ਜੇ ਇਹ ਗੱਲ ਬਿਲਕੁਲ ਅਜੇ ਟੈਸਟ ਹੋਣੀ ਹੋਊਗੀ ਕਿ ਉਹ ਨਾਮ ਤਾਂ ਉਹੀ ਲੈ ਰਹੇ ਨੇ ਬੰਦੇ, ਨਾਮਾਂ ਦੇ ਤੌਰ ਤੇ ਉਹ ਟੈਸਟ ਹੋ ਰਹੀ ਹੈ ਕਿ ਸੰਦੀਪ ਪਾਠਕ ਮੀਟਿੰਗ ਲੈ ਰਹੇ ਨੇ, ਔਰ ਇਹ ਕਿਹਾ ਵੀ ਜਾ ਰਿਹਾ, ਔਰ ਉਹਨਾਂ ਦਾ ਨਾਮ ਹਰਪਾਲ ਚੀਮੇ ਦਾ ਵੀ ਲੈ ਰਿਹਾ ਸੰਦੀਪ ਪਾਠਕ। ਬਾਕੀ ਐ ਲੱਗਦਾ ਜਿਵੇਂ ਕਲਾਸ ਹੁੰਦੀ ਆ, ਅਧਿਆਪਕ ਕਲਾਸ ਲੈ ਰਿਹਾ ਹੁੰਦਾ, ਬਾਕੀ ਐਮਐਲਏ ਸਾਹਿਬਾਨ ਤੇ ਹੋਰ ਉਹ ਕਲਾਸ 'ਚ ਬੈਠੇ ਹੁੰਦੇ ਨੇ, ਜਿਹਦਾ ਨਾਂ ਲੈਂਦਾ ਹਾਜ਼ਰ ਜੀ ਕਹਿਣਾ ਹੁੰਦਾ, ਮਤਲਬ ਹੱਥ ਉਠਾ ਕੇ ਕੇਵਲ, ਬਾਕੀ ਦਾ ਹਾਲ ਹੋ ਜਾਏ। ਇਹ ਟੋਨ ਇੱਕ ਡਿਕਟੇਸ਼ਨ ਦੀ ਹੈ, ਇਹ ਟੋਨ ਇੱਕ ਪੋਲੀਟੀਕਲ ਸਰਗਰਮੀ ਨੂੰ ਵਿਉਂਤ ਕੇ ਮਤਲਬ ਉਹਦੀਆਂ ਡਿਊਟੀਆਂ ਵੰਡਣ ਦੀ ਨਹੀਂ ਹੈ। ये ट्यून इस लेवल दी है कि आपको मैंने 10-10 गांव दिए हैं या नहीं, कितने गांव दिए आपको मैंने,
हाँ ਕੱਲਾ कितने ਕਹਿੰਦਾ 10 ਦਿੱਤੇ ਨੇ ਜੀ, कितने है ना? आदमी थे कालिया। हाँ हाँ, जी। कितने गांव दिए है, वो कहता जी 10 ਦਿੱਤੇ ਨੇ जी। हम्म मेरे सामने एक ही चीज है, वो है जीत। हम्म मेरे सामने मतलब पाठक सामने, पाठक कौन है पंजाब ਦਾ ਜਿਹਦੇ ਸਾਹਮਣੇ ਮਤਲਬ ਇੱਕੋ ਚੀਜ਼ ਹੈ ਨਾ, ਉਹ ਤਾਂ ਸਾਰਿਆਂ ਸਾਹਮਣੇ ਹੀ ਹੈ। ਨਹੀਂ ਤਾਂ ਬੰਦਾ, ਇਹ ਟਰਮੀਨੋਲੋਜੀ ਦੇ ਆਪਣੇ ਮਾਨੇ ਹੁੰਦੇ ਨੇ ਕਿ ਸਾਡੇ ਸਾਹਮਣੇ ਇੱਕੋ ਚੀਜ਼ ਹੈ, ਅਸੀਂ ਐ ਜੇ ਪਾਰਟੀ ਇੱਕੋ ਚੀਜ਼ ਹੈ, ਉਹ ਹੋਰ ਤਰ੍ਹਾਂ ਦੀ ਗੱਲ ਕਰਦੇ ਨੇ। ਫਿਰ ਉਹ ਕਹਿੰਦਾ ਮੈਂ 3 ਦਿਨ ਜਾਣਾ, 2 ਦਿਨ ਦਿੱਲੀ, 1 ਦਿਨ ਹੋਰ ਬਹੁਤ ਜ਼ਰੂਰੀ ਕੰਮ, ਫਿਰ ਮੈਂ ਤੁਹਾਡੇ ਕੱਲੇ ਕੱਲੇ ਨਾਲ ਫਿਰ ਗੱਲ ਕਰੂੰਗਾ, ਬੈਠ ਕੇ ਤੁਹਾਡੇ ਵਿੱਚ ਰਹੂੰਗਾ ਉਦੋਂ ਬਾਅਦ ਆ ਕੇ, ਹਜੇ ਤੁਸੀਂ ਤੁਹਾਨੂੰ ਡਿਊਟੀਆਂ ਅਲਾਟ ਕਰਤੀਆਂ ਨੇ। ਫਿਰ ਉਹ ਹਰਪਾਲ ਚੀਮੇ ਨੂੰ, ਜਿਹੜਾ 2nd ਨੰਬਰ ਦਾ ਮਿਨਿਸਟਰ ਮੰਨਿਆ ਜਾਂਦਾ ਹੈ, ਜਿਹਦੇ ਕੋਲ ਫਾਈਨਾਂਸ ਡਿਪਾਰਟਮੈਂਟ ਹੈ, ਲੀਡਰ ਆਫ ਆਪੋਜੀਸ਼ਨ ਰਿਹਾ ਇਦੋਂ ਪਹਿਲਾਂ, ਉਹਨੂੰ ਇਹ ਕਹਿੰਦਾ ਹਰਪਾਲ ਚੀਮਾ ਜੀ ਤੁਸੀਂ ਇੰਚਾਰਜ ਹੋ ਇਸ ਬਾਈ ਇਲੈਕਸ਼ਨ ਦੇ, ਤੁਹਾਡੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ ਜੇਕਰ ਤੁਹਾਡੇ ਬੰਦੇ ਹਾਰਦੇ ਨੇ, ਜੇਕਰ ਇਹ ਨਹੀਂ ਜਾਂਦੇ। ਔਰ ਉਹ ਢਿੱਲੇ ਜਿਹੇ ਸ਼ਬਦਾਂ 'ਚ ਕੁਝ ਕਹਿ ਰਿਹਾ ਹੈ, ਪੂਰਾ ਸੁਣਾਈ ਨਹੀਂ ਦੇ ਰਿਹਾ ਕੀ ਕਹਿ ਰਿਹਾ, ਜੈਸਮੈਨ ਦੀ ਤਰ੍ਹਾਂ ਉਸੇ ਤਰੀਕੇ ਦੇ ਨਾਲ। ਔਰ ਮੈਨੂੰ ਨਹੀਂ ਲੱਗਦਾ ਕਿਸੇ ਪਾਰਟੀ ਦਾ ਸੈਕਟਰੀ ਸੁਕਟਰੀ ਆ ਕੇ, ਚਾਹੇ ਕਾਂਗਰਸ ਦਾ ਹੁੰਦੇ ਸੀ, ਜੇ ਬਰਾਬਰ ਦਾ ਬੰਦਾ ਕੈਪਟਨ ਅਮਰਿੰਦਰ ਸਿੰਘ ਬੈਠਾ ਹੁੰਦਾ ਜਾਂ ਕੋਈ ਹੋਰ ਕੋਈ ਬੈਠਾ ਹੁੰਦਾ। ਵੈਸੇ ਤਾਂ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸੈਕਟਰੀ ਨੂੰ ਭਾਏ ਨਹੀਂ ਕਦੇ ਦਿੱਤਾ, ਸੈਕਟਰੀ ਸਪਾਰਸ਼ ਲੱਭਦੇ ਸੀ ਕਈ ਵਾਰ ਕਿ ਜੀ ਮਲਾਬ ਨੂੰ ਤਾਂ ਦਿਓ, ਜਿਹੜਾ ਇਹੋ ਜਿਹਾ ਕੁਝ ਚੱਲਦਾ ਵੀ ਹੁੰਦਾ। ਸੈਕਟਰੀ ਪੈਸੇ ਪੂਸੇ ਲੈ ਜਾਂਦੇ ਰਹੇ ਵੱਖ-ਵੱਖ ਪਾਰਟੀਆਂ 'ਚ, ਆਪਦਾ ਸਿਸਟਮ ਚਲਾਉਂਦੇ ਰਹੇ ਜਾਂ ਉੱਥੇ ਜਾ ਕੇ ਰਿਪੋਰਟ ਕਰਦੇ ਰਹੇ। ਪਰ ਇੰਨੀ ਡਿਕਟੇਸ਼ਨ ਜਿਹੜੀ ਹੈ, ਇਹ ਫਸਟ ਟਾਈਮ ਆਏ ਹੈ, ਉਹੀ ਡਿਕਟੇਸ਼ਨ ਇਹ ਨਜ਼ਰ ਆ ਰਹੀ ਹੈ ਕਿ ਜਿਹੜੀ ਪਾਰਟੀ 'ਚ ਵਰਕਰ ਨਹੀਂ ਹੈ, ਲੀਡਰ ਨਹੀਂ ਹੈ, ਕੇਵਲ ਵਲੰਟੀਅਰ ਨੇ। ਲੀਡਰ ਦੇ ਤੌਰ ਤੇ ਕੇਵਲ ਇੱਕ ਬੰਦਾ ਹੈ, ਅਰਵਿੰਦ ਕੇਜਰੀਵਾਲ, ਜਿਹਨੂੰ ਉਹ ਉੱਪਰੋਂ ਭੇਜ ਦਿੰਦਾ, ਉਹ ਡਿਕਟੇਟਰ ਦੀ ਤਰ੍ਹਾਂ ਆਉਂਦਾ, ਉਹ ਕੇਜਰੀਵਾਲ ਦਾ ਨੁਮਾਇੰਦਾ ਹੋ ਕੇ ਆਉਂਦਾ, ਬਾਕੀ ਸਾਰੇ ਵਲੰਟੀਅਰ ਦੇ ਰੂਪ ਦੇ ਵਿੱਚ ਆਉਂਦੇ ਨੇ। ਇਹ ਆਬਜੈਕਸ਼ਨੇਬਲ ਹੈ। ਇਹ ਬਾਰ-ਬਾਰ ਪੰਜਾਬ ਦੇ ਲੋਕ ਇੱਥੇ ਇਤਰਾਜ਼ ਕਰਦੇ ਨੇ ਇਸ ਐਟੀਟਿਊਡ ਦੇ ਉੱਤੇ, ਇਸ ਵਿਵਹਾਰ ਦੇ ਉੱਤੇ। ਔਰ ਜਿਵੇਂ ਸਰਕਾਰਾਂ ਦੇ ਵਿੱਚ ਕਦੇ ਰੰਗ ਵਿਚੰਡਾ ਅਫਸਰਾਂ ਨੂੰ ਸੱਦ ਕੇ ਡਿਕਟੇਸ਼ਨ ਦੇਣ ਦੀ ਗੱਲ ਸੀ, ਕਦੇ ਚੇਅਰਮੈਨ ਬਣਨ ਦਾ ਚਲੋ ਸੁਪਨਾ ਨਹੀਂ ਪੂਰਾ ਹੋਇਆ, ਬਾਕੀ ਦੇ ਲੋਕ ਮੀਡੀਆ ਤੇ ਲਾਏ ਹੋਏ ਨੇ, ਕੱਲੇ ਕੱਲੇ ਟੀਵੀ ਚੈਨਲ, ਅਖਬਾਰ ਤੇ, ਔਰ ਟੋਟਲ ਮੀਡੀਆ ਦਾ ਕੰਟਰੋਲ ਉਹਨੂੰ ਦਿੱਤਾ ਹੋਇਆ। ਇਹ ਕਾਫੀ ਹੱਦ ਤੱਕ ਲਗਾਤਾਰ ਕੰਟੀਨਿਊ ਪ੍ਰੋਸੈਸ ਹੈ, ਇੱਕ ਨਜ਼ਰ ਆਉਂਦਾ ਜਿਹੜਾ ਵੀ ਮਰਜੀ। ਉਹ ਕਿੱਡਾ ਕੁ ਸੰਦੀਪ ਪਾਠਕ ਉਮਰ ਦੇ ਵੀ ਲਿਹਾਜ਼ ਹੁੰਦੇ ਨੇ, ਕਿੱਡਾ ਕੁ ਜਵਾਕਾਂ ਦੇ ਤੌਰ ਤੇ ਦੇਖਿਆ ਜਾਣ ਵਾਲਾ ਜੇ ਬੰਦਾ। ਤੁਸੀਂ ਨਾ, ਸਾਡੇ ਕਲਚਰ ਹੈ ਪੰਜਾਬ 'ਚ, ਚਾਹੇ ਪਾਰਟੀਆਂ ਦੇ ਪ੍ਰਧਾਨ ਵੀ ਹੋਣ, ਉਹਦੇ ਜਿਹੜੇ ਬਾਪ ਦੇ ਉਮਰ ਦੇ ਬੰਦੇ ਹੁੰਦੇ ਨੇ, ਉਹਦੇ ਗੋਡੀ ਹੱਥ ਜ਼ਰੂਰ ਲਾਉਂਦਾ, ਚਾਹੇ ਉਹ ਵਰਕਰ ਵੀ ਹੋਣ ਸਧਾਰਨ। ਸਾਡੇ ਇਹ ਰਿਵਾਜ ਹੈ, ਉਹ ਐ ਨਹੀਂ ਤੂੰ ਤੜਕ ਕਰਕੇ ਗੱਲ ਕਰ ਸਕਦਾ ਕਿਸੇ ਵੀ ਬੰਦੇ ਨਾਲ। ਤੇ ਉਹ ਪੰਜਾਬ ਦੇ ਕਲਚਰ ਤੋਂ ਵੀ ਇਹਦਾ ਮਤਲਬ ਵਿਹੂਣਾ ਇੱਕ ਮਾਈਂਡਸੈਟ ਹੁੰਦਾ ਜਿਹਦੇ 'ਚ ਤੁਸੀਂ ਉਸ ਲੈਵਲ ਦੀ ਗੱਲ ਕਰਦੇ ਹੋ। ਇਹ ਕਿਤੇ ਨਾ ਕਿਤੇ ਨੁਕਸਾਨ ਕਰ ਦਿੰਦੀ ਹੈ ਚੀਜ਼। ਤੁਸੀਂ ਫੌਜੀ ਨੂੰ ਵੀ ਐ ਕਹੋ ਨਾ ਤੈਨੂੰ ਟੰਗ ਦੂੰਗਾ ਜੇ ਤੂੰ ਨਾ ਲੜਿਆ, ਇਹ ਨਹੀਂ ਹੁੰਦਾ, ਉਹਨੂੰ ਮੋਟੀਵੇਟ ਕਰਨਾ ਪੈਂਦਾ। ਜਿਹੜੀ ਜਨਰਲ ਹਰਬਖਸ਼ ਸਿੰਘ ਦੀ ਸਪੀਚ ਦੇਖੋ, ਜਿਹੜੀ 65 ਦੀ ਲੜਾਈ ਤੋਂ ਇਦੋਂ ਪਹਿਲਾਂ ਸੀ, ਤੇ ਉਹ ਕਹਿੰਦੇ ਨੇ ਮੈਂ ਜਾਊਂਗਾ ਸਭ ਤੋਂ ਪਹਿਲਾਂ, ਸਾਡੀ ਅੰਮ੍ਰਿਤਸਰ ਦਾ ਕੁਐਸਚਨ ਹੈ, ਇਹ ਸਾਡੀ ਧਾਰਮਿਕ ਭੂਮੀ ਦਾ ਸਵਾਲ ਹੈ, ਅਸੀਂ ਇਸ ਕਰਕੇ ਇਹਨੂੰ ਐ ਕਰਨਾ। ਤੁਹਾਡੇ ਕੋਲ ਸ਼ਬਦਾਵਲੀ ਹੁੰਦੀ ਹੈ ਜਿਹਦੇ ਨਾਲ ਲੋਕਾਂ ਦੇ ਮਾਈਂਡ ਜੁੜਦੇ ਨੇ ਆਪਸ ਦੇ ਵਿੱਚ। ਤੁਸੀਂ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਪਾਰਟੀਆਂ ਹੱਕਣਾ ਚਾਹੁੰਦੇ ਹੋ ਡੰਡੇ ਨਾਲ, ਇਹ ਥੋੜਾ ਜਿਹਾ ਮੈਨੂੰ ਲੱਗਦਾ ਕਾਫੀ ਹੱਦ ਤੱਕ ਇਤਰਾਜ਼ਯੋਗ ਸਵਾਲ ਨੇ। ਸਰਦਾਰ ਜਗਤਾਰ ਸਿੰਘ ਜੀ, ਪੰਜਾਬ ਨੂੰ ਪਰਿਭਾਸ਼ਿਤ ਕਰਨ ਲੱਗਿਆਂ ਜਿਹੜੀ ਟੈ ਨਾ ਮੰਨਣ ਦੀ ਗੱਲ ਹੁੰਦੀ ਆ, ਲੇਕਿਨ ਸੱਤਾ ਦੇ ਮੂਹਰੇ ਗੋਡੇ ਟੇਕ ਦੇਣ ਦੀ ਗੱਲ, ਇਹ ਦੋ ਚੀਜ਼ਾਂ ਸਮਾਨਾਂਤਰ ਚੱਲ ਰਹੀਆਂ ਨੇ। ਚਲੋ ਇਹ ਕਿਸੇ ਪਾਰਟੀ ਦਾ ਆਪਣਾ ਸਿਸਟਮ ਹੈ, ਕਿਵੇਂ ਵਰਕ ਕਰਦਾ ਹੈ, ਪਰ ਪੰਜਾਬ ਦਾ ਕਲਚਰ ਐਵੇਂ ਵਰਕ ਨਹੀਂ ਕਰਦਾ। ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਜੇ ਕੁਝ ਵੀ ਗੈਰ ਅਖਲਾਕੀ ਨਹੀਂ ਹੈ, ਕੁਝ ਵੀ ਅਨੈਤਿਕ ਨਹੀਂ ਹੈ, ਕੁਝ ਵੀ ਆਪੱਤੀਜਨਕ ਨਹੀਂ ਹੈ, ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਪੱਤੀਜਨਕ ਆਡੀਓ, ਕੁਝ ਵੀਡੀਓ, ਤੇ ਫਿਰ ਵੀ ਇਹਦੇ ਉੱਤੇ ਬਹਿਸ ਕਿਉਂ? ਮੈਨੂੰ ਇਹ ਗੱਲ ਦੱਸੋ ਵੀ ਗੋਡੇ ਕਦੋਂ ਨਹੀਂ ਟਿਕੇ ਪੰਜਾਬ ਦੇ? ਮੈਂ ਉੱਥੇ ਆਉਣਾ ਬਾਅਦ ਦੇ ਵਿੱਚ ਜੀ। ਪਹਿਲੀ ਗੱਲ, ਸੰਦੀਪ ਪਾਠਕ ਪਿਛਲੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਪੰਜਾਬ ਦਾ ਇੰਚਾਰਜ ਸੀ, ਉਹਨੇ ਮਾਈਕਰੋ ਮੈਨੇਜ ਕੀਤੀ ਇਲੈਕਸ਼ਨ, ਤੇ ਉਹਨਾਂ ਕੋਲੇ ਸੀਟਾਂ ਆਈਆਂ 92। ਸੰਦੀਪ ਪਾਠਕ ਦੇ ਬਿਹੇਵੀਅਰ ਤੇ ਜੋ ਮਰਜ਼ੀ ਆਪਾਂ ਗੱਲਾਂ ਕਰੀ ਚੱਲੀਏ, ਇਹ ਪਾਰਟੀ ਉਹਨਾਂ ਨੇ ਕਿਵੇਂ ਚਲਾਉਣੀ ਹੈ, ਇਹ ਸਮੱਸਿਆ ਉਹਨਾਂ ਦੀ ਆਪਣੀ ਹੈ। ਉਹ ਕਿਹਦੀ ਬੇਇੱਜ਼ਤੀ ਕਰਦਾ, ਕਿਹਦਾ ਨਹੀਂ ਕਰਦਾ, ਇਹ ਜਿਨ੍ਹਾਂ ਦੀ ਬੰਦਿਆਂ ਦੀ ਬੇਇੱਜ਼ਤੀ ਕਰ ਰਿਹਾ ਹੈ ਉਹ ਰਿਐਕਟ ਕਰਨ। ਉਹ ਜੇ ਹਰਪਾਲ ਚੀਮਾ ਦੀ ਇੱਜ਼ਤ ਨਹੀਂ ਕਰਦਾ, ਇਟਸ ਫਾਰ ਹਰਪਾਲ ਚੀਮਾ ਟੂ ਰਿਐਕਟ। ਹਾਂਜੀ, ਉਹ ਅੱਗਿਓਂ ਉਹਨਾਂ ਨੂੰ ਜਵਾਬ ਦੇਣ ਵੀ ਤੁਸੀਂ ਭਾਈ ਕੌਣ ਹੁੰਦੇ ਆ ਵਿੱਚ ਇਸ ਤਰ੍ਹਾਂ ਸਾਨੂੰ ਬੇਇੱਜ਼ਤ ਕਰਨ ਵਾਲੇ। ਇਹ ਮਸਲਾ ਉਹਨਾਂ ਦਾ ਕਿ ਉਹ
ਸਾਰੀ ਗੱਲ ਨੂੰ ਕਿਵੇਂ ਲੈਂਦੇ ਆ। ਮੇਰਾ ਨਜ਼ਰੀਆ ਦੂਜਾ ਸਾਰੀ ਗੱਲ ਤੇ ਆ ਕੇ। ਹੁਣ ਮੈਂ ਉਹਨਾਂ ਗੋਡੇ ਟੇਕਣ ਵਾਲੀ ਗੱਲ ਤੇ, ਇੰਦਰਾ ਗਾਂਧੀ ਪਾਣੀਆਂ ਦਾ ਮਾਮਲਾ, ਉਹਨੇ 3 ਚੀਫ ਮਿਨਿਸਟਰ ਬੁਲਾਏ ਸੀਗੇ, ਸਰ ਦਰਬਾਰਾ ਸਿੰਘ ਰਾਜਸਥਾਨ ਤੇ ਹਰਿਆਣਾ, ਤੇ ਆਪਣੇ ਦਰਬਾਰਾ ਸਿੰਘ ਨੂੰ ਕਿਹਾ ਸੀ ਭਾਈ ਤੂੰ ਸਾਈਨ ਕਰ ਇੱਥੇ ਜਾਂ ਰਿਜ਼ਾਈਨ ਦੇ ਦੇ। ਟੇਕ ਤੇ ਸੀ ਗੋਡੇ ਉਹਨੇ। ਮੈਂ ਪੁਰਾਣੀ ਗੱਲ ਕਹਿਣ ਲੱਗੀ, ਸੁਰਜੀਤ ਸਿੰਘ ਬਰਨਾਲਾ CM ਹੈ, 26 ਜਨਵਰੀ 1986 ਨੂੰ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀਗਾ। 24 ਜਨਵਰੀ ਰਾਤ ਨੂੰ ਫੋਨ ਆਉਂਦਾ ਰਾਜੀਵ ਗਾਂਧੀ ਦਾ ਕਿ ਅਸੀਂ ਹੁਣ ਨਹੀਂ ਕਰ ਸਕਦੇ। ਉਹ ਗੋਡੇ ਟੇਕ ਗਿਆ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਬਈ ਗੋਡੇ ਟੇਕ ਗਏ, ਇਹਨਾਂ ਦੇ ਗੋਡਿਆਂ ਦਮ ਹੋਣਾ ਚਾਹੀਦਾ ਤੇ ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਗੱਲ ਕਰਦੇ ਕਿ ਪੰਜਾਬ ਵਾਲੇ ਇਹ ਨਹੀਂ ਮੰਨਦੇ, ਮੈਂ ਤਾਂ ਐਗਜ਼ਾਮਪਲ 2 ਦੇਤੀ ਹੈ। ਉਹਦੇ ਰੈਪਰਕਸ਼ਨ ਬਾਅਦ ਦੇ ਵਿੱਚ ਜੋ ਹੋਏ ਹੈ ਉਹ ਗੱਲ ਵੱਖਰੀ ਹੈ। ਇੱਥੇ ਸਿਰ ਵੀ ਇੱਥੇ ਹੀ ਲੈਂਦੇ ਆ, ਉਹ ਵੀ ਸਾਰਾ ਕੁਛ ਹੈ। ਲੇਕਿਨ ਇਹ ਫਾਰ ਦੇਅਰ ਪਾਰਟੀ ਟੂ ਰਿਐਕਟ, ਉਹਨਾਂ ਦੇ ਬੰਦਿਆਂ ਨੇ ਕਿ ਉਹਨਾਂ ਨੇ ਸੰਦੀਪ ਪਾਠਕ ਵਰਗਿਆਂ ਨੂੰ ਕਿਵੇਂ ਲੈਣਾ। ਜੇ ਸੰਦੀਪ ਪਾਠਕ ਉਹਨਾਂ ਨੂੰ ਡਿਲੀਵਰ ਕਰ ਰਿਹਾ ਰਿਜ਼ਲਟਸ, ਤੇ ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਦਾ ਆਪਣਾ ਹੀ ਮਸਲਾ ਹੈ। ਹੁਣ ਵੀ, ਉਦੋਂ ਵੀ ਇੰਚਾਰਜ ਸੀ ਤੇ ਹੁਣ ਵੀ ਸ਼ਾਇਦ ਉਹੀ ਇੰਚਾਰਜ ਹੈ। ਸੋ ਬਿਹੇਵੀਅਰ ਇਹ ਉਹਨਾਂ ਦਾ ਆਪਣਾ ਮਸਲਾ ਹੈ। ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ, ਤੇ ਉਹ ਆਪੇ ਦੇਖਣ ਜੀ ਕੌਣ ਕਿਵੇਂ ਗੱਲ ਕਰ ਰਿਹਾ। ਬਿਲਕੁਲ ਠੀਕ ਹੈ। ਮੇਰੇ ਖਿਆਲ ਉਹ ਦੇਖਣਗੇ ਨਹੀਂ, ਇਗਨੋਰ ਕਰ ਦੇਣਗੇ ਵੀ ਅਸੀਂ ਉਹਨਾਂ ਦੀ ਸਮੱਸਿਆ ਹੈ, ਉਹਨਾਂ ਦੀ ਸਮੱਸਿਆ ਜੀ। ਸਰਦਾਰ ਹਮੀਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ? ਮੈਂ ਕਹਿਣਾ ਕਿ ਇੱਕ ਹਿਸਟਰੀ ਹੈ ਪੰਜਾਬ ਦੀ। ਐਮਰਜੈਂਸੀ ਦੌਰਾਨ ਰੂਲ ਮਿਲਦਾ ਸੀ ਪੰਜਾਬ ਨੂੰ, ਰਿਜੈਕਟ ਕਰਕੇ ਐਮਰਜੈਂਸੀ ਖਿਲਾਫ ਮੋਰਚਾ ਲੱਗਿਆ, ਹੈ ਨਾ। ਇਹ ਸਾਡੀ ਕਮਜ਼ੋਰੀ ਪੈਂਦੀ ਆ ਰਹੀ ਹੈ। ਇਸੇ ਲਈ ਪੁਆਇੰਟ ਆਊਟ ਹੋ ਰਿਹਾ ਪੰਜਾਬ ਬਰਬਾਦ ਕਿਉਂ ਹੋਇਆ। ਔਰ ਪੰਜਾਬ ਕਿਹਨੂੰ ਪਸੰਦ ਕਰਦਾ? ਐਜ ਏ ਕਾਮਨ ਸਾਈਕੀ, ਇੱਕ ਮੈਸੇਜ ਦੀ ਸਾਈਕੀ ਹੁੰਦੀ ਹੈ। ਕੋਈ ਪੋਲੀਟੀਕਲ ਪਾਰਟੀ ਆਪਦੀ ਨਹੀਂ ਹੁੰਦੀ, ਉਹ ਲੋਕਾਂ ਦੀ ਹੁੰਦੀ ਹੈ। ਸਾਡੇ ਤੇ ਰੂਲ ਕਰਦੇ ਨੇ, ਉਹ ਸਾਡੇ ਤੇ ਪਾਠਕ ਨੇ ਰੂਲ ਕਰਨਾ ਜਾਂ ਸਾਡੇ ਆਪਣੇ ਬੰਦਿਆਂ ਨੇ ਜਿਹੋ ਵੀ ਮਰਜ਼ੀ। ਹੁਣ ਕੁਐਸਚਨ ਇਹ ਹੈ ਅਸਲ 'ਚ, ਤੇ ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਇੱਥੇ ਸੂਬੇ ਥਾਪ ਕੇ ਨਹੀਂ ਰਾਜ ਕਰ ਸਕਦਾ। ਉਹ ਡੰਡਾ ਜਿੰਨਾ ਚਿਰ ਚਲਾਉਂਦਾ ਰਹੇ, ਜਿੰਨਾ ਚਿਰ ਹੇਠਾਂ ਤਾਕਤ ਤੁਹਾਡੀ ਨਹੀਂ ਬਣਦੀ, ਉਹ ਅਲੱਗ ਸਵਾਲ ਹੈ। ਇਹ ਜਸਟਿਸ ਦੇ ਕੁਐਸਚਨ ਨੇ। ਇਸੇ ਚੋਂ ਫੈਡਰਲਿਜ਼ਮ ਨਿਕਲਦਾ ਕਿ ਫਿਰ ਤਾਂ ਸੈਂਟਰ 'ਚ ਮੋਦੀ ਰਾਜ ਕਰਦਾ ਤੇ ਜਾਂ ਇੰਦਰਾ ਗਾਂਧੀ ਕਰਦੀ। ਅਸੀਂ ਮੰਨ ਲੈਂਦੇ ਹੁਣ ਤੱਕ। ਕਿਉਂ ਮੂਵਮੈਂਟਾਂ ਲੜਦੇ ਆ? ਕਿਉਂਕਿ ਅਸੀਂ ਇੱਕ ਜਸਟਿਸ ਸਿਸਟਮ ਹੁੰਦਾ ਹੈ, ਔਰ ਇਹਦੇ ਲਈ ਡਿਮਾਰਕੇਸ਼ਨ ਕਰਦੇ ਨੇ ਪੰਜਾਬੀ। ਇੱਥੇ ਬ੍ਰਿਟਿਸ਼ਰਜ਼ ਵੇਲੇ ਵੀ ਜੈਲਦਾਰ, ਹਵਾਲਦਾਰ, ਰਸਾਲਦਾਰ ਉਧਰ ਖੜੇ ਰਹਿੰਦੇ ਰਹੇ ਤੇ ਅਵਾਰਡ ਲੈਂਦੇ ਰਹੇ, ਪਰ ਪੰਜਾਬ ਦੀ ਹਿਸਟਰੀ 'ਚ ਕੋਈ ਔਕਾਤ ਨਹੀਂ ਹੈ। ਹਿਸਟਰੀ 'ਚ ਔਕਾਤ ਉਹਨਾਂ ਦੀ ਹੈ, ਪੰਜਾਬ ਦੇ ਕਲਚਰ 'ਚ ਔਰ ਹਿਸਟਰੀ 'ਚ। ਉਹ ਉਹਨਾਂ ਦੇ ਨਹੀਂ ਸੀ, ਉਹ ਵੀ ਵੱਖ-ਵੱਖ ਪਾਰਟੀਆਂ ਦੇ ਸੀ, ਇੰਡੀਵਿਜੂਅਲ ਸੀ, ਕੋਈ ਕਿਸੇ ਦਾ ਹੋਊ, ਕੋਈ ਕਿਸੇ ਦਾ। ਪਰ ਆਏ ਜੇ ਸਮੂਹਿਕ ਮਾਨਸਿਕਤਾ ਹੈ ਜੇ ਪੰਜਾਬੀ, ਅਸੀਂ ਉਹਦੀ ਰਿਸਪੈਕਟ ਕਰਦੇ ਹਾਂ ਜਿਹੜਾ ਖੜਦਾ ਹੈ ਉਸ ਗੱਲ ਦੇ ਲਈ, ਜਿਹੜਾ ਚੈਲੰਜ ਕਰਦਾ, ਜਿਹੜਾ ਕੁਰਬਾਨੀ ਦੇ ਲਈ ਤਿਆਰ ਰਹਿੰਦਾ ਤੇ ਬਾਕੀ ਦੀਆਂ ਚੀਜ਼ਾਂ ਦੀ ਗੱਲ ਕਰਦਾ ਹਮੇਸ਼ਾ ਹੀ। ਇਸ ਕਰਕੇ ਇਹ ਮੇਰੀ ਧਾਰਨਾ ਹੈ ਕਿ ਕੋਈ ਪਾਰਟੀ, ਕੋਈ ਅਖਬਾਰ, ਕੋਈ ਇੰਸਟੀਟਿਊਸ਼ਨ ਕੇਵਲ ਉਹਦਾ ਨਹੀਂ ਹੁੰਦਾ, ਉਹ ਸਮੁੱਚੇ ਲੋਕਾਂ ਨੂੰ ਜਿਹੜੀ ਚੀਜ਼ ਇੰਪੈਕਟ ਕਰਦੀ ਹੈ। ਲੋਕਾਂ ਨੂੰ ਹਰ ਹੱਕ ਹੈ ਉਹ ਤੇ ਕਿੰਤੂ ਕਰਨ ਦਾ, ਹਰ ਹੱਕ ਹੈ ਉਹਨੂੰ ਠੀਕ ਕਰਨ ਦਾ, ਹਰ ਹੱਕ ਹੈ ਤੇ ਉਹਦੇ ਤੋਂ ਜਵਾਬਦੇਹੀ ਕਰਨ ਦਾ ਕਿ ਤੁਸੀਂ ਇਸ ਗੱਲ ਲਈ ਕਿਉਂ ਕਰ ਰਹੇ ਹੋ ਤੇ ਇਹਨੂੰ ਠੀਕ ਪਾਸੇ ਵੱਲ ਕਿਉਂ ਨਹੀਂ ਤੋਰ ਰਹੇ ਤੁਸੀਂ। ਇਹ ਹਰ ਸਿਟੀਜ਼ਨ ਦਾ ਹੱਕ ਹੈ। ਮੈਂ ਬਿਲਕੁਲ ਸਹਿਮਤ ਹਾਂ। ਪਰ ਪਹਿਲਾਂ ਜਿਨ੍ਹਾਂ ਨੂੰ ਡਾਂਟ ਪਈ ਹੈ ਉਹਨਾਂ ਦੀ ਪਾਰਟੀ ਉਹ ਰਿਐਕਟ ਕਰੇ, ਉਹਨਾਂ ਦਾ ਹੱਕ ਹੈ ਰਿਐਕਟ ਕਰਨਾ। ਉੱਥੋਂ ਗੱਲ ਚੱਲਣੀ ਚਾਹੀਦੀ ਹੈ। ਇਹ ਇੱਕ ਕੋਣ ਹੈ, ਵਾਕਈ ਕੋਣ ਹੈ। ਦੂਜਾ ਕੋਣ ਵੀ ਉਨਾ ਹੀ ਤਾਕਤਵਰ ਹੈ। ਲੇਕਿਨ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ, ਮੈਂ ਜਾਣ ਕੇ ਜਵਾਬ ਕਹਿਣਾ ਪੈਂਦਾ ਉਸ ਬਹਿਸ ਦੇ ਵਿੱਚ। ਐਮਰਜੈਂਸੀ ਮੋਰਚਾ ਉਹਦੇ 'ਚ ਕਾਰਨ ਵੀ ਕਈ ਹੋਰ ਸੀ ਲੱਗਣ ਦੇ। ਜਦੋਂ ਮਿਸਟਰ ਗਾਂਧੀ ਨੇ ਆਫਰ ਕੀਤੀ ਅਕਾਲੀ ਦਲ ਨੂੰ ਬਈ ਤੁਸੀਂ ਸਰਕਾਰ ਚਲਾਓ ਇੱਥੇ ਤੇ ਮੈਨੂੰ ਲੋਕ ਸਭਾ ਦੀ ਸੀਟਾਂ ਦੇ ਦਿਓ, ਤੇ ਉਹਨਾਂ ਨੇ ਇਸ ਕਰਕੇ ਆਫਰ ਰਿਜੈਕਟ ਨਹੀਂ ਸੀ ਕੀਤੀ ਕਿ ਸਾਨੂੰ ਹਿਊਮਨ ਰਾਈਟਸ ਪਿਆਰੇ ਆ, ਸਿਵਲ ਲਿਬਰਟੀਜ਼ ਪਿਆਰੀ ਹੈ। ਉਹ ਜਿਹੜੀ ਪਾਵਰ ਸਟਰਗਲ ਅੰਦਰ ਸੀਗੀ, ਜਿਹਨੂੰ ਉਹ CM ਦੇਖਣਾ ਚਾਹੁੰਦੀ ਸੀਗੀ, ਉਹਨੂੰ ਹੋਰ ਕੁਝ ਲੋਕ ਨਹੀਂ ਸੀ ਦੇਖਣਾ ਚਾਹੁੰਦੇ। ਇਹ ਇਤਿਹਾਸ ਦਾ ਪਾਰਟ ਹੈ, ਸਭ ਨੂੰ ਪਤਾ ਰਿਕਾਰਡ ਤੇ ਜੀ। ਔਰ ਇਹ ਲਗਾਤਾਰ ਇਹ ਲੜਾਈ ਹਰ ਮੌਕੇ ਤੇ ਹੀ ਹੋਈ ਆ ਕਿ ਕੌਣ ਜ਼ਿਆਦਾ ਅਹਿਮ ਆ। ਦੂਜੇ 3 ਜਣੇ ਦੂਜੇ, ਇਹਦਾ ਮਤਲਬ ਪੰਜਾਬੀ ਖੂਨ ਦੇ ਵਿੱਚ ਅਣਖਾਂ ਦੇ ਨਾਲ ਗਦਾਰੀਆਂ ਵੀ ਬਰਾਬਰ ਤੇ ਚੱਲਦੀਆਂ ਨੇ ਨਾ, ਬਰਾਬਰ ਚੱਲਦੀਆਂ ਰਹੀਆਂ ਜੀ ਸਰਦਾਰ ਹਮੀਰ ਸਿੰਘ ਜੀ। ਨਹੀਂ, ਬਿਲਕੁਲ ਮੈਂ ਇਹ ਕਿਹਾ ਕਿ ਉਹਦੇ 'ਚ ਚੱਲਦੀਆਂ ਨੇ, ਪਰ ਇੱਕ ਹਰ ਖਿੱਤੇ ਦੀ ਇੱਕ ਕਾਮਨ ਸਾਈਕੀ ਹੁੰਦੀ ਹੈ। ਜਿਵੇਂ ਪਹਿਲਾਂ ਕੇਜਰੀਵਾਲ 14 'ਚ ਆਏ, 17 'ਚ ਆਏ ਕਿ ਪੰਜਾਬੀ ਐ ਕਰਨਗੇ, ਜੋ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਵੇਲੇ
ਇੱਥੇ ਚਰਚਾਵਾਂ ਚੱਲਦੀਆਂ ਰਹੀਆਂ ਕਿ ਇਹ ਪੰਜਾਬੀ ਕੌਣ ਨੇ, ਤੇ ਇਹਨਾਂ ਤੇ ਇਹ ਤਾਂ ਮਾੜੀ ਜੀ ਗੱਲ ਪਿੱਛੇ ਥੱਲੇ ਪੈਂਦੇ ਨੇ, ਫਲਾਨਾ ਹੁੰਦਾ, ਇਹੋ ਜਿਹੀਆਂ ਬਲਗਰ ਟਾਈਪ ਦੀਆਂ ਟਿੱਪਣੀਆਂ ਸੁਣੀਆਂ। ਪਰ 17 ਦਾ ਰਿਜ਼ਲਟ ਪਤਾ ਲੱਗ ਗਿਆ, ਕਿਉਂਕਿ ਉਹਨਾਂ ਕੋਲ ਇੱਕ ਥੋੜਾ ਜਿਹਾ ਅਲਟਰਨੇਟਿਵ ਅਮਰਿੰਦਰ ਸਿੰਘ ਦੇ ਰੂਪ ਚ ਦਿਖਾਈ ਦੇਣ ਲੱਗ ਗਿਆ ਸੀ। ਚੱਲ ਠੀਕ ਹੈ, ਉਹ ਵੀ ਹੈ। ਉਹ ਗਿਵਨ ਸਿਚੁਏਸ਼ਨ ਚ ਕੋਈ ਕਮਿਊਨਿਟੀ ਕਿਵੇਂ ਵਿਵਹਾਰ ਕਰਦੀ ਹੈ, ਇਹ ਇੱਕ ਅਲੱਗ ਕੁਐਸਚਨ ਹੁੰਦਾ। ਇੱਕ ਹਿਸਟੋਰੀਕਲ ਪਰਸਪੈਕਟਿਵ ਤੋਂ ਅੱਜ ਤੱਕ ਚੱਲਦਾ ਤੁਹਾਡਾ ਇੱਕ ਕਾਮਨ ਸਾਈਕੀ ਦਾ ਵਹਾਅ ਹੁੰਦਾ, ਉਹ ਦੂਜਾ ਸੋਲਿਡ ਕੁਐਸਚਨ ਹੁੰਦਾ। ਅਸਲ ਦੇ ਵਿੱਚ ਅਸੀਂ ਕਿਵੇਂ ਕਹਿੰਦੇ ਆ, ਕਿਉਂ ਕਹਿੰਦੇ ਆ ਕਿ ਮਿੱਟੀ ਚੋਂ ਬਾਰ-ਬਾਰ ਮੂਵਮੈਂਟਾਂ ਉੱਠਦੀਆਂ ਨੇ 10-15 ਸਾਲਾਂ ਬਾਅਦ, ਤੇ ਉਹ ਬਾਰ-ਬਾਰ ਸਾਬਤ ਕਰਦੀ ਆ ਆਪਣੇ ਆਪ ਨੂੰ ਪਿਛਲੇ 600 ਸਾਲ ਤੋਂ ਲਗਾਤਾਰ। ਉਹ ਇੱਕ ਕੰਟੀਨਿਊਟੀ ਹੈ ਨਾ, ਉਹ ਕਿਤੇ ਡੀਐਨਏ ਆ, ਕਿਤੇ ਹਿਸਟੋਰੀਕਲ ਪਰਸਪੈਕਟਿਵ ਚੋਂ ਪੈਦਾ ਹੋਈ ਚੀਜ਼ ਹੈ। ਉਹ ਐ ਨਹੀਂ ਹੋ ਜਾਂਦੀ ਆਪਣੇ ਆਪ ਚ ਰੱਦ ਕਿਸੇ ਗੱਲ ਕਰਕੇ, ਕਿ ਉਹ ਇਸ ਗੱਲ ਕਰਕੇ ਨਹੀਂ। ਇਸੇ ਕਰਕੇ ਰਿਗਾਰਡ ਕਿਹਦਾ ਕਰਦੇ ਨੇ ਲੋਕ, ਹਿਸਟਰੀ ਦੇ 12 ਕਿਹਦੀਆਂ ਗਾਈਆਂ ਜਾਂਦੀਆਂ ਨੇ, ਕਿਹਨੂੰ ਮੰਨਿਆ ਜਾਂਦਾ, ਉਹ ਉਹਨਾਂ ਲੋਕਾਂ ਨੂੰ ਹੀ ਮੰਨਿਆ ਜਾਂਦਾ ਜਿਹੜੇ ਰਾਈਟ ਸਾਈਡ ਤੇ ਖੜੇ ਦਿਖਾਈ ਦਿੰਦੇ ਨੇ ਕਿ ਹਾਂ ਇਹ ਪਬਲਿਕ ਦੇ ਲਈ, ਲੋਕਾਂ ਦੇ ਲਈ, ਆਪਣੀ ਆਨ ਤੇ ਆਪਣੀ ਸ਼ਾਨ ਦੇ ਲਈ ਖੜੇ ਹੋਣ ਦੀ ਕਪੈਸਿਟੀ ਰੱਖਦੇ ਨੇ, ਜਾਂ ਉਹਨਾਂ 'ਚ ਇਹ ਇੱਕ ਸਮਰੱਥਾ ਹੈ ਇਸ ਲੈਵਲ ਦੀ। ਜੀ ਸਦਾਮ ਮੀਰ ਸਿੰਘ ਜੀ, ਹੁਣ ਗੱਲ ਜੇ ਤੁਰੀ ਆ ਖੜੇ ਹੋਣ ਦੀ, ਡਿੱਗਣ ਦੀ, ਸਰੈਂਡਰ ਕਰਨ ਦੀ, ਮੈਂ ਨਾਲ ਗੱਲ ਫਿਰ ਹੋਰ ਵੀ ਐਡ ਕਰਦੇ ਆ ਨਾ। ਫਿਰ ਖੜਾ ਤਾਂ ਇੱਕ ਬੰਦਾ ਹੋਇਆ ਪਿਛਲੇ 50 ਸਾਲ, ਉਹ ਸਨ ਜਰਨੈਲ ਸਿੰਘ ਭਿੰਡਰਾਲਾ। ਮੈਂ ਹੋਰ ਕੋਈ ਗੱਲ ਹੀ ਨਹੀਂ ਕਰਨੀ ਜੀ। ਉਹ ਇੱਕ ਬਹੁਤ ਲੰਬਾ ਪਹਿਲੂ ਆ, ਪੱਖ ਹੈ ਜੋ ਉਹਨੂੰ ਸ਼ੋਅ ਲਿਆ, ਤੇ ਅਸਲ ਮੁੱਦੇ ਰਹਿ ਜਾਣੇ ਆ। ਮੈਂ ਜਿਹੜੀ ਖੜੇ ਹੋਣ ਦੀ ਗੱਲ ਕਰ ਰਿਹਾ, ਮੌਜੂਦਾ ਸਿਸਟਮ ਦੇ ਵਿੱਚ, ਢਾਂਚੇ ਦੇ ਵਿੱਚ, ਇਹ ਹੁਣ ਜਾ ਜੁੜਦੀ ਆ ਸਟੀਲ ਫਰੇਮ। ਸਟੀਲ ਫਰੇਮ ਸਰਦਾਰ ਹਮੀਰ ਸਿੰਘ ਹੁਣਾਂ ਦਾ ਬਾਰ-ਬਾਰ ਵਰਤਿਆ ਹੋਇਆ ਸ਼ਬਦ ਹੈ। ਇਹਨਾਂ ਵੱਲ ਹੀ ਲੈ ਕੇ ਚੱਲਿਆ ਕਿ ਪੰਜਾਬ ਦੀ ਬਿਊਰੋਕ੍ਰੇਸੀ ਸਾਹ-ਸੱਤਹੀਣ ਜੀ ਹੋ ਗਈ। ਐਸੋਸੀਏਸ਼ਨ ਨੇ ਅਫਸੋਸ ਕਰਨਾ ਸੀ ਬਾਦਲ ਪਰਿਵਾਰ ਨਾਲ। ਚਿੱਠੀ ਇੱਕ ਤਾਂ ਸ਼ਾਇਦ ਵਿਧੀਵਤ ਰੂਪ ਤੇ ਪਰਿਵਾਰ ਨੂੰ ਭੇਜੀ ਜਾਣੀ ਹੁੰਦੀ ਆ, ਜਾਂ ਜਾ ਕੇ ਦਿੱਤੀ ਜਾਣੀ ਸੀ। ਦੂਜੇ ਬੰਨੇ ਉਹਨੂੰ ਆਮ ਤੌਰ ਤੇ ਹੀ ਅਖਬਾਰ ਨੂੰ ਦਿੱਤਾ ਜਾਂਦਾ ਕਿ ਅਸੀਂ ਸ਼ੋਕ ਵਿਅਕਤ ਕਰਦੇ ਹਾਂ, ਕਿਉਂਕਿ ਸਾਰਿਆਂ ਦਾ ਹੀ ਕਿਸੇ ਨਾ ਕਿਸੇ ਰੂਪ ਚ ਬਾਦਲ ਸਾਹਿਬ ਨਾਲ ਸਮਾਂ ਨਿਕਲਿਆ ਸੀ, ਅਫਸਰਾਂ ਦਾ, ਜਿਹੜੇ ਪੁਰਾਣੇ ਅਫਸਰ ਨੇ। ਔਰ ਦੂਜੀ ਗੱਲ ਕਿ ਜੇਕਰ ਤੁਹਾਡਾ ਜਿਹੜਾ ਸੈਕਟਰੀਏਟ ਦਾ ਸਟਾਫ ਹੈ, ਮਿਨਿਸਟਰੀਅਲ ਸਟਾਫ ਹੈ, ਜੇ ਉਹਨਾਂ ਨੇ ਅਖਬਾਰਾਂ 'ਚ ਪ੍ਰੈਸ ਨੋਟ ਦੇ ਕੇ ਆਪਣੀਆਂ ਖਬਰਾਂ ਲਗਵਾ ਕੇ ਆਪਣਾ ਸ਼ੋਕ ਵਿਅਕਤ ਕੀਤਾ ਤਾਂ ਕਿ ਨਜ਼ਰ ਆਈਏ, ਆਈਐਸ ਅਫਸਰ ਜਦੋਂ ਉਹ ਪੱਤਰ ਜਿਹਾ ਮੁੱਖ ਮੰਤਰੀ ਤੋਂ ਅਪਰੂਵ ਕਰਾਉਣ ਚਲੇ ਗਏ, ਇਹ ਬਹੁਤ ਅੰਦਰ ਦੇ ਸਰੋਤ ਤੋਂ ਸਾਡੇ ਕੋਲ ਖਬਰ ਆ ਰਹੀ ਆ, ਤੇ ਫਿਰ ਇੰਨੀ ਜ਼ਰੂਰਤ ਵੀ ਕਿਉਂ ਨਾ ਕੀਤੀ ਕਿ ਇਹਨੂੰ ਮੀਡੀਆ 'ਚ ਦੇ ਦਈਏ, ਘੱਟੋ ਘੱਟ ਪਤਾ ਲੱਗੇ ਕਿ ਪੰਜਾਬ ਦੇ ਅਫਸਰ ਬਾਦਲ ਸਾਹਿਬ ਨਾਲ ਦਿਲੋਂ ਸੀਗੇ, ਉਹਨਾਂ ਨੂੰ ਦੁੱਖ ਹੋਇਆ। ਇਹਦੇ ਅਰਥ ਕੀ ਨੇ ਵੈਸੇ ਸਰਦਾਰ ਹਮੀਰ ਸਿੰਘ ਜੀ? ਅਸਲ 'ਚ ਜਿਹੜਾ ਸਟੀਲ ਫਰੇਮ ਹੈ ਉਹ ਤਾਂ ਕੰਟਰੀ 'ਚ ਹੀ ਇਹ ਗੱਲ ਪ੍ਰਚਲਿਤ ਪਹਿਲਾਂ ਬਹੁਤ ਲੋਕਾਂ ਨੇ ਕਈ ਬੜੇ ਵੱਡੇ ਪੱਧਰ ਤੇ, ਕਿਉਂਕਿ ਵੀ ਇਹਦੇ ਕੋਲ ਇੰਨੀ ਸੰਵਿਧਾਨਕ ਪ੍ਰੋਟੈਕਸ਼ਨ ਹੈ ਤੇ ਇੰਨੀ ਤਾਕਤ ਹੈ। ਇਹਨੂੰ ਪਰਮਾਨੈਂਟ ਗਵਰਨਮੈਂਟ ਕਿਹਾ ਜਾਂਦਾ ਇਸੇ ਕਰਕੇ ਕਿ ਪੋਲੀਟੀਕਲ ਗਵਰਨਮੈਂਟ ਆਉਂਦੀ ਹੈ, ਜਾਂਦੀ ਹੈ, ਪਰ ਇਹ ਉੱਥੇ ਦੇ ਉੱਥੇ ਲਗਾਤਾਰ ਰਹਿੰਦੇ ਨੇ, ਪ੍ਰਸ਼ਾਸਨਿਕ ਚੀਜ਼ਾਂ ਨੂੰ ਡੀਲ ਕਰਦੇ, ਜਿਹੜੇ ਇੱਕ ਸਿਸਟਮ ਹੈ। ਪਰ ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਪੰਜਾਬ 'ਚ ਕੀ ਵਾਪਰ ਰਿਹਾ, ਲਗਾਤਾਰ ਹੌਲੀ ਚੱਲਦੇ। ਮੈਂ ਤਾਂ ਕਾਫੀ ਸਮੇਂ ਤੋਂ ਹੀ ਪੋਸਟ ਚੰਗੀ ਲੈਣ ਦੇ ਵਾਸਤੇ, ਮਲਾਈਦਾਰ ਪੋਸਟ ਲੈਣ ਵਾਸਤੇ, ਪਾਵਰਫੁਲ ਪੋਸਟ ਲੈਣ ਵਾਸਤੇ, ਇਹ ਤਾਂ ਬੜੇ ਲੰਮੇ ਸਮੇਂ ਤੋਂ ਇੱਕ ਗਿਰਾਵਟ ਆ ਰਹੀ ਹੈ। ਐ ਨਹੀਂ ਕਿ ਅੱਜੇ ਆਈ ਹੈ, ਕਾਫੀ ਸਮੇਂ ਤੋਂ ਜਿਹੜੀਆਂ ਪੋਸਟਿੰਗਾਂ ਨੇ, ਜਿਹੜੀਆਂ ਉਹ ਸਾਡੇ ਸਾਹਮਣੇ ਦਿਖਾਈ ਦਿੰਦੀਆਂ ਨੇ ਕਿ ਬੰਦੇ ਤਰਲੇ ਕਰਦੇ ਨੇ, ਫਿਰ ਰਿਟਾਇਰ ਹੋਣ ਤੋਂ ਬਾਅਦ ਕਿਤੇ ਲੱਗਣ ਦੇ ਵਾਸਤੇ, ਉਹ ਗੱਲਾਂ ਵੀ ਦਿਖਾਈ ਦਿੱਤੀਆਂ। ਪਰ ਹੁਣ ਜਿਹੜਾ ਪਿਛਲੇ ਸਮੇਂ ਚੋਂ ਆਮ ਆਦਮੀ ਪਾਰਟੀ ਦਾ ਇਹ ਸਾਲ ਲੰਘਿਆ, ਆਪਣੇ ਨਿੱਜੀ ਮਾਮਲਿਆਂ ਦੇ ਵਿੱਚ ਤਾਂ ਕਾਫੀ ਤੜ ਵੀ ਦਿਖਾਈ। ਇੱਕ ਵੇਲੇ ਆ ਕੇ ਇਹਨਾਂ ਨੇ ਸਾਰੇ ਅਫਸਰ ਇਕੱਠੇ ਹੋਏ, ਕਈ ਅਫਸਰਾਂ ਨੇ ਅਸਤੀਫਾ ਤੱਕ ਦੇਣ ਦੀ ਧਮਕੀ ਦੇਤੀ ਚੀਫ ਮਿਨਿਸਟਰ ਨੂੰ, ਜਦੋਂ ਕਰਪਸ਼ਨ ਵਾਲੇ ਚਾਰਜਸ ਦੀ ਮਨਜ਼ੂਰੀ ਦੇਣ ਦਾ ਸਵਾਲ ਸੀ, ਜਾਂ ਵਿਜੀਲੈਂਸ ਪੁੱਛਦੀ ਸੀ ਵੱਖ-ਵੱਖ ਮਾਮਲਿਆਂ ਨੂੰ, ਤੇ ਉਦੋਂ ਨਾਲ ਪੀਸੀਐਸ ਅਫਸਰਾਂ ਦਾ ਵੀ ਮਾਮਲਾ ਸੀਗਾ, ਉਹ ਐਸੋਸੀਏਸ਼ਨ ਨੇ ਹੜਤਾਲ ਕਰਤੀ ਸੀ, ਰੈਵਨਿਊ ਵਾਲਿਆਂ ਨੇ ਹੜਤਾਲ ਕਰਤੀ ਸੀ। ਉਦੋਂ ਇੱਕ ਐਡਜਸਟਮੈਂਟ ਜੀ ਹੋ ਗਈ ਸੀ ਮੇਰੇ ਖਿਆਲ ਆਪਸ ਦੇ ਵਿੱਚ। ਉਦੋਂ ਬਾਅਦ ਮੈਂ ਨਹੀਂ ਦੇਖਿਆ ਵਿਜੀਲੈਂਸ ਕਿਸੇ ਅਫਸਰ ਦੇ ਘਰ ਜਾ ਰਹੀ ਹੈ ਜਾਂ ਕੋਈ ਹੋਰ ਕਰ ਰਹੀ ਹੈ। ਇੱਕ ਅੰਡਰਹੈਂਡ ਜਿਵੇਂ ਐਗਰੀਮੈਂਟ ਹੋ ਗਿਆ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਾਫੀ ਦਬਦਬਾ ਆਪਦਾ ਦਿਖਾਇਆ। ਪਰ ਨਾਲ ਦੀ ਨਾਲ ਜਿਵੇਂ ਝਟਕਾ ਇੱਕ ਦਿੱਤਾ ਹੁੰਦਾ ਵੀ ਐਤਕੀ ਤਾਂ ਇਹ ਲੱਗਦਾ ਜਿਵੇਂ ਲੋਕ ਇਹ ਕਹਿੰਦੇ ਵੀ ਨੇ ਵੀ ਅਫਸਰ ਸ਼ਾਇਦ ਕੋਆਪਰੇਟ ਨਹੀਂ ਕਰਦੇ ਜੀ ਸਰਕਾਰ ਨਾਲ, ਤਾਂ ਇਹ ਗੱਲਾਂ ਵਾਪਰ ਰਹੀਆਂ ਨੇ, ਉਹਨਾਂ ਨੂੰ ਠੀਕ ਰਾਏ ਨਹੀਂ ਦਿੰਦੇ ਤਾਂ ਇਹ ਗੱਲਾਂ ਵਾਪਰ ਰਹੀਆਂ ਨੇ, ਸਰਕਾਰ ਉਹਨਾਂ ਨਾਲ ਨਹੀਂ ਖੜਦੀ ਤਾਂ ਡਰਦੇ ਨੇ। ਪਰ ਇਹਦੇ ਬਾਵਜੂਦ ਜਿਹੜਾ ਇਹ ਘਟਨਾਕ੍ਰਮ ਹੈ, ਇਹ ਬਿਲਕੁਲ ਹੋਰ ਕਹਾਣੀ ਕਹਿ ਰਿਹਾ। ਇਹ ਕਹਾਣੀ ਇਹ ਹੈ ਵੀ ਇੱਕ ਨਾਰਮਲ ਕਲਚਰ ਹੈ, ਕੋਈ ਵੀ ਬੰਦਾ, ਕੋਈ ਐਸੋਸੀਏਸ਼ਨ ਕਿਸੇ ਦੀ ਡੈਥ ਤੇ ਸ਼ੋਕ ਮਤਾ ਦੇਣਾ, ਇਹ ਕਿਸੇ ਕੋਲ ਪੁੱਛਣ ਜਾਣ ਦੀ ਲੋੜ ਨਹੀਂ, ਨਾ ਕੋਈ ਬੰਦਾ ਪੁੱਛਦਾ ਹੀ, ਫਿਰ ਦੁਸ਼ਮਣ ਵੀ ਦੇ ਦਿੰਦਾ ਕਈ ਵਾਰ, ਜਿਹੜਾ ਨਹੀਂ ਵੀ ਕਦੇ ਬੋਲਦਾ ਹੁੰਦਾ, ਤੇ ਉਹ ਵੀ ਇੱਕ ਦੂਜੇ ਨੂੰ ਦਿੰਦੇ ਨੇ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਈਆਂ,
ਪੰਜਾਬ ਦੇ ਬਾਕੀ ਲੋਕ ਆਏ ਸਾਰੇ। ਪਹਿਲਾਂ ਤਾਂ ਇਹ ਕੁਝ ਦਿਨ ਲੰਘਾ ਕੇ ਆਉਣ ਦਾ ਸਵਾਲ ਹੈ, ਤੇ ਪ੍ਰੈਜ਼ੀਡੈਂਟ ਐਸੋਸੀਏਸ਼ਨ ਦੇ ਉਹੀ ਨੇ ਜਿਹੜੇ ਲਗਭਗ ਚੀਫ ਮਿਨਿਸਟਰ ਦੇ ਨਾਲ ਹਰ ਸਮੇਂ ਗਾਈਡ ਕਰਨ ਵਾਲੇ ਨੇ, ਬੇਨੂ ਪ੍ਰਸਾਦ। ਠੀਕ ਹੈ, ਜਦੋਂ ਪ੍ਰੈਜ਼ੀਡੈਂਟ ਨੇ ਤੇ ਉਹ ਹੁਣ ਪ੍ਰੈਜ਼ੀਡੈਂਟ ਦਾ ਮਤਲਬ ਇਹ ਤਾਂ ਨਹੀਂ ਵੀ ਨਿੱਜੀ ਮਾਮਲੇ ਵੀ ਜਾ ਕੇ ਦਿਖਾਉਂਦੇ ਰਹੋ ਜਾਂ ਕੁਝ ਕਰਦੇ ਰਹੋ, ਕਿਸੇ ਨੇ ਕਿਹਾ ਹੀ ਹੋਣਾ, ਇਹ ਐਸੋਸੀਏਸ਼ਨ 'ਚ ਸ਼ਾਇਦ ਗੱਲ ਹੋਈ ਹੋਣੀ ਆ ਕਿ ਦਿਖਾ ਵੀ ਲਓ ਜੀ, ਕਿਤੇ ਇੱਧਰ ਉੱਧਰ ਦਾ ਕੰਮ ਨਾ ਹੋ ਜੇ, ਹੋਰ ਇੱਧਰ ਉੱਧਰ ਦਾ। ਤੇ ਫਿਰ ਉਹਦੀ ਜਨਤਕ ਨਾ ਕਰਨਾ, ਉਹ ਵੀ ਇੱਕ ਆਪਣੇ ਹੀ ਬਿਊਰੋਕਰੇਟ ਦੇ ਜਿਹੜਾ ਬਾਦਲ ਸਾਹਿਬ ਦੇ ਬਹੁਤ ਨੇੜੇ ਆ ਤੇ ਉਹਨਾਂ ਦੇ ਨੇੜੇ ਆ, ਹਮੇਸ਼ਾ ਉਹਨੂੰ ਭੇਜ ਦਿਓ ਤੇ ਇੱਕ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿਓ, ਮੁੜ ਕੇ ਦੱਸੋ ਵੀ ਨਾ। ਇਹ ਡਰ ਅੱਜ ਨਹੀਂ, ਮੇਰੇ ਯਾਦ ਹੈ ਕਿ ਇੱਥੇ ਬਹੁਤ ਵੱਡੇ ਅਫਸਰ ਦੇ, ਸਾਬਕਾ ਵੱਡੇ ਅਫਸਰ ਦੇ ਪਿਤਾ ਦੀ ਡੈਥ ਹੋਈ ਸੀ ਸ਼ਾਇਦ, ਜਾਂ ਮਾਤਾ ਦੀ, ਮੇਰੇ ਪਰ ਯਾਦ ਨਹੀਂ। 25 ਸੈਕਟਰ ਕ੍ਰਿਮੇਸ਼ਨ ਗਰਾਊਂਡ 'ਚ ਗਵਰਨਮੈਂਟ ਵੱਲੋਂ ਇੱਕ ਵੀ ਅਫਸਰ ਨਹੀਂ ਦਿਖਾਈ ਦਿੱਤਾ ਸੀ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ। ਨਹੀਂ ਤਾਂ ਨਾਰਮਲੀ ਜੇਕਰ ਇਹ ਹੁੰਦਾ ਤਾਂ ਬੜਾ ਹੁੰਦਾ, ਉਦੋਂ ਵੀ ਇਹੋ ਜਿਹਾ ਟਸਲ ਚੱਲਦੀ ਸੀ, ਉਹਦੀ ਗਵਰਨਮੈਂਟ ਨਾਲ ਨਹੀਂ ਸੀ ਬਣ ਰਹੀ ਕਾਫੀ ਜ਼ਿਆਦਾ ਉਹ ਸਾਰੇ ਮਾਮਲਿਆਂ 'ਚ। ਇਹ ਟੈਰਰ ਜਿਹੜਾ ਡਰ ਹੈ ਨਾ, ਮੈਂ ਉੱਥੇ ਦੇਖਿਆ ਜਾਊਂਗਾ, ਮੇਰੇ ਨਾਲ ਇਹ ਹੋ ਜਾਊਗਾ, ਇਹ ਸਿਰੇ ਤੱਕ ਚੱਲ ਰਿਹਾ ਹੈ। ਔਰ ਜੇ ਵੱਡੇ ਅਫਸਰਾਂ ਨਾਲ ਵੀ ਇਸ ਲੈਵਲ ਦੇ ਉਹਨਾਂ ਦੇ ਅੰਦਰ ਐਡੀਆਂ ਵੱਡੀਆਂ ਝਿਜਕਾਂ ਰਹਿਣਗੀਆਂ ਜਾਂ ਬਾਕੀ ਦੀਆਂ ਚੀਜ਼ਾਂ ਰਹਿਣਗੀਆਂ, ਤਾਂ ਫੈਸਲੇ ਫਾਈਲਾਂ ਤੇ ਕਿਵੇਂ ਹੋਣਗੇ, ਫੈਸਲੇ ਕਾਨੂੰਨ ਮੁਤਾਬਕ ਤੇ ਸੰਵਿਧਾਨ ਮੁਤਾਬਕ ਫਾਈਲ ਕੇ ਲਿਖ ਦਿੱਤਾ ਜਾਊਗਾ, ਇਹ ਉਮੀਦ ਕਿੱਥੋਂ ਕੀਤੀ ਜਾਊਗੀ? ਫਿਰ ਪੋਲੀਟੀਕਲ ਮਾਸਟਰ ਜੋ ਕਹਿਣਗੇ ਉਹੀ ਲਿਖਿਆ ਜਾਊਗਾ, ਜੋ ਕਹਿਣਗੇ ਉਹੀ ਨਹੀਂ ਕਰਿਆ ਜਾਊਗਾ। ਫਿਰ ਲਾਅ ਦੀ ਬਜਾਏ ਹੁਕਮ ਜਿਹੜਾ ਬੰਦਾ ਬੈਠਾ ਹੈ ਉਹ ਜ਼ਿਆਦਾ ਦੇਣਾ ਸ਼ੁਰੂ ਕਰ ਦੇਗਾ। ਔਰ ਇਹ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਘਟਨਾਕ੍ਰਮ ਹੈ ਇਹ ਕਾਫੀ ਜ਼ਿਆਦਾ ਮਤਲਬ ਪਰੇਸ਼ਾਨ ਕਰਨ ਵਾਲਾ ਵੀ ਹੁੰਦਾ ਤੇ ਗੈਰ ਉਮੀਦਾ ਪੈਦਾ ਕਰਦਾ ਹੈ ਉਸ ਪੱਧਰ ਦੀ ਜਾ ਕੇ ਕਿ ਪ੍ਰਸ਼ਾਸਨ ਕਿਵੇਂ ਚੱਲਣਾ। ਫਿਰ ਭਰਮ ਵੈਸੇ ਕਹਿੰਦੇ ਕਦੀ ਨਹੀਂ ਟੁੱਟਣੇ ਚਾਹੀਦੇ, ਭਰਮ ਬਣੇ ਰਹਿਣੇ ਚਾਹੀਦੇ, ਮਹਾਨਤਾ ਦੇ, ਵੱਡੇ ਹੋਣ ਦੇ, ਪਾਵਰਫੁਲ ਹੋਣ ਦੇ। ਕੋਈ ਡੀਸੀ ਕਿਸੇ ਜ਼ਿਲ੍ਹੇ ਦਾ, ਜਦੋਂ ਅਸੀਂ ਬਿਲਕੁਲ ਹੀ ਪਿੰਡ 'ਚ ਹੁੰਦੇ ਸੀ ਨਾ, ਤੇ ਡੀਸੀ ਨੂੰ ਇੱਕ ਦੋ ਵਾਰੀ ਮਿਲਣ ਦਾ ਜ਼ਰੂਰੀ ਮਾਮਲਿਆਂ 'ਚ ਮਿਲੇ ਬਿਨਾਂ ਗੁਜ਼ਾਰਾ ਹੈ ਨਹੀਂ, ਐਵੇਂ ਲੱਤਾਂ ਜੀਆਂ ਕੰਬੀ ਜਾਣੀਆਂ ਦਰਵਾਜ਼ਾ ਖੋਲਣ ਲੱਗਿਆ। ਮੈਂ ਪੇਂਡੂ ਸਾਈਕੀ ਦੀ ਗੱਲ ਕਰ ਰਿਹਾ, ਮੈਂ ਉਹਨਾਂ ਲੋਕਾਂ ਦੀ ਨਹੀਂ ਜਿਹੜੇ ਸਮਰੱਥ ਹੈ। ਤੇ ਇਸੇ ਤਰ੍ਹਾਂ ਐਸਐਸਪੀ, ਇਸੇ ਤਰੀਕੇ ਨਾਲ ਵੱਡੇ ਸੈਕਟਰੀ ਮਹਿਕਮਿਆਂ ਦੇ, ਡਾਇਰੈਕਟਰ ਮਹਿਕਮਿਆਂ ਦੇ, ਐਮਡੀ, ਉਹਨਾਂ ਦੇ ਦਰਵਾਜ਼ੇ ਅੱਗੇ ਅੰਦਰ ਦਰਬਾਨ ਜਾਣ ਹੀ ਨਹੀਂ ਦਿੰਦੇ। ਇਹ ਭਰਮ ਨਾ ਟੁੱਟਣ ਦਿਓ ਯਾਰੋ, ਆਪਣੀ ਰੀੜ ਦੀ ਹੱਡੀ ਦੇ ਵਿੱਚ ਕੁਝ ਸਟੀਲ ਸਟੂਲ ਭਰਵਾਓ। ਸਰਦਾਰ ਜਗਤਾਰ ਸਿੰਘ ਜੀ ਕੀ ਕਹਿੰਦੇ ਹੋ? ਫਿਰ ਕਹਿਣਗੇ ਬੋਲਦੇ ਆ। ਗੱਲ ਇਹ ਕਿ ਪਿਛਲੇ ਕਈ ਸਾਲਾਂ ਤੋਂ ਜੋ ਕੁਝ ਵਾਪਰ ਰਿਹਾ ਹੈ ਨਾ, ਸ਼ਾਇਦ ਬਾਕੀ ਥਾਵਾਂ ਤੇ ਵੀ ਹੋਵੇ ਜਿਹਦਾ ਸਾਨੂੰ ਬਹੁਤਾ ਨਹੀਂ ਪਤਾ, ਵੀ ਜਿਹੜੀ ਇਹਨਾਂ ਦਾ ਸਟੀਲ ਫਰੇਮ ਸੀ ਨਾ, ਉਹ ਸਟੀਲ ਨੂੰ ਜੰਗ ਲੱਗ ਗਿਆ। ਰਾਦਰ ਮੈਂ ਤਾਂ ਕਹੂੰਗਾ ਕਿ ਹੁਣ ਇਹਨਾਂ ਦੀ ਰੀੜ ਦੀ ਹੱਡੀ ਹੈ ਹੀ ਨਹੀਂ। ਤਜਰਬਾ ਇਹ ਕਹਿ ਰਿਹਾ ਪਿਛਲੇ ਬੜੇ ਸਾਲਾਂ ਤੋਂ ਇਹ ਗੱਲ ਕਹਿ ਰਿਹਾ ਹੈ ਜੀ ਕਿ ਜਿਹੜਾ ਇਹਨਾਂ ਦਾ ਬਿਹੇਵੀਅਰ ਹੈ, ਇੱਕ ਵਧੀਆ ਪੋਸਟਿੰਗ ਲੈਣ ਵਾਸਤੇ ਇਹ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਹੋਰ ਦਊਂ, ਮੈਂ ਨਾ ਕੋਈ ਨਹੀਂ ਲੈਣੀ ਇਹਦੇ ਚ ਜੀ। ਜਦੋਂ ਫਾਈਨੈਂਸ਼ੀਅਲ ਕਮਿਸ਼ਨਰ ਰੈਂਕ ਦੇ ਅਫਸਰ ਕੱਛੇ ਫਾਈਲ ਮਾਰ ਕੇ ਇੱਕ ਪੋਲੀਟੀਕਲ ਲੀਡਰ ਦੇ ਛੋਟੇ ਡਰਾਈ ਰੂਮ ਦੇ ਬਾਹਰ ਲਾਈਨ ਲਾ ਕੇ ਖੜੇ ਹੋਣ, ਤੇ ਉਹ ਅੰਦਾਜ਼ਾ ਲਾ ਲਓ ਵੀ ਰੀੜ ਦੀ ਹੱਡੀ ਉਹਨਾਂ ਦੀ ਹੈ ਕਿ ਨਹੀਂ। ਇਹ ਗੱਲਾਂ ਆਮ ਪੰਜਾਬ ਦੇ ਵਿੱਚ ਦੇਖੀਆਂ ਗਈਆਂ ਹੈ, ਕੋਈ ਨਵੀਂ ਗੱਲ ਨਹੀਂ। ਜਿਹੜੇ ਲੋਕ ਉਹ ਸਰਕਲ 'ਚ ਘੁੰਮਦੇ ਫਿਰਦੇ ਆ ਉਹਨਾਂ ਨੂੰ ਪਤਾ ਹੈ, ਸ਼ਾਇਦ ਉਹ ਮੈਂ ਵੀ ਦੇਖਿਆ ਹੋਵੇ ਵੀ ਇਹ ਹੋ ਕੀ ਰਿਹਾ। ਸੋ ਇਹਨਾਂ ਲੋਕਾਂ ਤੋਂ ਹੁਣ ਐਕਸਪੈਕਟ ਕਰਨਾ ਕਿ ਇਹਨਾਂ ਦੀ ਰੀੜ ਦੀ ਹੱਡੀ ਹੋਏਗੀ, ਇਹ ਇੱਕ ਬੜੀ ਨਾਰਮਲ ਫਾਰਮੈਲਿਟੀ ਸੀ ਕਿ ਆਈਐਸ ਅਫਸਰ ਐਸੋਸੀਏਸ਼ਨ ਵੱਲੋਂ ਇੱਕ ਮਤਾ ਪਾਸ ਕਰਕੇ ਭੇਜਣਾ, ਸ਼ੋਕ ਮਤਾ। ਕਿਸੇ ਵੇਲੇ ਚੀਫ ਸੈਕਟਰੀ ਇਸ ਐਸੋਸੀਏਸ਼ਨ ਦਾ ਐਕਸ ਅਫੀਸ਼ੋ ਇਸੇ ਕਰਕੇ ਪ੍ਰੈਜ਼ੀਡੈਂਟ ਹੁੰਦਾ ਸੀ ਕਿ ਕਿਸੇ ਨੰਬਰ 2 ਜਾਂ ਨੰਬਰ 3 ਅਫਸਰ ਨੂੰ ਨਹੀਂ ਬਣਾਉਣਾ, ਜਿਹੜਾ ਟਾਪ ਦਾ ਅਫਸਰ ਹੈ ਉਹ ਇਹਦਾ ਇਸੇ ਕਰਕੇ ਪ੍ਰੈਜ਼ੀਡੈਂਟ ਹੁੰਦਾ ਸੀ। ਉਹ ਟ੍ਰੈਡੀਸ਼ਨ ਪੰਜਾਬ 'ਚੋਂ ਖਤਮ ਹੋ ਗਈ। ਫਿਰ ਉਹਦੇ ਨਾਲ ਹੌਲੀ ਹੌਲੀ ਇਹ ਸਾਰਾ ਕੁਝ ਵਾਪਰ ਰਿਹਾ। ਕੁਛ ਗੱਲਾਂ ਕਿਸੇ ਵੇਲੇ ਜਿਹੜੀ ਚੰਗੀਆਂ ਸੀਗੀਆਂ ਉਹਨਾਂ ਨੂੰ ਮੁੜ ਕੇ ਮੇਰੇ ਖਿਆਲ 'ਚ ਅਡਾਪਟ ਕਰ ਲੈਣਾ ਚਾਹੀਦਾ ਹੈ। ਸੋ ਇਹ ਸਮੱਸਿਆ ਡੀਜਨਰੇਸ਼ਨ ਦੀ ਇਹ ਟੋਟਲ ਹੈ, ਸਿਰਫ ਇਹਨਾਂ ਦੀ ਨਹੀਂ। ਤੁਹਾਡੀ ਪੋਲੀਟੀਕਲ ਲੀਡਰਸ਼ਿਪ ਲੈ ਲਓ, ਉਹਦੇ 'ਚ ਵੀ ਡੀਜਨਰੇਸ਼ਨ ਹੈ, ਇੰਸਟੀਟਿਊਸ਼ਨਲ ਡੀਜਨਰੇਸ਼ਨ ਹਰ ਲੈਵਲ ਤੇ ਹੈ। ਔਰ ਮੇਰੇ ਖਿਆਲ ਦੇ ਵਿੱਚ ਜਿਹਦੇ ਬਾਦਲ ਸਾਹਿਬ ਦੀ ਖਬਰ ਆਈ ਸੀਗੀ ਤਾਂ ਉਸ ਤੋਂ ਅਗਲੇ ਦਿਨ ਇਹਨਾਂ ਨੂੰ ਫਾਰਮਲੀ ਐਗਜ਼ੈਕਟਿਵ ਨੂੰ ਮਤਾ ਪਾਸ ਕਰਕੇ ਭੇਜ ਦੇਣਾ ਚਾਹੀਦਾ ਸੀ। ਦੇਖੋ ਨਿਯਮਾਂ ਅਨੁਸਾਰ ਤੇ ਉਹਨਾਂ ਜੋ ਤੁਸੀਂ ਕਿਹਾ ਉਹੋ ਜਿਹਾ ਹੀ ਬੰਦਾ ਬਣਾਇਆ,
ਜਿਹੜਾ ਮੁੱਖ ਮੰਤਰੀ ਦੇ ਸਭ ਤੋਂ ਕੰਨ ਦੇ ਨੇੜੇ ਮੂੰਹ ਲੈ ਜਾਂਦਾ ਹੋਵੇ ਬੰਦਾ, ਤੇ ਉਹੀ ਬਣਾਇਆ। ਹੁਣ ਬਾਅਦ ਦੇ ਵਿੱਚ ਚੀਫ ਸੈਕਟਰੀ ਪਾਵਰਫੁਲ ਹੋ ਗਏ, ਗੱਲ ਵੱਖਰੀ ਆ, ਉੱਥੇ ਪੈਮਾਨਾ ਹੀ ਹੋਰ ਹੈ। ਦਿੱਲੀ ਨਾਲ ਸੱਤਾ ਜ਼ਿਆਦਾ ਜਿਹੜੀ ਆ ਉਹ ਉਧਰ ਜੁੜ ਗਈ, ਤਾਰਾਂ ਜੁੜ ਗਈਆਂ। ਚਿੱਠੀ ਵੀ ਉਹਨਾਂ ਨੇ ਝੱਟ ਲਿਖਾ ਲਈ ਵੀ ਮੈਨੂੰ ਤਾਂ ਸਾਲ ਦੀ ਐਕਸਟੈਂਸ਼ਨ ਦਿਓ, ਇਹ ਤਾਂ ਦੱਬੇ ਫਿਰਦੇ ਆ। ਪਰ ਗੱਲ ਠੀਕ ਹੈ ਤੁਹਾਡੀ, ਕੀ ਕਰੀਏ ਹੁਣ, ਇਹ ਮਾਮਲੇ ਹੀ ਇਦਾਂ ਦੇ ਆ। ਖੈਰ ਤੁਸੀਂ, ਮੈਂ ਆਈਐਸ ਲੌਬੀ ਨੂੰ ਕਹਿਣਾ ਚਾਹੁੰਦਾ, ਸਾਡੀਆਂ ਗੱਲਾਂ ਤੇ ਬਿਲਕੁਲ ਨਹੀਂ ਜਾਣਾ। ਜਿੱਦਾਂ ਸਰਦਾ ਡੰਗ ਟੱਪਦਾ ਠਪਾਈ ਚਲੋ, ਜਿੱਦਾਂ ਅਹੁਦੇ ਮਿਲਦੇ ਆ ਉਦਾਂ ਹੀ ਨਿਭਾਈ ਚੱਲੋ, ਜਿੱਦਾਂ ਤਾਕਤਾਂ ਦਾ ਇਸਤੇਮਾਲ ਮਿਲਦਾ ਲਈ ਚਲੋ। ਸਰਦਾਰ ਜਗਤਾਰ ਸਿੰਘ ਜੀ, ਅਗਲਾ ਮਾਮਲਾ ਵੀ ਤੁਸੀਂ ਲਓ। ਬੀਬੀ ਜਗੀਰ ਕੌਰ ਨੇ ਦੇਤਾ ਜੇ ਸਮਰਥਨ ਨਾ ਨੁਕਰ ਕਰਦਿਆਂ ਕਰਦਿਆਂ, ਨਹੀਂ 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 ਨਹੀਂ, ਨਾ 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 ਨਾ। ਹੁਣ ਦੱਸੋ, ਆਜੂ ਫਿਰ ਤੀਜੇ ਨੰਬਰ ਤੇ ਬੀਜੇਪੀ ਜਾਂ ਦੂਜੇ ਤੇ? ਪਹਿਲੇ ਦੀ ਮੈਂ ਨਹੀਂ ਗੱਲ ਕਰਦਾ। ਹਾਂਜੀ, ਮੈਂ ਥੋੜੀ ਜੀ ਉਹਨਾਂ ਦੀ ਅੱਜ ਵੀਡੀਓ ਸੁਣਨ ਦੀ ਕੋਸ਼ਿਸ਼ ਕੀਤੀ। ਮੈਂ ਕਿਤੇ ਬਾਹਰ ਸੀ, ਮੈਂ ਲੇਟ ਆਇਆ ਘਰ। ਮੈਂ ਸੋਚਿਆ ਵੀ ਚਲੋ ਦੇਖ ਲਈਏ ਮੀਟਿੰਗ ਇਹਨਾਂ ਦੀ ਅੱਜ। ਮੈਨੂੰ ਇੱਕ ਐਸਪੈਕਟ ਸਾਹਮਣੇ ਨਜ਼ਰ ਆ ਰਿਹਾ ਸੀਗਾ। ਮੈਨੂੰ ਬੜੇ ਚਿਰਾਂ ਬਾਅਦ ਕਿਸੇ ਅਕਾਲੀਆਂ ਦੀ ਮੀਟਿੰਗ, ਮੈਂ ਲਫ਼ਜ਼ ਵਰਤੂੰਗਾ, ਅਕਾਲੀਆਂ ਦੀ ਮੀਟਿੰਗ ਦੇ ਵਿੱਚ ਕੁਝ ਜੋਸ਼ ਨਜ਼ਰ ਆ ਰਿਹਾ ਸੀਗਾ ਤੇ ਨਾਰੇ ਲੱਗਦੇ ਮੈਨੂੰ ਸੁਣ ਰਹੇ ਸੀਗੇ। ਬੀਬੀ ਦੀ ਸਪੀਚ ਬਹੁਤੀ ਆਡੀਬਲ ਨਹੀਂ ਸੀਗੀ, ਉਹਦੇ ਕੋਲ ਡਿਸਟਰਬੈਂਸ ਆ ਰਹੀ ਸੀਗੀ। ਲੇਕਿਨ ਇਹ ਐਸਪੈਕਟ ਮੈਂ ਉਹਨਾਂ ਦੀ ਇਸ ਮੀਟਿੰਗ ਦਾ ਦੇਖਿਆ। ਹੁਣ ਜਿਹੜੀ ਉਹਨਾਂ ਨੇ ਕੀਤੀ ਸਪੋਰਟ ਐਕਸਟੈਂਡ ਬੀਜੇਪੀ ਨੂੰ 1996 ਤੋਂ ਲੈ ਕੇ 2020 ਤੱਕ ਅਕਾਲੀ ਦਲ ਬੀਜੇਪੀ ਨੂੰ ਸਪੋਰਟ ਕਰਦਾ ਰਿਹਾ, ਔਰ ਸਪੋਰਟ ਵੀ ਅਨਕੰਡੀਸ਼ਨਲ ਸੀ। ਔਰ 96 ਤੋਂ ਲੈ ਕੇ 2020 ਤੱਕ ਅਕਾਲੀ ਦਲ ਨੇ ਬੀਜੇਪੀ ਤੋਂ ਲਿਆ ਵੀ ਕੁਛ ਨਹੀਂ। ਰਾਦਰ ਰਿਕਾਰਡ ਦਾ ਪਾਰਟ ਹੈ ਕਿ ਜੇ ਪੈਸਾ ਜ਼ਿਆਦਾ ਆਇਆ ਤਾਂ ਜਦੋਂ ਡਾਕਟਰ ਮਨਮੋਹਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ, ਉਦੋਂ ਜ਼ਿਆਦਾ ਆਇਆ ਸੀ। ਸੋ ਸਾਡੇ ਨਾਲ ਬੀਜੇਪੀ ਦਾ ਰਿਸ਼ਤਾ ਤਾਂ ਬਹੁਤ ਪੁਰਾਣਾ ਹੈ। ਜੇ ਹੁਣ ਬਾਦਲ, ਅਕਾਲੀ ਦਲ, ਮੈਂ ਬਾਦਲ ਕਹੂੰਗਾ, ਜੇ ਉਹਨਾਂ ਨੇ ਰਿਸ਼ਤਾ ਤੋੜ ਲਿਆ ਸੀ 2020 ਚ ਅੰਡਰ ਪ੍ਰੈਸ਼ਰ, ਜਦੋਂ ਕਿਸਾਨੀ ਸਟਰਗਲ ਚੱਲੀ, ਤੇ ਜੇ ਕੋਈ ਨਵਾਂ ਅਕਾਲੀ ਦਲ ਬਣ ਰਿਹਾ ਹੈ ਤੇ ਉਹ ਸਪੋਰਟ ਕਰ ਰਿਹਾ ਹੈ ਉਸੇ ਹੀ ਪਾਰਟੀ ਨੂੰ ਜਿਹਦੇ ਨਾਲ ਉਹਨਾਂ ਦੀ ਅਲਾਇੰਸ 1996 ਦੇ ਵਿੱਚ ਬਣੀ ਸੀ ਪਹਿਲੀ ਵਾਰੀ, ਤੇ ਇਹ ਕੋਈ ਅਣਹੋਣੀ ਜੀ ਗੱਲ ਹੈ ਨਹੀਂ। ਇੱਕ ਗੱਲ ਤਾਂ ਮੈਨੂੰ ਜ਼ਰੂਰ ਲੱਗੀ ਡਿਫਰੈਂਟ, ਕਿ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਹੈ ਕਿ ਬੀਬੀ ਨੇ ਕੁਝ ਮੁੱਦੇ ਰੱਖੇ, ਤੇ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਕਿ 96 ਤੋਂ ਲੈ ਕੇ 2020 ਤੱਕ ਅਸੀਂ ਤਾਂ ਕਰਾਇਆ ਕੁਝ ਨਹੀਂ ਸੀਗਾ। ਮੋਦੀ ਸਾਹਿਬ ਬੜੇ ਸਟਰੋਂਗ ਪੀਐਮ, ਉਹਨਾਂ ਤੋਂ ਵੀ ਅਸੀਂ ਕੁਝ ਨਹੀਂ ਕਰਾਇਆ। ਰਾਦਰ ਹਰਿਆਣੇ 'ਚ ਕਮੇਟੀ ਵੱਖਰੀ ਬਣਵਾ ਲਈ, ਬਣਵਾਈ ਆਪ ਨਹੀਂ ਬਣਵਾਈ, ਮਤਲਬ ਇਹ ਰੋਕ ਹੀ ਨਹੀਂ ਸਕੇ। ਬੜੇ ਮੁੱਦੇ ਐਸੇ ਜਿਹੜੇ ਆਪ ਬੰਦੀ ਸਿੰਘਾਂ ਦਾ ਹੁਣ ਰੌਲਾ ਚੱਲ ਰਿਹਾ ਹੈ, ਇਹਨਾਂ ਨੇ ਇਸ਼ੂ ਨੂੰ ਟੇਕਅਪ ਕਿਉਂ ਨਹੀਂ ਕੀਤੇ? ਪੰਜਾਬ ਦੇ ਮੁੱਦੇ ਇੰਨੇ ਸਾਲਾਂ ਤੋਂ ਲਟਕਦੇ ਆ ਰਹੇ ਹੈ, ਉਹ ਕੋਈ ਤਾਂ ਟੇਕਅਪ ਕਰਦੇ ਨਾ ਕਿਸੇ ਵੇਲੇ। ਸੋ ਮੈਂ ਉਸ ਬੈਕਗਰਾਊਂਡ 'ਚ ਗੱਲ ਕਰ ਰਹੀ। ਜੇ ਬੀਬੀ ਨੇ ਇਨੀਸ਼ੀਏਟਿਵ, ਉਹਨੇ ਟ੍ਰੈਡੀਸ਼ਨ ਕੰਟੀਨਿਊ ਕੀਤੀ ਹੈ ਇਹ ਲੈਵਲ ਤੇ ਆ ਕੇ, ਨਾਲ ਮੁੱਦੇ ਜੋੜਤੇ ਕਿ ਅਸੀਂ ਆਹ ਮੁੱਦੇ ਬਣਾ ਕੇ ਮੁੱਦੇ ਨਵੀਂ ਕਰਨਾ। ਦੇਖੋ ਇਹਦੇ 'ਚ ਹੁਣ ਤੱਕ ਮੁੱਦੇ ਹੈ ਨਹੀਂ ਸੀ। ਇਸ ਜਿਹੜਾ ਰਿਲੇਸ਼ਨਸ਼ਿਪ ਅਕਾਲੀ ਦਲ ਦਾ ਬੀਜੇਪੀ ਨਾਲ ਹੈ, ਉਹਦੇ 'ਚ ਮੁੱਦੇ ਗਾਇਬ ਸੀਗੇ ਜੀ। ਹੁਣ ਮੁੱਦੇ ਉੱਭਰ ਰਹੇ। ਕੀ ਬੀਬੀ ਇਹਦੇ 'ਚ ਕਾਮਯਾਬ ਹੋਣਗੇ, ਇਹ ਹੁਣ ਅੱਗੇ ਸਮਾਂ ਦੱਸੇਗਾ। ਮੇਰੇ ਖਿਆਲ ਦੇ ਵਿੱਚ ਇਹਨਾਂ ਕੋਲੇ ਹੋਰ ਚੋਇਸ ਵੀ ਕੋਈ ਨਹੀਂ ਸੀ। ਵੈਸੇ ਉਹ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ, ਇੰਦਰਾ ਗਾਂਧੀ ਨੈਸ਼ਨਲ ਇੰਟਰਨੈਸ਼ਨਲ 에ਅਰਪੋਰਟ, ਉਹਦੇ ਤੇ ਵੈਸੇ ਮੰਗ ਬੜੀ ਜਾਇਜ਼ ਜੀ ਆ। ਬੀਬੀ ਜਗੀਰ ਕੌਰ ਦਾ ਇਹ ਤਰਕ ਸੀ, ਉਹ ਗੈਰ ਰਸਮੀ ਗੱਲਬਾਤ 'ਚ ਦੱਸਦੇ ਸੀ ਕਿ ਜਦੋਂ ਕੋਈ ਬਾਹਰੋਂ ਆਉਂਦਾ ਤੇ ਉਹ ਸਭ ਤੋਂ ਪਹਿਲਾਂ ਇਸੇ ਨਾਂ ਨੂੰ ਪੜ੍ਹਦਾ। ਇਸ ਨਾਂ ਨਾਲ ਜੈਨੋਸਾਈਡ ਵੀ ਜੁੜਿਆ ਹੋਇਆ ਦਿੱਲੀ ਨਾਲ। ਔਰ ਜੇ ਕਿੰਨਾ ਚੰਗਾ ਹੋਵੇ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਇਸ ਦੇਸ਼ ਲਈ ਸ਼ਾਇਦ ਸਭ ਤੋਂ ਹੀ ਵੱਡੀ ਹੈ, ਔਰ ਉਹਦਾ ਕੋਈ ਮੁਲਾਂਕਣ ਕਰਨਾ ਵੀ ਸੰਭਵ ਨਹੀਂ ਹੁੰਦਾ ਉਸ ਤੌਰ ਤੇ ਨਜ਼ਰੀਏ ਤੋਂ। ਤੇ ਜੇਕਰ ਉਹਨਾਂ ਦਾ ਨਾ ਹੋਵੇ, ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ। ਖੈਰ ਸਰਦਾਰ, ਨਹੀਂ, ਮੈਂ ਇਹਦੇ ਨਾਲ ਐਡ ਕਰ ਦਿਆਂ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿੱਲੀ 'ਚ ਹੋਈ ਹੈ ਜੀ। ਇਸ ਕਰਕੇ ਜਿਹੜਾ ਇਹ ਮੰਗ ਹੈ ਕਿ 에ਅਰਪੋਰਟ ਦਾ ਨਾਂ 9ਵੇਂ ਗੁਰੂ ਦੇ ਨਾਂ ਤੇ ਰੱਖਿਆ ਜਾਵੇ, ਜਿਨ੍ਹਾਂ ਨੇ ਹਿਊਮਨ ਰਾਈਟਸ ਵਾਸਤੇ ਕੁਰਬਾਨੀ ਕੀਤੀ, ਤੇ ਇਹ ਮੰਗ ਮੇਰੇ ਖਿਆਲ 'ਚ ਬਹੁਤ ਜਾਇਜ਼ ਹੈ ਜੀ। ਸਰਦਾਰ ਹਮੀਤ ਸਿੰਘ ਜੀ, ਬੀਬੀ ਜਗੀਰ ਕੌਰ ਕਿਸੇ ਹੋਰ ਦਿਸ਼ਾ ਦੇ ਵਿੱਚ ਤੁਰ ਸਕਦੇ ਨੇ, ਇਹ ਕਨਸੋਆਂ ਆਉਂਦੀਆਂ ਰਹੀਆਂ। ਬੜੀ ਲੀਡਰਸ਼ਿਪ ਉਹਦੇ ਵਿੱਚ, ਜ਼ਿਕਰ ਉਹਨਾਂ ਦੇ ਪੁਰਾਣੇ ਸਾਰੇ ਰਿਸ਼ਤੇ ਅਕਾਲੀ ਦਲ ਦੇ ਵਿੱਚ ਪਤਾ ਲੱਗਿਆ, ਇਧਰੋਂ ਵੀ ਬੰਦੇ ਆਏ, ਉਧਰੋਂ ਵੀ ਆਏ, ਫੋਨ ਵੀ ਆਏ, ਸਾਰਾ ਕੁਝ।
ਜਿਸ ਦਿਨ ਬਾਦਲ ਸਾਹਿਬ ਦੀ ਮੌਤ ਹੁੰਦੀ ਹੈ ਉਸ ਦਿਨ ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਬੀਬੀ ਜਗੀਰ ਕੌਰ ਸੁਖਬੀਰ ਦੇ ਨੇੜੇ ਬੜੀ ਦੇਰ ਤੱਕ ਅੱਖਾਂ ਚੋਂ ਅੱਥਰੂ ਵੀ ਉਹਨਾਂ ਦੇ ਸਾਫ਼ ਦਿਸਦੇ ਸੀ। ਫਿਰ ਉਸ ਤੋਂ ਬਾਅਦ ਜਿਸ ਦਿਨ ਸੰਸਕਾਰ ਹੁੰਦਾ ਫਿਰ ਉਸ ਦਿਨ ਵੀ ਉੱਥੇ ਹਾਜ਼ਰ ਰਹਿੰਦੇ ਨੇ, ਲੇਕਿਨ ਉਹ ਭੋਗ ਵਾਲੇ ਦਿਨ ਉੱਥੇ ਨਹੀਂ ਸੀਗੇ। ਚੀਜ਼ਾਂ ਜਿਹੜੀਆਂ ਕਾਫੀ ਹੱਦ ਤੱਕ ਅੱਗੇ ਵਧੀਆਂ ਫਿਰ ਪਿਛਾਂਹ ਹਟੀਆਂ। ਜਿਹੜੀ ਸਮਝੌਤੇ ਦੀ ਗੱਲ ਤੁਰਦੀ ਸੀ ਉਹ ਤੁਰਦਿਆਂ ਤੁਰਦਿਆਂ ਸਮਰਥਨ ਵੱਲ ਆ ਗਈ, ਬੀਜੇਪੀ ਦੇ ਸਮਰਥਨ ਵੱਲ ਆ ਗਈ। ਇੱਕ ਤਾਂ ਇਹ ਪਹਿਲੂ ਆ, ਤੇ ਦੂਜਾ ਬਲਕੌਰ ਸਿੰਘ ਵੀ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਲਗਭਗ ਐਂਟਰੀ ਕਰ ਗਏ ਨੇ। 2 ਦਿਨ ਮਾਰਚ ਉਹਨਾਂ ਕੱਢਣਾ ਔਰ ਉਹ ਸਿੱਧਾ ਸੱਤਾ ਦਾ ਵਿਰੋਧ ਕਰ ਰਹੇ ਆ। ਇਹਨੂੰ ਕਿੱਦਾਂ ਲੈਂਦੇ ਹੋ? ਸੰਗਰੂਰ 'ਚ ਇਸ ਤਰ੍ਹਾਂ ਦੇ ਵਿਰੋਧ ਆਮ ਆਦਮੀ ਪਾਰਟੀ ਨੂੰ ਲੈ ਕੇ ਬਹਿ ਗਏ ਸੀ, ਪਰ ਦੁਆਬੇ ਤੇ ਮਾਲਵੇ ਦੀ ਰਾਜਨੀਤੀ ਵਿੱਚ, ਲੋਕ ਸਾਇਕੀ ਦੇ ਵਿੱਚ, ਗਰਾਊਂਡ ਰਿਐਲਿਟੀਜ਼ ਦੇ ਵਿੱਚ ਫਰਕ ਵੀ ਹੁੰਦਾ। ਇਹਨਾਂ ਦੋਵਾਂ ਚੀਜ਼ਾਂ ਨੂੰ ਕਿਵੇਂ ਲੈਣਾ? ਅਸਲ 'ਚ ਜਿਹੜਾ ਬੀਬੀ ਜਗੀਰ ਕੌਰ ਦੇ ਸਪੋਰਟ ਤੋਂ ਬਾਅਦ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜੇ ਟ੍ਰੈਡੀਸ਼ਨਲ ਅਕਾਲੀ ਨੇ, ਜਿਹੜੇ ਅਕਾਲੀ ਦਲ ਤੋਂ ਹੀ ਅਲੱਗ ਹੋਏ ਅਕਾਲੀ ਨੇ, ਉਹ ਅਕਾਲੀ ਦਲ ਜਾਂ ਬਾਦਲ ਤੋਂ ਕਹਿ ਦੋ, ਚਾਹੇ ਉਹ ਸੁਖਦੇਵ ਸਿੰਘ ਢੀਂਡਸੇ ਵਾਲਾ ਗਰੁੱਪ ਹੈ, ਚਾਹੇ ਉਹ ਬੀਬੀ ਜਗੀਰ ਕੌਰ ਦਾ ਗਰੁੱਪ ਹੈ, ਚਾਹੇ ਉਹ ਬੈਠੇ ਹੋਏ ਸਰਬਣ ਸਿੰਘ ਫਲੌਰ ਵਰਗੇ ਇੱਧਰ ਉੱਧਰਲੇ ਜਿੰਨੇ ਵੀ ਲੀਡਰ ਸਾਰੇ ਸੀ, ਸਾਰਿਆਂ ਦਾ ਮਾਈਂਡ ਸੈਟ ਇੱਕੋ ਹੀ ਹੈ ਕਿ ਬੀਜੇਪੀ ਨਾਲ ਮਿਲ ਕੇ ਹੀ ਅੱਗੇ ਚੱਲਿਆ ਜਾ ਸਕਦਾ, ਕੁਛ ਇਦੋਂ ਬਾਹਰ ਨਹੀਂ। ਮਤਲਬ ਆਪਦਾ ਇੱਕ ਇੰਡੀਪੈਂਡੈਂਟ ਥਾਟ ਪ੍ਰੋਸੈਸ ਚੋਂ, ਕੋਈ ਲੰਮੀ ਸਟਰਗਲ ਚੋਂ ਜਾਂ ਇਦੋਂ ਥੋੜਾ ਜਿਹਾ ਦੂਰ ਹਟ ਕੇ ਕੋਈ ਸਿਆਸਤ ਕਰਨੀ, ਉਹ ਨਹੀਂ ਲੱਗ ਰਿਹਾ ਕਿਸੇ। ਅੱਜ ਵੀ ਪਰਮਿੰਦਰ ਢੀਂਡਸਾ ਵੀ ਉਸ ਸਟੇਜ ਤੇ ਸੀਗੇ ਜਿਹੜੇ ਬੀਬੀ ਜਗੀਰ ਕੌਰ ਨੇ ਬੁਲਾਇਆ, ਤੇ ਬਾਕੀ ਦੇ ਲੋਕ ਵੀ ਹੋਰ ਜਿਹੜੇ ਬਾਦਲਾਂ ਤੋਂ ਬਿਨਾਂ ਵਾਲੇ ਕੁਝ ਬੰਦੇ, ਕੁਝ ਲੀਡਰਸ਼ਿਪ ਉੱਥੇ ਸੀਗੀ। ਦੂਜੀ ਗੱਲ ਇਹ ਹੈ, ਇਹਦਾ ਮਤਲਬ ਇਹ ਹੈ ਕਿ ਕੀ ਜਿਹੜਾ ਪੋਲੀਟੀਕਲ ਏਜੰਡਾ ਉਹ ਕਿਵੇਂ ਉਠਾਉਣਾ। ਇਹ ਜਜ਼ਬਾਤੀ ਮੁੱਦੇ ਕੁਝ ਹੈਗੇ ਨੇ, ਜਿਹੜੇ ਧਾਰਮਿਕ ਮੁੱਦੇ ਨੇ, ਇਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣਾ, ਗੁਰੂ ਤੇਗ ਬਹਾਦਰ ਦੇ ਨਾਂ ਤੇ ਜਾਂ ਇੰਦਰਾ ਗਾਂਧੀ ਦੇ ਨਾਂ ਤੇ ਨਾਮ ਬਣਾਉਣਾ ਜਾਂ ਹੋਰ, ਇਹ ਠੀਕ ਹੋ ਸਕਦੇ ਨੇ ਆਪਣੀ ਜਗ੍ਹਾ ਮੁੱਦੇ, ਉਹ ਅਲੱਗ ਗੱਲ ਹੈ। ਪੰਜਾਬ ਦੀ ਪ੍ਰੋਬਲਮ ਪੋਲੀਟੀਕਲ ਪ੍ਰੋਬਲਮ ਹੈ। ਪੰਜਾਬ ਦੇ ਵਿੱਚ ਬੀਜੇਪੀ ਸੈਂਟਰਲਾਈਜ਼ ਕਰਦੀ ਰਹੇ ਟੋਟਲ ਪਾਵਰ ਸਟਰਕਚਰ ਨੂੰ, ਤੇ ਨਾਲ ਇਹ ਦੌੜਦੇ, ਇਹ ਮੈਨੂੰ ਲੱਗਦਾ ਔਖਾ ਕੰਮ ਨਹੀਂ ਬੀਜੇਪੀ ਲਈ, ਇਹ ਕੋਈ ਬਹੁਤ ਜ਼ਿਆਦਾ ਮਹਿੰਗਾ ਕੰਮ ਨਹੀਂ ਸੌਦਾ। ਜੇ ਇੰਨੇ ਨਾਲ ਸਾਰਾ ਕੁਝ ਹੁੰਦਾ ਹੋਵੇ, ਬੀਜੇਪੀ ਕਾਂਗਰਸ ਮੁਕਤ ਭਾਰਤ ਦਾ ਸਲੋਗਨ ਦਿੰਦੀ ਆ ਰਹੀ ਹੈ ਲਗਾਤਾਰ, ਤਾਂ ਇੰਦਰਾ ਗਾਂਧੀ ਦਾ ਨਾਂ ਹਟਾਉਣਾ ਵੀ ਕਾਂਗਰਸ ਮੁਕਤ ਭਾਰਤ ਦਾ ਇੱਕ ਸੱਦਾ ਹੋ ਜਾਏਗਾ, ਕੋਈ ਫਰਕ ਨਹੀਂ ਪੈਂਦਾ ਇੱਕ ਅੱਧਾ ਇੱਧਰ ਉੱਧਰ। ਉਹ ਇੰਨੇ ਜਗ੍ਹਾ ਦੇ ਨਾਂ ਬਦਲ ਰਹੀ ਹੈ, ਇੰਨਾ ਸਿਲੇਬਸ ਬਦਲ ਰਹੀ ਹੈ, ਇੰਨਾ ਬਾਕੀ ਦੇ ਜਗ੍ਹਾ ਚੀਜ਼ਾਂ ਹੋਰ ਕਰ ਰਹੀ ਹੈ। ਇਸ ਭਾਅ ਬੀਜੇਪੀ ਨੂੰ ਕੋਈ ਮਾੜਾ ਨਹੀਂ ਹੈ। ਇਹ ਸੌਦਾ ਕੋਈ ਵੀ ਕਰੇਗਾ, ਚਾਹੇ ਉਹ ਬਾਦਲ ਅਕਾਲੀ ਦਲ ਕਰ ਲੇ, ਚਾਹੇ ਬੀਬੀ ਕਰ ਲੇ, ਚਾਹੇ ਜਿਹੜਾ ਮਰਜ਼ੀ ਕਰ ਲੇ। ਅਸਲ 'ਚ ਲੜਾਈ ਪੋਲਿਟਿਕਸ ਤੋਂ ਸ਼ੁਰੂ ਹੋਣੀ ਹੈ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਆਪਣੇ ਆਪ ਰਾਜ ਕਰਨ ਦੇ ਲਈ, ਆਪਣੇ ਫੈਸਲੇ ਆਪ ਕਰਨ ਦੇ ਲਈ, ਆਪਣੀ ਹਿਸਟਰੀ ਮੁਤਾਬਕ, ਆਪਣੇ ਕਲਚਰ ਮੁਤਾਬਕ, ਉਹ ਤਾਕਤ ਦੀ ਸ਼ੇਅਰਿੰਗ ਜਿਹੜੀ ਹੈ, ਪਾਵਰ ਸ਼ੇਅਰਿੰਗ ਜਿਹੜੀ ਹੈ, ਉਹ ਜਿਹਾ ਪ੍ਰਬੰਧ ਦੀ ਲੜਾਈ ਜਿਹੜੀ ਹੈ, ਚਾਹੇ ਉਹ ਫੈਡਰਲ ਸਟਰਕਚਰ ਦੇ ਨਾਂ ਤੇ ਕਹੋ, ਚਾਹੇ ਅਨੰਦਪੁਰ ਦੇ ਮਤੇ ਦੇ ਨਾਂ ਤੇ, ਜਿੱਤੇ ਮਰਜੀ ਉਹ ਸਟੈਂਡ ਕੋਈ ਗਰੁੱਪ ਲਏਗਾ ਪੰਜਾਬ 'ਚੋਂ ਜਾਂ ਨਹੀਂ ਲਏਗਾ, ਇਹ ਸਭ ਤੋਂ ਬੜਾ ਕੁਐਸਚਨ ਹੈ। ਅੱਜ ਦੀ ਡੇਟ ਤੱਕ ਕੋਈ ਗਰੁੱਪ ਨਹੀਂ ਬਚਿਆ ਇਹਦਾ ਮਤਲਬ ਜਿਹੜਾ ਇਹ ਸਟੈਂਡ ਉਸ ਪੱਧਰ ਦੇ ਉੱਤੇ ਲੈ ਰਿਹਾ। ਨੰਬਰ 1 ਇਹ ਮੈਨੂੰ ਇਸ ਗੱਲ ਤੋਂ ਮਨਜ਼ੂਰ, ਠੀਕ ਹੈ ਤਰਤੀਬ ਹੋ ਸਕਦੀ ਸੀ, ਤੁਸੀਂ ਇਹ ਲੈਂਦੇ ਨਾਲ 2 ਗੱਲਾਂ ਹੋਰ ਕਰਦੇ, 3 ਗੱਲਾਂ, ਤਾਂ ਬੜੀ ਵੱਡੀ ਗੱਲ ਸੀ ਕਿ ਪੋਲੀਟੀਕਲ ਸੈਂਟਰਲਾਈਜੇਸ਼ਨ ਆਫ ਪਾਵਰ ਨੂੰ ਚੈਲੰਜ ਕਰਨਾ ਨੰਬਰ 1 ਕੁਐਸਚਨ ਹੈ, ਜਿਹੜਾ ਸਟੇਟ ਦੇ ਨਾਲ ਸੰਬੰਧਿਤ ਬਣਦਾ ਮੇਰੇ ਖਿਆਲ ਹੈ ਪੋਲੀਟੀਕਲ ਕੁਐਸਚਨ। ਤੇ ਦੂਜੀ ਗੱਲ, ਜਿਵੇਂ ਬਲਕੌਰ ਸਿੰਘ ਹੋਣੀ ਆਏ ਨੇ ਜਾਂ ਬਾਕੀ ਨੇ ਸਾਰੇ ਲੋਕ, ਉਹ ਜੋ ਲੱਗ ਰਿਹਾ ਹੈ ਆਪਣੇ ਬੇਟੇ ਬਾਰੇ ਕਿ ਤੁਸੀਂ ਇਹ ਕੰਮ ਨਹੀਂ ਕਰ ਰਹੇ, ਤੁਸੀਂ ਗੈਂਗਸਟਰਾਂ ਦੀਆਂ ਸਗੋਂ ਇੰਟਰਵਿਊਆਂ ਕਰਾ ਰਹੇ ਹੋ, ਤੁਸੀਂ ਉਹਦੇ ਤੇ ਕੋਈ ਗੱਲ ਨਹੀਂ ਕਰ, ਉਹਦੇ ਗਿਲੇ ਸੀ ਕਿ ਠੀਕ ਨੇ ਬੜੀ ਜਗ੍ਹਾ, ਮਤਲਬ ਆਪਣੇ ਆਪ ਹੀ ਸਟੇਟ ਜਾਂ ਗਵਰਨਮੈਂਟ ਇਹੋ ਜਿਹਾ ਕੁਝ ਨਹੀਂ ਸਾਹਮਣੇ ਦਿਖਾ ਪਾਈ ਜਿੱਥੇ ਉਹ ਸੰਤੁਸ਼ਟੀ ਜੀ ਲੱਗਦੀ ਹੋਵੇ। ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਹੀ ਨਹੀਂ ਹਜੇ ਪਤਾ, ਉਹ ਕਹਿੰਦੇ ਵੀ ਉਹ ਇੱਥੇ ਹੀ ਹੁੰਦੀਆਂ ਰਹੀਆਂ ਜਿਹੜਾ 'ਚ ਤੁਸੀਂ ਕਹੀ ਜਾ ਰਹੇ ਹੋ ਵੀ ਬਾਕੀ ਮੁੱਦੇ ਨਹੀਂ, ਇਹ ਗੱਲ। ਫਿਰ ਉਹ CI ਸਟਾਫ ਵਾਲਾ ਜਿਹੜਾ ਫੜਿਆ ਸੀ ਉਹ ਮਾਨਸਾ 'ਚ ਹੀ ਲਾਇਆ ਹੋਇਆ ਸੀ, ਜਿਹਨੇ ਉਹ ਬੰਦਾ ਭਜਾਤਾ ਚੱਕ ਕੇ। ਇਹ ਸਾਰੇ ਸਵਾਲਾਂ ਦੇ ਜਵਾਬ ਉਹਨੂੰ ਨਹੀਂ ਮਿਲ ਰਹੇ, ਪਰ ਕਿੰਨਾ ਚਿਰ ਉਹ ਆਇਆ ਤੇ ਥੋੜਾ ਬਹੁਤ ਅਸਰ ਪੈਣਾ, ਜੇ ਜ਼ਿਆਦਾ ਨਹੀਂ, ਆਟੋਮੈਟਿਕਲੀ 2 ਦਿਨ ਖਬਰਾਂ ਛਪਣਗੀਆਂ, ਹੋਰ ਚੀਜ਼ਾਂ ਲੱਗਣਗੀਆਂ, ਉਹ ਸਪੇਸ ਇੱਧਰ ਬਦਲੂਗੀ, ਕੁਛ ਤਾਂ ਫਰਕ ਪਊਗਾ ਹੀ, ਥੋੜਾ ਬਹੁਤ ਫਰਕ ਕਿੰਨਾ ਪੈਂਦਾ ਉਹ ਇੱਕ ਅਲੱਗ ਸਵਾਲ ਹੈ। ਪਰ ਇਹਦਾ ਮਤਲਬ ਇੱਕ ਗੱਲ ਜਾਂਦਾ ਕਿ ਸਰਕਾਰ ਬਹੁਤੇ ਖੜੇ ਹੋਏ ਮਾਮਲਿਆਂ ਨੂੰ ਸ਼ਾਰਟ ਆਊਟ ਕਰਨ 'ਚ ਨਾਕਾਮਯਾਬ ਦਿਖਾਈ ਦੇ ਰਹੀ ਹੈ। ਜਿੰਨੇ ਵੀ ਖੜੇ ਹੋਏ ਇਹਦੇ ਟੈਨਿਓਰ 'ਚ ਖੜੇ ਹੋਏ, ਪਹਿਲਿਆਂ ਨੂੰ ਛੱਡ ਦਿਓ, ਜੋ ਇਹਦੇ ਵੇਲੇ 'ਚ ਖੜੇ ਹੋਏ ਉਹ ਵੀ ਕਲੋਜ਼ ਨਹੀਂ ਕਿਸੇ ਮਾਮਲੇ 'ਚ ਹੋ ਰਹੇ। ਉਹ ਇਹਨਾਂ ਨੂੰ ਦੇਖਣਾ ਪਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਮਾਮਲੇ ਦੇ ਵਿੱਚ ਜਾਂਦੇ ਹੋਏ। ਹਾਂ, ਜਿਹੜੇ ਜੋੜ ਤੋੜ ਹੁੰਦੇ ਨੇ ਉਹਨਾਂ 'ਚ ਚੋਣ ਕਿੱਧਰ ਚਲੀ ਜਾਂਦੀ ਹੈ, ਵੋਟਾਂ ਕਿੱਧਰ ਚਲੀਆਂ ਜਾਂਦੀਆਂ ਨੇ, ਇਹਨੂੰ ਬਹੁਤ ਫੈਕਟਰ ਪ੍ਰਭਾਵਿਤ ਕਰਦੇ ਨੇ, ਕੱਲਾ ਇੱਕ ਫੈਕਟਰ ਨਹੀਂ।
ਸਰਕਾਰ ਕਿਹਦੀ ਹੈ 4 ਸਾਲ, ਇਹ ਵੀ ਇੱਕ ਕਾਫੀ ਬੜਾ ਫੈਕਟਰ ਹੁੰਦਾ ਹੈ, ਛੋਟਾ ਫੈਕਟਰ ਨਹੀਂ ਹੁੰਦਾ ਪਾਵਰ ਦੇ ਵਿੱਚ ਜੇਕਰ ਤੁਸੀਂ ਦੇਖਿਆ ਜਾਏ। ਔਰ ਸੈਂਟਰ 'ਚ ਸੱਤਾ ਕਿਹਦੀ ਹੈ, ਇਹ ਵੀ ਇੱਕ ਪਾਵਰਫੁਲ ਫੈਕਟਰ ਹੁੰਦਾ ਹੈ। ਕੀ ਜੇ ਝੀਲ ਇਹ ਵੀ ਬੜੀ ਹੁੰਦੀ ਹੈ ਯਾਰ, ਬਹੁਤ ਦੇਖ ਲਿਆ ਹੁਣ ਰਾਸਤਾ ਚੋਂ ਬੰਦੇ ਉਲਟ ਵੀ ਚੱਲ ਪੈਂਦੇ ਨੇ ਸੰਗਰੂਰ ਵਾਂਗ, ਉਹ ਵੀ ਇੱਕ ਬੜਾ ਵੱਡਾ ਫੈਕਟਰ ਹੁੰਦਾ ਹੈ। ਫਿਰ ਕਾਸਟ ਫੈਕਟਰ ਸਾਡੇ ਇਸ ਸੀਟ ਤੇ ਕਾਫੀ ਮੈਟਰ ਕਰਦਾ ਹੈ। ਜਿਹੜੀਆਂ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ ਉਹਨੂੰ ਦੇਖ ਕੇ ਕਾਫੀ ਚੀਜ਼ਾਂ ਨੇ। ਹੁਣ ਤਾਂ 3 ਦਿਨ ਰਹਿ ਗਏ ਪ੍ਰਚਾਰ ਦੇ, ਤੋਂ ਬਾਅਦ ਜੀ ਪ੍ਰਚਾਰ ਬੰਦ ਹੋ ਜਾਣਾ 8 ਤਰੀਕ ਸ਼ਾਮ ਨੂੰ, ਤੇ 13 ਨੂੰ ਰਿਜ਼ਲਟ ਆ ਜਾਣਾ। ਬਾਕੀ ਪਾਰਟੀਆਂ ਨੇ ਜ਼ੋਰ ਜ਼ੋਰ ਆਪਣੇ ਤਰੀਕੇ ਦੇ ਨਾਲ ਲਾਇਆ ਹੋਇਆ, ਕਈਆਂ ਦਾ ਮੈਚ ਪਹਿਲੇ ਦੂਜੇ ਚ ਫਸਿਆ ਹੋਇਆ, ਕਈ ਫਿਰ ਉਹ ਤੀਜੇ ਚੌਥੇ ਨੰਬਰ ਲਈ ਖੇਡਦੇ ਨੇ ਜਿਹੜੇ, ਉਹ ਵੀ ਉਸੇ ਸਾਰੇ ਮਾਮਲੇ ਦੇ ਵਿੱਚ ਨੇ। ਪਤਾ ਤਾਂ ਲੱਗ ਹੀ ਜਾਣਾ ਥੋੜੇ ਦਿਨਾਂ ਚ। ਬਿਲਕੁਲ, ਇਹ ਸਵਾਲ ਕਾਫੀ ਔਖਾ ਅਕਾਲੀ ਦਲ ਲਈ ਔਰ ਕਾਂਗਰਸ ਲਈ ਹੈ, ਜਿਹੜੀਆਂ ਕਦੇ ਮੁੱਖ ਫਾਈਟਰ ਧਿਰਾਂ ਹੁੰਦੀਆਂ ਸੀ, ਇੱਕ ਦੂਜੇ ਨਾਲ ਲੜਦੀਆਂ ਸੀ ਪਹਿਲੇ ਦੂਜੇ ਸਥਾਨ ਲਈ। ਹੁਣ ਉਹਨਾਂ ਲਈ ਸੰਕਟ ਇਹ ਬਣਿਆ ਹੋਇਆ, ਕਾਂਗਰਸ ਦੀ ਆਪਣੀ ਸੀਟ ਹੈ, ਉਹ ਅਜੇ ਜੱਕੋ ਤੱਕਿਆਂ ਚ ਪਏ ਹੋਇਆ ਵੀ ਸਾਡੀ ਜਿੱਤ ਯਕੀਨੀ ਹੈ ਵੀ ਕਿ ਨਹੀਂ। ਦੁਆਬੇ ਦਾ ਔਰ ਮਾਝੇ ਦਾ ਸੱਤਾ ਦੇ ਨਾਲ ਜੁੜੇ ਰਹਿਣ ਦਾ ਲੋਕਾਂ ਦਾ ਟ੍ਰੈਂਡ, ਤੇ ਅਗਲੇ 4 ਸਾਲ ਤੱਕ ਸੱਤਾ ਨਾਲ ਜੁੜੇ ਰਹਿਣ ਦਾ ਟ੍ਰੈਂਡ, ਇਹ ਇੱਕ ਪਾਸੇ ਆ, ਤੇ ਦੂਜੇ ਬੰਨੇ ਬੀਜੇਪੀ ਨਾਲ ਤੇ ਸੱਤਾ ਨਾਲ ਜੁੜੇ ਰਹਿਣ ਦਾ ਇਹ ਵੀ ਦੋ ਪਹਿਲੂ ਨੇ। ਔਰ ਔਖਾ ਹੋ ਰਿਹਾ ਕਾਂਗਰਸ ਤੇ ਅਕਾਲੀ ਦਲ ਨੂੰ ਆਪਣੇ ਲੋਕਾਂ ਨੂੰ ਇਹ ਸਮਝਾਉਣਾ ਕਿ ਆਪਾਂ ਲੜ ਕਿਉਂ ਰਹੇ ਆ, ਸਾਡਾ ਮਕਸਦ ਸਾਹਮਣੇ ਕੀ। ਆਖਰੀ ਟਿੱਪਣੀ ਸਰਦਾਰ ਜਗਤਾਰ ਸਿੰਘ ਜੀ। ਮੈਂ ਹਮੀਰ ਹੋਰਾਂ ਦੀ ਗੱਲ 2 ਮਿੰਟ ਚ ਕਰਕੇ ਖਤਮ ਕਰਦਾ। ਪੰਜਾਬ ਦੇ ਜਿਹੜੇ ਏਜੰਡੇ ਸੀ ਉਹਨਾਂ ਤੇ ਬੜੀ ਵੱਡੀ ਸਟਰਗਲ ਚੱਲੀ, ਸੰਘਰਸ਼ ਚੱਲਿਆ, 40,000 ਲੋਕ ਮਰੇ ਹੈ। ਉਹਦੇ ਚ ਫੈਡਰਲਿਜ਼ਮ ਬਹੁਤ ਵੱਡਾ ਇਸ਼ੂ ਸੀਗਾ। ਹੁਣ ਮੈਂ ਗੱਲ ਕਰਦਾ ਜਲੰਧਰ ਦੀ। ਇਸ਼ੂ ਸਾਹਮਣੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਕੋਈ ਵੀ ਵੱਡਾ ਉੱਭਰ ਕੇ ਨਹੀਂ ਆਉਂਦਾ। ਜਿਹੜੇ ਰਾਦਰ ਬਾਈ ਇਲੈਕਸ਼ਨ ਦੇ ਵਿੱਚ ਕਈ ਵਾਰ ਇਸ਼ੂ ਬਣਦੇ ਹੀ ਨਹੀਂ ਹੁੰਦੇ। ਕਾਂਗਰਸ ਦੀ ਲੜਾਈ ਆਪਣੀ ਸੀਟ ਰਿਟੇਨ ਕਰਨ ਦੀ ਹੈ। ਹਾਂ, ਇਹ ਠੀਕ ਹੈ ਕਿ ਜੇ ਇਹ ਪਾਰਟੀ ਇਸ ਸਿਚੁਏਸ਼ਨ ਦੇ ਵਿੱਚ ਆਪਣੀ ਸੀਟ ਰਿਟੇਨ ਕਰ ਜਾਂਦੀ ਹੈ ਤੇ ਉਹਨਾਂ ਵਾਸਤੇ ਇੱਕ ਮੋਰਲ ਪੋਸਟਿੰਗ ਨੈਸ਼ਨਲ ਲੈਵਲ ਤੇ ਬਣ ਜਾਂਦੀ ਹੈ। ਕਾਂਗਰਸ ਦੀ ਦਿੱਲੀ ਦੀ ਲੀਡਰਸ਼ਿਪ ਇੱਥੇ ਨਹੀਂ ਆਈ। ਆਮ ਆਦਮੀ ਪਾਰਟੀ ਮਾਈਕਰੋ ਮੈਨੇਜ ਕਰ ਰਹੀ ਹੈ, ਬੀਜੇਪੀ ਵੀ ਮਾਈਕਰੋ ਮੈਨੇਜ ਕਰ ਰਹੀ ਹੈ। ਜਿੰਨਾ ਜ਼ੋਰ ਬੀਜੇਪੀ ਦੇ ਲੱਗ ਰਿਹਾ ਹੈ, 5-6 ਮਿਨਿਸਟਰ ਉਹਨਾਂ ਦੇ ਜਲੰਧਰ ਬੈਠੇ ਹੈ, ਇਹਨਾਂ ਕਿਸੇ ਹੋਰ ਪਾਰਟੀ ਦਾ ਜ਼ੋਰ ਨਹੀਂ ਲੱਗ ਰਿਹਾ। ਲੇਕਿਨ ਮੁੱਦੇ ਨਹੀਂ, ਇਹ ਲੜਾਈ ਹੁਣ ਆਪਣੀ ਇੱਕ ਨਵੀਂ ਹੋਂਦ, ਨਵਾਂ ਬੇਸ ਕਾਇਮ ਕਰਨ ਵਾਸਤੇ ਪੰਜਾਬ ਦੇ ਵਿੱਚ, ਪੰਜਾਬ ਆਪਾਂ ਕਹਿੰਦੇ ਸਟ੍ਰੈਟੇਜਿਕ ਸਟੇਟ ਹੈ। ਸੋ ਬੀਜੇਪੀ ਦਾ ਮਸਲਾ ਸਟ੍ਰੈਟੇਜਿਕ ਸਟੇਟ ਦੇ ਵਿੱਚ ਇੰਡੀਪੈਂਡੈਂਟਲੀ ਇਨਰੋਡਸ ਬਣਾਉਣਾ ਹੈ, ਤੇ ਉਹਨਾਂ ਨੇ ਨਾਲ ਇਹ ਦੇਖਣਾ ਵੀ ਕਿਹੜੇ ਕਿਹੜੇ ਸੈਕਟਰ ਤੋਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ। ਆਮ ਆਦਮੀ ਪਾਰਟੀ ਆਪਣਾ ਜਿਹੜੇ ਸਗਰੂ ਇਹਨਾਂ ਦੀ ਹਿਊਮਿਲੇਸ਼ਨ ਹੋਈ ਹੈ ਉਹਨੂੰ ਕਵਰ ਅਪ ਕਰਨਾ ਚਾਹੁੰਦੀ ਹੈ। ਮੋਟੀ ਜੀ ਗੱਲ ਮੈਨੂੰ ਇਹ ਲੱਗ ਰਹੀ ਹੈ ਇਸ ਵੇਲੇ। ਸਭ ਤੋਂ ਅਹਿਮ ਸਵਾਲ ਕਿ ਬੀਜੇਪੀ ਕੱਲਿਆਂ ਜਾਊਗੀ 24 ਚ ਜਾਂ ਉਹ ਕਿਸੇ ਦੇ ਨਾਲ ਜਾਊਗੀ, ਇਸ ਗੱਲ ਨੂੰ ਨਿਰਧਾਰਤ ਵੀ ਇਹ ਨਤੀਜੇ ਕਰਨਗੇ। ਬੀਜੇਪੀ ਦੇ ਵਿੱਚ ਨਵੇਂ ਆਏ ਬਹੁਤੇ ਕਾਂਗਰਸੀ ਅਜੇ ਵੀ ਇਹ ਮੰਨਦੇ ਆ ਕਿ ਅਕਾਲੀ ਦਲ ਨਾਲ ਸਮਝੌਤਾ ਕੋਈ ਬੁਰਾ ਨਹੀਂ ਹੋ ਸਕਦਾ, ਲੇਕਿਨ ਇਹ ਸਮਝੌਤੇ ਦੀ ਰੇਸ਼ੋ ਕੀ ਹੋਊਗੀ ਇਹ ਤੈਅ ਹੋਊਗਾ ਕਿ 50-50 ਤੱਕ ਇਹ ਹੋ ਸਕੂਗਾ। ਹੁਣ ਇਹਦੇ ਵਿੱਚ ਨੰਬਰ ਗੇਮ ਦੇ ਵਿੱਚ ਉੱਪਰ ਕੌਣ ਰਹਿੰਦਾ, ਥੱਲੇ ਕੌਣ ਰਹਿੰਦਾ, ਇਹ ਦਿਲਚਸਪੀਆਂ ਬਣੀਆਂ ਰਹਿਣਗੀਆਂ। ਅਸੀਂ ਕਾਫੀ ਅੱਗੇ ਲੰਘ ਆਏ ਆ। ਮੇਰਾ ਜੀ ਕਰਦਾ ਸੀ ਵੀ ਮੈਂ ਪੁੱਛ ਲਵਾਂ ਇੱਕ ਵਾਰੀ ਕਿ ਇਸ ਗੇਮ ਦੇ ਵਿੱਚ ਫਾਇਦਾ ਕਿਹਨੂੰ ਹੋ ਰਿਹਾ। ਵੈਸੇ ਸਰਦਾਰ ਹਮੀਰ ਸਿੰਘ ਜੀ, ਮਾੜਾ ਜਿਹਾ ਇਹ ਇੱਕ ਟਿੱਪਣੀ ਕਰ ਹੀ ਦਿਓ ਕਿ ਜਿਸ ਤਰ੍ਹਾਂ ਦਾ ਦ੍ਰਿਸ਼ ਆ ਇਹਦੇ ਵਿੱਚ ਇਹਨਾਂ ਦੀ ਫਾਈਟ ਜਿਹੜੀ ਆ, ਕਿ ਇੰਦਰ ਇਕਬਾਲ ਅਟਵਾਲ ਅਕਾਲੀ ਅਪੀਲ ਦੇ ਨਾਲ, ਚਿਹਰੇ ਮੋਹਰੇ ਦੀ ਅਕਾਲੀ ਅਪੀਲ ਦੇ ਨਾਲ ਪਿੰਡੂ ਖੇਤਰਾਂ 'ਚ ਥੋੜਾ ਬਹੁਤਾ ਸੰਨ ਲਾ ਸਕਣਗੇ ਅਕਾਲੀ ਵੋਟ ਬੈਂਕ ਨੂੰ। ਬੀਜੇਪੀ ਸ਼ਹਿਰਾਂ ਦੇ ਵਿੱਚ ਆਪਣੇ ਵੋਟ ਨਾਲ ਤਾਂ ਥੋੜੀ ਨਿਸ਼ਚਿੰਤ ਹੁੰਦੀ ਆ ਵੀ ਇਹ ਤਾਂ ਚਲੋ ਪਵਾ ਹੀ ਲਵਾਂਗੇ। ਕੀ ਕਹਿੰਦੇ ਹੋ? ਮੈਨੂੰ ਲੱਗਦਾ ਅਕਾਲੀ ਅਪੀਲ ਤੋਂ ਜ਼ਿਆਦਾ ਅਪੀਲ ਸ਼ਾਇਦ ਕਾਸਟ ਫੈਕਟਰ ਜਲੰਧਰ ਦੇ ਸੀਟ ਤੇ ਜ਼ਿਆਦਾ, ਜਿਵੇਂ ਹੰਸਰਾਜ ਖੜੇ ਸੀ ਇੱਕ ਪਾਰਟੀਕੂਲਰ ਕਾਸਟ ਚੋਂ, ਦੂਜੀ ਦੀਆਂ ਵੋਟਾਂ ਜ਼ਿਆਦਾ ਸੀ, ਹੰਸ ਹਾਰ ਗਏ ਸੀ ਜਲੰਧਰ ਦੇ ਵਿੱਚ, ਅਕਾਲੀ ਦਲ ਵੱਲੋਂ ਹੀ ਖੜੇ ਸੀਗੇ। ਮਤਲਬ ਅਕਾਲੀ ਵੋਟ ਤਾਂ ਉਹਨਾਂ ਨੂੰ ਪਈ ਹੋਣੀ ਹੈ, ਪਰ ਜਿਹੜੀ ਉਹ ਬਾਕੀ ਦੀ ਚੀਜ਼ ਸੀ। ਔਰ ਕਈਆਂ ਦਾ ਫੈਕਟਰ, ਕਈ ਮਿਲ ਕੇ ਕੰਮ ਕਰਦੇ ਨੇ ਅਸਲ ਦੇ ਵਿੱਚ ਕਈ ਫੈਕਟਰ। ਔਰ ਹਾਂ, ਉਹ ਇੱਕ ਇੰਨੀਆਂ ਕੁ ਵੋਟਾਂ, ਇੱਕ ਤਾਂ ਲੋਕਲ ਸ਼ਹਿਰੀ ਜਿਹੜੀ ਹਿੰਦੂ ਵੋਟ ਹੈ, 3-4 ਸੀਟਾਂ ਨੇ ਅਕਾਲੀ ਦਲ ਨਾਲ ਵੀ ਵੰਡ ਕੇ ਆਉਂਦੀਆਂ ਰਹੀਆਂ ਬੀਜੇਪੀ ਦੇ ਹਿੱਸੇ ਉਹ ਅਸੈਂਬਲੀ 'ਚ। ਇਹ ਤੋਂ ਪਹਿਲਾਂ ਵੀ ਬੀਜੇਪੀ ਮਨੋਰੰਜਨ ਕਾਲੀਆ ਉੱਥੋਂ ਜਿੱਤਦੇ ਰਹੇ, ਚੁਨੀ ਲਾਲ ਭਗਤ ਉੱਥੋਂ ਜਿੱਤ ਰਹੇ, ਜਿਹੜਾ ਹੋਰ ਇੱਕ ਸੀਗੇ ਭੰਡਾਰੀ, ਉਹ ਵੀ ਇੱਕ ਸੀਟ ਤੋਂ ਜਿੱਤੇ ਸੀ ਜਿੱਥੇ ਹੈਨਰੀ ਲੜਦਾ ਸੀ।
ਔਰ ਹੋਰ ਕਈ ਮਤਲਬ ਇਹੋ ਜਿਹੇ ਸੀਗੇ। ਬੀਜੇਪੀ ਦਾ ਆਪਣਾ ਇੱਕ ਬੇਸ ਪੁਰਾਣਾ ਸ਼ਹਿਰ 'ਚ ਤਾਂ ਹੈ ਹੀ ਹੈ। ਪਿੰਡੂ ਵੋਟ ਚੋਂ ਕਿੰਨਾ ਕੁ ਕਾਸਟ ਜਾਂ ਰਿਲੀਜਨ ਫੈਕਟਰ ਆਉਂਦਾ, ਉਹਨਾਂ ਨੂੰ ਫਾਇਦਾ ਕਿੰਨਾ ਕੁ ਹੋ ਸਕਦਾ ਹੈ। ਉਸ ਤੋਂ ਬਾਅਦ ਹੁਣ ਟਰਾਂਸਫਰ ਵੀ ਹੁੰਦਾ ਜਾਂ ਨਹੀਂ ਹੁੰਦਾ, ਇਹ ਟੈਸਟ ਹੈ ਪਹਿਲੀ ਵਾਰ ਸ਼ਾਇਦ ਬੀਜੇਪੀ ਦਾ, ਕਿਉਂਕਿ ਜਿਹੜੇ ਬਾਕੀ ਚੀਜ਼ਾਂ ਟੈਸਟ ਕੀਤਾ ਹੁੰਦਾ ਅਜੇ ਉਹਨਾਂ ਨੇ ਲੜੀ ਹੋਣੀ ਉਹ ਸੀਟ ਆਪਣੇ ਲੈਵਲ ਤੇ, ਉਸ ਪੱਧਰ ਦੇ ਉੱਤੇ। ਫਿਰ ਬੀਐਸਪੀ ਅਕਾਲੀ ਦਲ ਨੂੰ ਬੀਐਸਪੀ ਦਾ ਵੋਟ ਕਿੰਨਾ ਟਰਾਂਸਫਰ ਹੁੰਦਾ, ਇਹ ਵੀ ਟੈਸਟ ਹਜੇ ਹੈਗਾ। ਮਤਲਬ ਦੇਖਿਆ ਹੋ ਗਿਆ ਕਿ ਉਹ 2 ਲੱਖ ਤੋਂ ਵੱਧ ਸੀ ਜਿਹੜਾ, ਉਹ ਟਰਾਂਸਫਰ ਉਧਰ ਹੋਏਗਾ ਕਿ ਨਹੀਂ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਚੰਨੀ ਫੈਕਟਰ ਤੋਂ ਲੈ ਕੇ ਜਿਹੜਾ ਕਾਸਟ ਫੈਕਟਰ ਕਾਂਗਰਸ ਦੇ ਨਾਲ ਜੁੜਦਾ ਹੈ, ਜਿਵੇਂ ਚੰਨੀ ਨੂੰ ਬੁਲਾ ਕੇ ਇੱਕ ਵਾਰ ਮਾਹੌਲ ਬਣ ਗਿਆ ਸੀ ਇਸ ਲੈਵਲ ਦਾ, ਚੰਨੀ ਨੇ ਇੱਕ ਅਪੀਲ ਕੀਤੀ ਕਿ ਮੈਂ ਜੇ ਨਾ ਵੀ ਆਇਆ ਤੁਸੀਂ ਬੀਬੀ ਕਰਮਜੀਤ ਕੌਰ ਨੂੰ ਜ਼ਰੂਰ ਜਿਤਾਉਣਾ, ਤੇ ਚੰਨੀ ਵੀ ਕਲੇਮ ਕਰਦਾ ਨਾ ਮੇਰਾ ਅਸਰ ਹੈ ਉਹ ਸਾਰੇ ਮਾਮਲੇ ਦੇ। ਇਸ ਲਈ ਬਹੁਤ ਪੱਖੀ ਨੇ, ਉਸੇ ਵੋਟ ਤੇ ਬਹੁਤ ਜ਼ਿਆਦਾ ਲੋਕਾਂ ਦਾ ਫੋਕਸ ਹੈ ਤੇ ਉਹ ਕਿਹਦਾ ਪ੍ਰਭਾਵ ਮੰਨਦੇ ਨੇ। ਬਾਕੀ ਡੇਰੇ ਵੀ ਉੱਥੇ ਹੈਗੇ ਨੇ, ਹਜੇ ਡੇਰਿਆਂ ਦਾ ਵੀ ਆਪੋ ਆਪਣਾ ਅਸਰ ਹੈ, ਕੋਈ ਤੱਲਣ ਗਿਆ ਤੇ ਕੋਈ ਬੱਲਾ ਗਿਆ, ਤੇ ਵੱਖ-ਵੱਖ ਟਾਈਪ ਦੇ ਮਾਮਲਿਆਂ ਦੇ ਵਿੱਚ। ਇਸ ਲਈ ਮਲਟੀਪਲ ਫੈਕਟਰ ਨੇ, ਕੋਈ ਇੱਕ ਫੈਕਟਰ ਤੋਂ ਨਹੀਂ ਸ਼ਾਇਦ ਕਿਹਾ ਜਾ ਸਕਦਾ। ਸਰਦਾਰ ਜਗਤਾਰ ਸਿੰਘ ਜੀ, ਹਲਕਾ ਜਿਹਾ ਟੱਚ ਕਰ ਦਿਓ, ਪਰ ਮੈਂ ਇੱਕ ਸਵਾਲ ਨਹੀਂ, ਇੱਕ ਚੰਨੀ ਵੱਲੋਂ ਕੀਤੀ ਟਿੱਪਣੀ ਜ਼ਰੂਰ ਰੱਖਣੀ ਹੈ। ਉਹ ਕਹਿੰਦੇ ਵੀ ਆਪਣੇ ਪਿੰਡਾਂ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਝਾੜੂ ਖੜਾ ਮਾੜਾ, ਇਹ ਚੰਗਾ ਨਹੀਂ ਹੁੰਦਾ, ਤੇ ਪੰਜਾਬੀ ਉਹ ਝਾੜੂ ਨੂੰ ਲੰਮੇ ਪਾ ਲਓ। ਮੈਂ ਸੋਚਦਾ ਵਿਅੰਗ ਦੇ ਨਵੇਂ ਰੂਪ ਆ ਰਹੇ ਆ। ਸਰਦਾਰ ਜਗਤਾਰ ਸਿੰਘ ਜੀ, ਆਖਰੀ 2 ਲਾਈਨ। ਉਹ ਯਾਦ ਹੈ ਤੁਹਾਨੂੰ ਜਦੋਂ ਇੱਕ ਇਲੈਕਸ਼ਨ 'ਚ ਆਪ ਨੇ ਆਪਣਾ ਇੱਕ ਮੈਨੀਫੈਸਟੋ ਰਿਲੀਜ਼ ਕੀਤਾ ਸੀ ਤੇ ਉਹਦੇ ਤੇ ਕਵਰ ਤੇ ਦਰਬਾਰ ਸਾਹਿਬ ਦੀ ਫੋਟੋ ਤੇ ਨਾਲ ਝਾੜੂ ਛਾਪਤਾ ਸੀਗਾ। ਹਾਂਜੀ ਹਾਂਜੀ, ਉਹ ਵਿਡਰਾ ਕਰਨਾ ਪਿਆ ਸੀਗਾ। ਬਿਲਕੁਲ। ਸੋ ਚੰਨੀ ਜੀ ਮਸਲੇ ਸਾਰੇ ਹੱਲ ਕਰਦੇ ਆ। ਦੇਖੋ ਉਹਨਾਂ ਦਾ ਪੁਰਾਣਾ ਨਾਰਾ ਹੈ ਘਰ ਘਰ ਦੇ ਵਿੱਚ ਚੱਲੀ ਗੱਲ। ਹਾਂਜੀ, ਉਹ ਯਾਦ ਕਰੋ ਤੁਸੀਂ, ਚੰਨੀ ਕਰਦਾ ਮਸਲੇ ਹੱਲ। ਤਾਂ ਇਹ ਮੈਨੂੰ ਲੱਗਦਾ ਵੀ ਚੰਨੀ ਜੀ ਹੁਣ ਕਾਂਗਰਸ ਦਾ ਮਸਲਾ ਜਲੰਧਰ 'ਚ ਹੱਲ ਕਰਨ ਲੱਗੇ ਵੀ ਹੁੰਦਾ ਕਿ ਨਹੀਂ, ਇਹ ਗੱਲ ਬਾਤ ਨਹੀਂ। ਹੁਣ ਉਹ ਜਦੋਂ ਬਾਹਰੋਂ ਆਏ ਸੀ ਤੇ ਪਤਾ ਨਹੀਂ ਜਿੰਨੇ ਉਹਨਾਂ ਵਾਲੀ ਬੱਕਰੀ ਖਰੀਦੀ ਸੀ ਉਹਨੂੰ ਮਿਲਣ ਗਏ ਕਿ ਨਹੀਂ। ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।